ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ। ਸਾਰੀਆਂ ਭੈਣਾਂ ਔਰ ਵੀਰਾਂ ਦਾ ਇਸ ਕਲਾਸ ਦੇ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਅਸੀਂ ਸਾਰੇ ਹੀ ਵੀਰ ਔਰ ਭੈਣਾਂ ਮਿਲ ਕੇ ਜਪਜੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ 4 ਪੌੜੀਆਂ ਦੀ ਵਿਚਾਰ ਅਸੀਂ ਸਾਂਝੀ ਕਰ ਚੁੱਕੇ ਹਾਂ। 5ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਅੱਜ ਸਾਂਝੀ ਕਰ ਰਹੇ ਹਾਂ। ਕੱਲ ਅਸਾਂ ਵਿਚਾਰਿਆ ਸੀ ਕਿ ਉਹ ਪ੍ਰਭੂ ਪਰਮਾਤਮਾ ਨੂੰ ਕਿਸੇ ਭੇਟਾ ਦੇ ਨਾਲ ਖੁਸ਼ ਨਹੀਂ ਕੀਤਾ ਜਾ ਸਕਦਾ ਔਰ ਕਿਸੇ ਵਿਸ਼ੇਸ਼ ਬੋਲਾਂ ਦੇ ਨਾਲ ਉਸ ਪ੍ਰਭੂ ਨੂੰ ਅਸੀਂ ਇਮੋਸ਼ਨਲ ਬਲੈਕਮੇਲ ਨਹੀਂ ਕਰ ਸਕਦੇ। ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਉਸ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਹਰ ਰੋਜ਼ ਕਰਨੀ ਚਾਹੀਦੀ ਹੈ, ਹਰ ਸਮੇਂ ਕਰਨੀ ਚਾਹੀਦੀ ਹੈ। ਜਦੋਂ ਅਸੀਂ ਮਾਲਕ ਦੀ ਸਿਫਤ ਸਲਾਹ ਦੇ ਨਾਲ ਜੁੜਦੇ ਹਾਂ, ਗੁਣਾਂ ਦੇ ਨਾਲ ਜੁੜਦੇ ਹਾਂ, ਉਹ ਵੇਲਾ ਸਾਡੇ ਵਾਸਤੇ ਅੰਮ੍ਰਿਤਮਈ ਹੋ ਜਾਂਦਾ ਹੈ। ਔਰ ਜੋ ਪ੍ਰਭੂ ਦੀ ਰਜ਼ਾ ਭਾਣੇ ਵਿੱਚ ਤੁਰਦੇ ਹਨ, ਰੱਬ ਦੀ ਬਖਸ਼ਿਸ਼ ਹੁੰਦੀ ਹੈ, ਉਹਨਾਂ ਦੀ ਜ਼ਿੰਦਗੀ ਵਿੱਚ ਪ੍ਰੇਮ ਪੈਦਾ ਹੁੰਦਾ ਹੈ। ਉਹਨਾਂ ਨੂੰ ਚਾਰ ਚੁਫੇਰੇ ਹਰ ਜਗ੍ਹਾ ਦੇ ਉੱਤੇ ਹਰੀ ਦੀ ਜੋਤ, ਉਹਦਾ ਜ਼ਹੂਰ ਨੂਰ ਰੂਪ ਨਜ਼ਰੀ ਪੈਂਦਾ ਹੈ ਤੇ ਇਸ ਤਰ੍ਹਾਂ ਉਹ ਮਨੁੱਖ ਸਚਿਆਰ ਹੋ ਜਾਂਦਾ ਹੈ ਤੇ ਸਚਿਆਰ ਹੋਏ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਚਾਰ ਚੁਫੇਰੇ ਪ੍ਰਭੂ ਪਰਮਾਤਮਾ ਹੀ ਪਸਰਿਆ ਹੋਇਆ ਹੈ। ਅੱਜ ਅਸੀਂ 5ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਆਓ ਪਹਿਲਾ ਪਾਠ ਮੈਂ ਇਸ ਪੌੜੀ ਦਾ ਕਰਦਾ ਹਾਂ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਾ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ, ਪਾਰਬਤੀ ਮਾਈ। ਜੇ ਹੋਂ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਤਾਂ ਇਸ ਪਾਵਨ ਪੌੜੀ ਦੇ ਅੰਦਰ ਵੀ ਗੁਰਦੇਵ ਪਾਤਸ਼ਾਹ ਜੀ ਨੇ ਸਾਡੇ ਕੁਛ ਭਰਮ ਭੁਲੇਖੇ ਕੀਤੇ ਹਨ। ਸਾਨੂੰ ਸਮਝਾਇਆ ਹੈ ਕਿ ਸਭ ਥਾਵਾਂ ਤੇ ਵਿਆਪਕ ਪ੍ਰਭੂ ਹੈ, ਉਹਦੇ ਅੰਦਰ ਸਚਿਆਰ ਹੋ ਕੇ ਹੀ ਮਿਲਿਆ ਜਾ ਸਕਦਾ ਹੈ। ਔਰ ਕਿਵੇਂ ਅਸੀਂ ਸਚਿਆਰ ਹੋ ਸਕਦੇ ਹਾਂ, ਕਿਵੇਂ ਅਸੀਂ ਉਸ ਪ੍ਰਭੂ ਦੇ ਵਿੱਚ ਮਿਲ ਸਕਦੇ ਹਾਂ, ਗੁਰਦੇਵ ਪਿਤਾ ਜੀ ਨੇ ਸਾਨੂੰ ਸਮਝਾਇਆ ਹੈ। ਤਾਂ ਸਭ ਤੋਂ ਪਹਿਲਾ ਬਚਨ ਕਰ ਰਹੇ ਹਨ, ਥਾਪਿਆ ਨਾ ਜਾਏ, ਕੀਤਾ ਨਾ ਹੋਏ। ਉਸ ਮਾਲਕ ਨੂੰ ਥਾਪਣਾ ਦਾ ਮਤਲਬ ਹੁੰਦਾ ਹੈ ਬਣਾਉਣਾ ਜਾਂ ਸਥਾਪਨ ਕਰਨਾ। ਉਸ ਰੱਬ ਨੂੰ ਬਣਾਇਆ ਨਹੀਂ ਜਾ ਸਕਦਾ। ਸਥਾਪਨ ਦਾ ਮਤਲਬ ਉਹਨੂੰ ਖੜਾ ਨਹੀਂ ਕੀਤਾ ਜਾ ਸਕਦਾ, ਸਥਾਪਿਤ ਨਹੀਂ ਕੀਤਾ ਜਾ ਸਕਦਾ। ਕੀਤਾ ਨਾ ਹੋਏ, ਉਹ ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ ਹੈ, ਯਾਨੀ ਉਸ ਨੂੰ ਜਨਮ ਨਹੀਂ ਦਿੱਤਾ ਜਾ ਸਕਦਾ, ਕਿਸੇ ਤੋਂ ਉਹਦਾ ਜਨਮ ਨਹੀਂ ਹੋਇਆ। ਤਾਂ ਇੱਥੇ 2 ਚੀਜ਼ਾਂ ਸਮਝਣ ਵਾਲੀਆਂ ਹਨ ਕਿ ਪਹਿਲੀ ਗੱਲ, ਰੱਬ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ, ਸਥਾਪਨ ਨਹੀਂ ਕੀਤਾ ਜਾ ਸਕਦਾ। ਜਿਵੇਂ ਅਸੀਂ ਦੇਖਦੇ ਹਾਂ ਬਹੁਤ ਸਾਰੇ ਲੋਕ ਪ੍ਰਭੂ ਦੀ, ਰੱਬ ਦੀ ਮੂਰਤੀ ਕਰਦੇ ਨੇ, ਉਹਨੂੰ ਮੂਰਤੀਮਾਨ ਕਰਦੇ ਨੇ, ਤਸਵੀਰ ਬਣਾਉਂਦੇ ਨੇ ਤੇ ਫਿਰ ਉਸ ਮੂਰਤੀ ਨੂੰ, ਉਸ ਤਸਵੀਰ ਨੂੰ ਸਥਾਪਿਤ ਕੀਤਾ ਜਾਂਦਾ ਹੈ ਤੇ ਮੰਨ ਲਿਆ ਜਾਂਦਾ ਹੈ ਕਿ ਇਹ ਰੱਬ ਦੀ ਮੂਰਤੀ ਹੈ ਜਾਂ ਰੱਬ ਹੈ। ਉਹਦੇ ਵਿੱਚ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਂਦੀ ਹੈ ਔਰ ਫਿਰ ਉਸ ਦੀ ਪੂਜਾ ਆਰੰਭ ਹੁੰਦੀ ਹੈ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਨੂੰ ਇਸ ਤਰ੍ਹਾਂ ਸਥਾਪਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਸ ਨੂੰ ਅਸੀਂ ਸਥਾਪਿਤ ਕਰਾਂਗੇ ਉਹ ਸਾਡੇ ਤੋਂ ਛੋਟਾ ਹੀ ਹੋਏਗਾ ਨਾ। ਅੱਜ ਤੁਸੀਂ ਕਿਸੇ ਨੂੰ MLA MP ਦੇ ਇਲੈਕਸ਼ਨ ਅੰਦਰ ਵੋਟ ਪਾ ਕੇ ਜਿਤਾਉਂਦੇ ਹੋ, ਤੁਸੀਂ ਜਿਤਾਇਆ, ਉਹ ਤੁਹਾਡੇ ਤੋਂ ਵੱਡਾ ਨਹੀਂ ਹੋ ਸਕਦਾ, ਕਿਉਂਕਿ ਅਗਲੇ ਇਲੈਕਸ਼ਨ ਵਿੱਚ ਤੁਸੀਂ ਉਸ ਨੂੰ ਹਰਾ ਸਕਦੇ ਹੋ, ਦੂਜੇ ਨੂੰ ਬਣਾ ਸਕਦੇ ਹੋ। ਤਾਂ ਰੱਬ ਐਸਾ ਨਹੀਂ ਹੈ ਕਿ ਉਹਨੂੰ ਅਸੀਂ ਇਲੈਕਸ਼ਨ ਕਰਕੇ ਜਿਤਾ ਕੇ ਰੱਬ ਦੀ ਸੀਟ ਤੇ ਬਿਠਾ ਦਈਏ। ਰੱਬ ਐਸਾ ਨਹੀਂ ਕਿ ਅਸੀਂ ਉਹਨੂੰ ਮੂਰਤੀਮਾਨ ਕਰਕੇ ਕਿਤੇ ਸਥਾਪਿਤ ਕਰ ਦਈਏ ਕਿ ਇੱਥੇ ਹੀ ਰੱਬ ਹੈ। ਐਵੇਂ ਵਾਲੀ ਕੋਈ ਗੱਲ ਨਹੀਂ ਹੈ। ਤਾਂ ਇਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ, ਕਿਉਂਕਿ ਉਹ ਸਰਬ ਵਿਆਪਕ ਹੈ। ਅਸੀਂ ਜਪਜੀ ਸਾਹਿਬ ਜੀ ਦੇ ਆਰੰਭ ਦੇ ਅੰਦਰ
मूल मंत्र विच पढ़ आए हाँ एक ओंकार। ते समग्र बाणी व्याख्या है मूल मंत्र दी, और जिन्ने भी साडे अर्थ ने वो मूल मंत्र दे उत्ते आधारित होने चाहिए ने। ਜਿਹੜੇ ਸਾਡੇ ਕੀਤੇ ਹੋਏ ਅਰਥ ਮੂਲ ਮੰਤਰ ਉੱਤੇ ਪੂਰੇ ਨਹੀਂ ਉਤਰਦੇ, ਇਹਦਾ ਮਤਲਬ ਸਾਡੇ ਕੀਤੇ ਹੋਏ ਅਰਥ ਗਲਤ ਨੇ, ਸਾਨੂੰ ਹੋਰ ਵਿਚਾਰਨ ਦੀ ਜ਼ਰੂਰਤ ਹੈ। ਜਿਸ ਕਰਕੇ ਸਾਡੇ ਅੰਦਰ ਜੋ ਬਾਣੀ ਵਿੱਚ ਸਾਨੂੰ ਦੁਐਤ ਨਜ਼ਰ ਆਉਂਦੀ ਹੈ ਉਹ ਨਾ ਆਵੇ। ਜੇ ਕਿਤੇ ਦੁਬਦਾ ਨਜ਼ਰ ਆਉਂਦੀ ਹੈ ਨਾ, ਕਿਤੇ ਗੁਰੂ ਜੀ ਕੁਛ ਕਹਿ ਰਹੇ ਹਨ, ਕਿਤੇ ਕੁਛ ਕਹਿ ਰਹੇ ਹਨ, ਤਾਂ ਗੁਰੂ ਜੀ ਐਸਾ ਨਹੀਂ ਕਹਿ ਰਹੇ। ਸਾਡੇ ਵਿਚਾਰਨ ਵਿੱਚ, ਸਾਡੇ ਸਮਝਣ ਵਿੱਚ ਫਰਕ ਪੈ ਜਾਂਦਾ। ਬਾਣੀ ਵਿੱਚ ਦੁਬਦਾ ਨਹੀਂ ਹੈ, ਬਾਣੀ ਦੁਬਦਾ ਨੂੰ ਮਿਟਾਉਂਦੀ ਹੈ। ਔਰ ਇੱਕ ਗੱਲ ਯਾਦ ਰੱਖਣਾ, ਜਿਵੇਂ ਮੈਂ ਕਿਹਾ ਸੀ ਨਾ ਕਿ ਜੇ ਜਪਜੀ ਸਾਹਿਬ ਜੀ ਦੀ ਵਿਚਾਰ ਅਸੀਂ ਸਾਰੇ ਭੈਣਾਂ ਔਰ ਵੀਰ ਮਿਲ ਕੇ ਧਿਆਨ ਦੇ ਨਾਲ ਕਰਾਂਗੇ ਔਰ ਸੁਣਾਂਗੇ, ਸਮਝਾਂਗੇ, ਇੱਕ ਦੂਜੇ ਨੂੰ ਸਮਝਾਵਾਂਗੇ ਕਲਾਸ ਰੂਪ ਦੇ ਵਿੱਚ, ਤਾਂ ਜਪਜੀ ਸਾਹਿਬ ਦੀ ਬਾਣੀ ਦੀ ਸਮਾਪਤੀ ਤੱਕ ਸਾਡੇ ਸਵਾਲ ਵੀ ਖਤਮ ਹੋ ਜਾਣਗੇ। ਹੁਣ ਰੱਬ ਬਾਰੇ ਸਾਡਾ ਸਵਾਲ ਰਹਿਣਾ ਨਹੀਂ ਚਾਹੀਦਾ ਜੇ ਅਸੀਂ ਇੱਕ ਓਂਕਾਰ ਨੂੰ ਸਮਝ ਲਿਆ ਹੋਵੇ, ਕਿਉਂਕਿ ਅਸੀਂ ਉਹਦੇ ਅਰਥ ਭਾਵ ਸਮਝ ਆਏ ਹਾਂ ਕਿ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਰਾਹੀਂ ਸੰਸਾਰ ਦੀ ਉਤਪਤੀ, ਲੈਤਾ, ਪਾਲਨ, ਸੰਚਾਲਨ ਹੁੰਦਾ ਹੈ, ਔਰ ਜਿਸ ਦੇ ਅੱਗੇ ਗੁਣ ਦੱਸੇ ਨੇ ਕਿ ਉਹ ਇੱਕ ਅਟਲ ਸੱਚਾਈ ਹੈ, ਉਹ ਕਰਤਾ ਹੈ, ਸਿਰਜਣਾ ਦੇ ਅੰਦਰ ਸਮਾਇਆ ਹੋਇਆ ਹੈ, ਨਿਰਭਉ ਹੈ, ਨਿਰਵੈਰ ਹੈ, ਉਹਦੀ ਹਸਤੀ ਕਾਲ ਰਹਿਤ ਹੈ, ਜੂਨਾ ਤੋਂ ਰਹਿਤ ਹੈ, ਸੁਤੇ ਪ੍ਰਕਾਸ਼ ਹੈ, ਤੇ ਉਹ ਗੁਰੂ ਦੀ ਰਹਿਮਤ ਨਹੀਂ ਸਾਨੂੰ ਪ੍ਰਾਪਤ ਹੁੰਦਾ ਹੈ। ਜੇ ਹੁਣ ਇਹ ਚੀਜ਼ ਅਸੀਂ ਸਮਝ ਲਈ ਹੋਵੇ, ਪਹਿਲੀ ਗੱਲ ਸਾਡੇ ਦਿਮਾਗ ਵਿੱਚ ਬੈਠ ਗਈ ਹੋਵੇ, ਅਸੀਂ ਬਿਠਾ ਲਈ ਹੋਵੇ ਸੁਰਤ ਵਿੱਚ, ਤੇ ਤੀਜੀ ਗੱਲ ਅਸੀਂ ਇਸ ਚੀਜ਼ ਤੇ ਅਮਲ ਕਰ ਲਿਆ ਹੋਵੇ, ਵਿਸ਼ਵਾਸ ਕਰ ਲਿਆ ਹੋਵੇ, ਤਾਂ ਫਿਰ ਸਾਡਾ ਹੁਣ ਸਵਾਲ ਨਹੀਂ ਨਾ ਰਹੇਗਾ ਕਿ ਰੱਬ ਦੀ ਮੂਰਤੀ ਬਣਾ ਕੇ ਸਥਾਪਿਤ ਕੀਤੀ ਜਾ ਸਕਦੀ ਹੈ। ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਸ ਨਿਰਾਕਾਰ ਦੀ ਮੂਰਤੀ ਕਿਵੇਂ ਬਣਾਓਗੇ, ਨਿਰਾਕਾਰ ਦੀ ਤਸਵੀਰ ਕਿਵੇਂ ਬਣਾਓਗੇ ਜਿਹਦਾ ਕੋਈ ਆਕਾਰ ਹੀ ਨਹੀਂ ਹੈ। ਹੁਣ ਜੇ ਮੈਂ ਮੂਰਤੀ ਕਾਰ ਦੇ ਕੋਲ ਜਾਵਾਂ ਤੇ ਕਹਾਂ ਵੀ ਮੇਰੇ ਕਿਸੇ ਦੋਸਤ ਦੀ ਮੂਰਤ ਬਣਾ ਦੇ, ਉਹ ਕਿਵੇਂ ਬਣਾ ਦੇਗਾ, ਮੈਨੂੰ ਉਹਦੀ ਫੋਟੋ ਦੇ, ਤੇ ਮੈਂ ਕਹਾਂ ਫੋਟੋ ਤਾਂ ਮੇਰੇ ਕੋਲ ਹੈ ਨਹੀਂ, ਫੋਟੋ ਤਾਂ ਮੇਰੇ ਕੋਲ ਹੈ ਨਹੀਂ, ਤੇ ਉਹ ਕਹੇਗਾ ਮੈਂ ਕਿਵੇਂ ਬਣਾਵਾਂ। ਉਹ ਕਵੇ ਮੈਨੂੰ ਉਹਦਾ ਥੋੜਾ ਜਿਹਾ ਚਿਹਰਾ ਦੱਸ, ਤੇ ਮੈਂ ਕਹਾਂ ਮੈਨੂੰ ਚਿਹਰਾ ਵੀ ਯਾਦ ਨਹੀਂ, ਤਾਂ ਫਿਰ ਉਹ ਮੂਰਤ ਕਿਵੇਂ ਬਣਾਏਗਾ। ਤਾਂ ਰੱਬ ਦੀ ਮੂਰਤੀ ਕਿਵੇਂ ਬਣਾਈ ਜਾ ਸਕਦੀ, ਕਿਉਂਕਿ ਜਿਹਦਾ ਆਕਾਰ ਹੀ ਨਹੀਂ ਹੈ। ਜੇ ਮੈਂ ਕਿਸੇ ਨੂੰ ਕਹਾਂ ਮੈਨੂੰ ਕਾਗਜ਼ ਤੇ ਰੱਬ ਦੀ ਤਸਵੀਰ ਬਣਾ ਦੇ, ਤੇ ਕਿਵੇਂ ਬਣਾ ਕੇ ਦੇਵੇਗਾ। ਉਹਨੇ ਤੇ ਪੁੱਛਣਾ ਨਾ ਵੀ ਉਹਦਾ ਰੂਪ ਕਿਹੋ ਜਿਹਾ, ਉਹਦਾ ਆਕਾਰ, ਉਹਦਾ ਰੰਗ, ਉਹਦੀਆਂ ਅੱਖਾਂ ਕਿਹੋ ਜਿਹੀਆਂ ਬਣਾਵਾਂ, ਹੱਥ ਕਿਹੋ ਜਿਹੇ ਬਣਾਵਾਂ। ਤਾਂ ਇਹ ਚੀਜ਼ਾਂ ਨਾ ਸਮਝਣ ਦੀਆਂ ਨੇ। ਜੇ ਅਸੀਂ ਇੱਕ ਓਂਕਾਰ ਨੂੰ ਸਮਝ ਲਿਆ ਹੋਵੇ ਤਾਂ ਰੱਬ ਬਾਰੇ ਫਿਰ ਸਾਡੇ ਸਵਾਲ ਨਹੀਂ ਰਹਿਣਗੇ। ਸਾਨੂੰ ਸਮਝ ਪੈ ਗਈ ਇੱਕ ਸਰਬ ਵਿਆਪਕ ਪਰਮ ਸੱਤਿਆ ਹੈ ਜੋ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ, ਅਦਿਸਤਾ ਪਸਾਰਾ ਜਿਸ ਦਾ ਸਰਗੁਣ ਸਰੂਪ ਹੈ, ਨਿਰਗੁਣ ਸਰਗੁਣ ਸੁਨ ਸਮਾਧੀ ਵਿੱਚ ਉਹ ਆਪ ਹੀ ਆਪ ਹੈ, ਉਹਦੇ ਤੋਂ ਬਿਨਾਂ ਹੋਰ ਕੁਝ ਨਹੀਂ। ਤਾਂ ਉਹਨੂੰ ਥਾਪਿਆ ਨਹੀਂ ਜਾ ਸਕਦਾ, ਸਥਾਪਨ ਨਹੀਂ ਕੀਤਾ ਜਾ ਸਕਦਾ। ਇਸ ਲਈ ਸਿੱਖ ਧਰਮ ਦੇ ਅੰਦਰ ਮੂਰਤੀ ਪੂਜਾ ਆਦਿਕ ਨਹੀਂ ਹੈ। ਪਰ ਅਸੀਂ ਵੇਖਦੇ ਹਾਂ, ਅਸੀਂ ਵੀ ਤਸਵੀਰਾਂ ਅੱਗੇ ਮੱਥੇ ਟੇਕਦੇ ਹਾਂ। ਹੁਣ ਇਹ ਗੱਲ ਨਾ ਆਮ ਜਦੋਂ ਅਸੀਂ ਕਹਿੰਦੇ ਹਾਂ ਤਾਂ ਸਾਨੂੰ ਬੁਰੀ ਲੱਗਦੀ ਹੈ। ਕਈ ਲੋਕ ਗੱਲ ਵੀ ਪੈਂਦੇ ਨੇ, ਕਈ ਲੋਕ ਫਿਰ ਇਹ ਮਿਸਾਲ ਦਿੰਦੇ ਨੇ ਕਿ ਜੇ ਅਸੀਂ ਗੁਰੂਆਂ ਦੀਆਂ ਫੋਟੋਆਂ ਬੱਚਿਆਂ ਨੂੰ ਨਹੀਂ ਵਿਖਾਵਾਂਗੇ ਉਹਨੂੰ ਸਮਝ ਕਿਵੇਂ ਪਵੇਗੀ। ਤਾਂ ਜਿੰਨੀਆਂ ਵੀ ਗੁਰੂ ਸਾਹਿਬਾਨ ਦੀਆਂ ਫੋਟੋਆਂ ਨੇ ਨਾ, ਇਹ ਅਸਲੀ ਨਹੀਂ ਹਨ, ਇਹ ਕੇਵਲ ਤਸਵੀਰ ਘਾੜੇ ਦੀ ਕਲਪਨਾ ਹੈ। ਸ਼ੋਭਾ ਸਿੰਘ ਨੇ ਇਹ ਫੋਟੋਆਂ ਬਣਾਈਆਂ ਨੇ ਤੇ ਜਿਵੇਂ ਉਸ ਨੂੰ ਸਮਝ ਆਇਆ ਉਸਨੇ ਆਕਾਰ ਚਿੱਤਰਿਤ ਕਰ ਦਿੱਤਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਨੂੰ ਥਾਪਿਆ ਨਹੀਂ ਜਾ ਸਕਦਾ, ਸਥਾਪਨ ਨਹੀਂ ਕੀਤਾ ਜਾ ਸਕਦਾ ਇੱਕ ਜਗ੍ਹਾ ਤੇ, ਕਿਤੇ ਉਹਨੂੰ ਇੱਕ ਥਾਂ ਤੇ ਨਹੀਂ ਬਿਠਾਇਆ ਜਾ ਸਕਦਾ, ਉਹ ਇੱਕ ਥਾਂ ਤੇ ਬੈਠਾ ਹੋਇਆ ਨਹੀਂ ਹੈ। ਕੀਤਾ ਨਾ ਹੋਏ, ਕਿਸੇ ਦਾ ਪੈਦਾ ਕੀਤਾ ਉਹ ਰੱਬ ਹੈ ਨਹੀਂ, ਕਿਉਂਕਿ ਉਸ ਦਾ ਮਾਂ ਬਾਪ ਨਹੀਂ ਹੈ। ਗੁਰਦੇਵ ਨੇ ਪਾਵਨ ਬਾਣੀ ਵਿੱਚ ਬੜਾ ਪਿਆਰਾ ਬਚਨ ਕੀਤਾ ਹੈ। ਭਗਤ ਕਬੀਰ ਜੀ ਨੇ ਕਿਸੇ ਬ੍ਰਾਹਮਣ ਵੀਰ ਦੇ ਨਾਲ ਵਿਚਾਰ ਹੋਈ ਹੈ, ਉਹ ਕਹਿੰਦਾ ਹੈ ਕਿ ਰੱਬ ਦਾ ਅਵਤਾਰ ਹੋ ਸਕਦਾ ਹੈ, ਤੇ ਭਗਤ ਕਬੀਰ ਜੀ ਕਹਿੰਦੇ ਨੇ ਰੱਬ ਦਾ ਜੇ ਤੂੰ ਅਵਤਾਰ ਕਹੇਗਾ ਤਾਂ ਉਹ ਅਵਤਾਰ ਕਿਸੇ ਮਾਂ ਬਾਪ ਦਾ ਬੱਚਾ ਹੋਏਗਾ ਨਾ, ਉਹਦੇ ਘਰ ਉਹਦੇ ਮਾਂ ਬਾਪ ਹੋਣਗੇ।
कबीर जी ने सवाल किया, तुम जो कहत हो नंद को नंदन, भी तू कहना है भी नंद दा पुत्र है रब, ਤਾਂ ਨੰਦ ਸੋ ਨੰਦਨ ਕਾਂ ਕੋਰੇ, ਨੰਦ ਕਿਹਦਾ ਪੁੱਤਰ ਹੈ। ਧਰਨ ਆਕਾਸ਼ ਦਸੋ ਦਿਸ ਨਾਹੀ, ਤਬ ਇਹ ਨੰਦ ਕਹਾਂ ਥੋਰੇ। ਵੀ ਜਦੋਂ ਧਰਤੀ ਨਹੀਂ ਸੀ, ਆਕਾਸ਼ ਨਹੀਂ ਸੀ, 10 ਦਿਸ਼ਾਵਾਂ ਨਹੀਂ ਸਨ, ਸੂਰਜ ਚੰਦਰਮਾ ਗ੍ਰਹਿ ਨਕਸ਼ਤਰ ਨਹੀਂ ਸੀ, ਉਦੋਂ ਇਹ ਨੰਦ ਕਿੱਥੇ ਸੀ। ਇਸ ਲਈ ਕਬੀਰ ਗੋਸਵਾਮੀ ਐਸੋ ਠਾਕੁਰ ਜਾ ਕੇ ਮਾਈ ਨਾ ਵਾਪੁਰ। ਤਾਂ ਜਿਹੜਾ ਰੱਬ ਹੈ ਉਹ ਨਿਰਾਕਾਰ ਹੈ, ਹਰ ਥਾਂ ਦੇ ਉੱਤੇ ਸਮਾਇਆ ਹੋਇਆ ਹੈ, ਤੇ ਆਦਿਸਤਾ ਜਿਹੜਾ ਸਾਕਾਰ ਰੂਪ ਹੈ ਇਹ ਉਹਦਾ ਹੀ ਸਾਕਾਰ ਰੂਪ ਹੈ, ਉਹਨੂੰ ਇੱਕ ਥਾਂ ਤੇ ਸਥਾਪਿਤ ਨਹੀਂ ਕੀਤਾ ਜਾ ਸਕਦਾ, ਉਹ ਸਰਬ ਵਿਆਪਕ ਹੈ, ਸਰਬ ਵਿਆਪਕ। ਆਪੇ ਆਪ ਨਿਰੰਜਨ ਸੋਏ, ਆਪੇ ਆਪ ਦਾ ਮਤਲਬ ਆਪਣੇ ਆਪ ਤੋਂ, ਉਹਨੂੰ ਬਣਾਉਣ ਵਾਲਾ ਕੋਈ ਨਹੀਂ। ਰੱਬ ਨੇ ਕਿਸੇ ਮਾਂ-ਬਾਪ ਤੋਂ ਜਨਮ ਨਹੀਂ ਲਿਆ, ਉਹਨੂੰ ਕਿਸੇ ਨੇ ਘੜਿਆ ਨਹੀਂ, ਕਿਸੇ ਨੇ ਬਣਾਇਆ ਨਹੀਂ, ਕਿਸੇ ਨੇ ਸਥਾਪਿਤ ਨਹੀਂ ਕੀਤਾ। ਆਪੇ ਆਪ ਦਾ ਮਤਲਬ ਆਪਣੇ ਆਪ ਤੋਂ ਆਪ, ਜਿਸ ਨੂੰ ਅਸੀਂ ਮੂਲ ਮੰਤਰ ਵਿੱਚ ਪੜ੍ਹਾਏ ਆ ਸੈਭੰ। ਸੈਭੰ ਦਾ ਮਤਲਬ ਸੁੱਤੇ ਪ੍ਰਕਾਸ਼, ਆਪਣੇ ਆਪ ਤੋਂ ਆਪ। ਨਿਰੰਜਨ, ਨਿਰੰਜਨ ਦੋ ਸ਼ਬਦਾਂ ਤੋਂ ਬਣਿਆ ਹੈ, ਨਿਰ ਪਲਸ ਅੰਜਨ। ਅੰਜਨ ਦਾ ਮਤਲਬ ਹੁੰਦਾ ਹੈ ਸੁਰਮਾ ਯਾਨੀ ਕਾਲਖ, ਤੇ ਨਿਰ ਦਾ ਮਤਲਬ ਨਿਰਲੇਪ। ਉਹ ਕਾਲਖ ਤੋਂ ਨਿਰਲੇਪ ਹੈ, ਉਹਦੇ ਉੱਤੇ ਕਿਸੇ ਅਵਗੁਣ ਦਾ ਲੇਪ ਨਹੀਂ ਹੈ। ਜਿਵੇਂ ਸਾਡੇ ਅੰਦਰ ਲੇਪ ਹੈ, ਅਸੀਂ ਮੋਹ ਦੇ ਅੰਦਰ ਖਚਤ ਹਾਂ, ਸਾਨੂੰ ਆਪਣਾ ਆਪਾ ਪਿਆਰਾ ਲੱਗਦਾ ਹੈ, ਦੂਜੇ ਸਾਨੂੰ ਮਾੜੇ ਲੱਗਦੇ ਨੇ। ਅਸੀਂ ਆਪਣੇ ਬੱਚਿਆਂ ਦੇ ਨਾਲ ਵਿਹਾਰ ਹੋਰ ਕਰਦੇ ਹਾਂ, ਦੂਜਿਆਂ ਦੇ ਨਾਲ ਹੋਰ ਕਰਦੇ ਹਾਂ, ਕਿਉਂਕਿ ਸਾਡੇ ਅੰਦਰ ਲੇਪ ਹੈ ਨਾ, ਮੋਹ ਦਾ, ਕ੍ਰੋਧ ਦਾ, ਲੋਭ ਦਾ। ਕੋਈ ਬੀਬੀ ਜਾ ਰਹੀ ਸੀ ਸਕੂਲ, ਤੇ ਦੂਜੀ ਬੀਬੀ ਜਾ ਰਹੀ ਸੀ ਸਕੂਲ, ਦੋ ਜਾ ਰਹੀਆਂ ਸੀ, ਤੇ ਇੱਕ ਨੇ ਪੁੱਛਿਆ ਕਿੱਥੇ ਚੱਲੀ ਹੈ, ਕਹਿਣ ਲੱਗੀ ਮੈਂ ਆਪਣੇ ਬੇਟੇ ਨੂੰ ਰੋਟੀ ਦੇਣ, ਤੇ ਕਹਿਣ ਲੱਗੀ ਤੂੰ, ਕਹਿਣ ਲੱਗੀ ਮੈਂ ਆਪਣੇ ਬੱਚੇ ਨੂੰ ਕੋਈ ਫੀਸ ਭਰਨ ਚੱਲੀ ਆ, ਕਹਿਣ ਲੱਗੀ ਮੈਨੂੰ ਥੋੜਾ ਕੰਮ ਸੀ, ਤੇ ਆ ਰੋਟੀ ਮੇਰੇ ਬੱਚੇ ਨੂੰ ਦੇ ਦੇਵੇਂਗੀ, ਕਹਿਣ ਲੱਗੀ ਦੇ ਦੇਵਾਂਗੀ। ਕਹਿਣ ਲੱਗੀ ਤੇਰੇ ਬੱਚੇ ਦਾ ਨਾਮ ਨਿਸ਼ਾਨੀ ਕੀ ਹੈ, ਕਹਿਣ ਲੱਗੀ ਪੂਰੇ ਸਕੂਲ ਦੇ ਵਿੱਚ ਜੋ ਸਭ ਤੋਂ ਸੋਹਣਾ ਬੱਚਾ ਹੈ ਨਾ ਉਹ ਮੇਰਾ ਹੈ, ਉਹਨੂੰ ਰੋਟੀ ਦੇ ਦੇ। ਸਾਰੇ ਸਕੂਲ ਚੋਂ ਸੋਹਣਾ ਬੱਚਾ ਮੇਰਾ ਹੈ, ਉਹਨੂੰ ਰੋਟੀ ਫੜਾ ਦੀ। ਉਹ ਮਾਂ ਰੋਟੀ ਲੈ ਗਈ, ਉਹਨੇ ਫੀਸ ਭਰੀ ਬੱਚੇ ਦੀ, ਤੇ ਆਪਣੇ ਬੇਟੇ ਨੂੰ ਰੋਟੀਆਂ ਦੇ, ਲੈ ਬੇਟਾ ਪਰੌਂਠੇ ਖਾ ਲੈ। ਉਹ ਬੇਟੇ ਨੇ ਪਰੌਂਠੇ ਖਾ ਲਏ, ਵਧੀਆ ਬਣੇ ਸੀ, ਮੱਖਣ ਵਗੈਰਾ ਵਧੀਆ। ਤੇ ਸ਼ਾਮ ਨੂੰ ਜਦੋਂ ਸਕੂਲ ਤੋਂ ਛੁੱਟੀ ਹੋਈ, ਤੇ ਉਸ ਬੀਬੀ ਦਾ ਬੱਚਾ ਭੁੱਖਾ ਤੜਫੇ, ਕਹਿਣ ਲੱਗਾ ਮੰਮੀ ਤੂੰ ਮੈਨੂੰ ਰੋਟੀ ਨਹੀਂ ਭੇਜੀ, ਅੱਜ ਮੈਂ ਸਵੇਰ ਦਾ ਭੁੱਖਾ। ਕਹਿਣ ਲੱਗੀ ਮੈਂ ਤੇ ਤੈਨੂੰ ਪਰੌਂਠੇ ਭੇਜੇ ਸੀ, ਮੱਖਣ ਭੇਜਿਆ ਸੀ, ਪਨੀਰ ਭੇਜਿਆ ਸੀ, ਕਿੰਨਾ ਕੁਛ ਤੈਨੂੰ ਭੇਜਿਆ ਸੀ। ਕਹਿਣ ਲੱਗਾ ਮੈਨੂੰ ਤੇ ਮਿਲਿਆ ਨਹੀਂ। ਉਸ ਬੀਬੀ ਕੋਲ ਗਈ, ਜਾ ਕੇ ਕਹਿਣ ਲੱਗੀ ਵੀ ਤੂੰ ਜੇ ਨਹੀਂ ਸੀ ਰੋਟੀ ਦੇਣੀ ਤੇ ਮੈਨੂੰ ਦੱਸ ਦਿੰਦੀ, ਮੈਂ ਆ ਫੜਾ ਆਉਂਦੀ। ਕਹਿਣ ਲੱਗੀ ਰੋਟੀ ਤੇ ਮੈਂ ਦੇ ਆਈ ਸੀ। ਤੇ ਕਹਿਣ ਲੱਗੀ ਵੀ ਮੇਰਾ ਬੱਚਾ ਤੇ ਭੁੱਖਾ ਹੈ। ਕਹਿਣ ਲੱਗੀ ਬੀਬੀ ਤੂੰ ਕਿਹਾ ਸੀ ਨਾ ਵੀ ਜਿਹੜਾ ਸਕੂਲ ਦੇ ਵਿੱਚ ਸਭ ਤੋਂ ਸੋਹਣਾ ਬੱਚਾ ਹੋਵੇ ਉਹਨੂੰ ਰੋਟੀ ਦੇਵੀਂ। ਤੇ ਕਹਿਣ ਲੱਗੀ ਹਾਂ ਫਿਰ ਮੇਰਾ ਬੱਚਾ ਸਭ ਤੋਂ ਸੋਹਣਾ ਹੈ, ਕਿੰਨਾ ਉਹਦਾ ਪਤਲਾ ਜਿਹਾ ਨੱਕ ਹੈ, ਚੌੜਾ ਮੱਥਾ ਹੈ, ਮੋਟੀਆਂ ਅੱਖਾਂ ਨੇ, ਕਿੰਨਾ ਸੋਹਣਾ ਮੁਸਕਰਾਉਂਦਾ, ਕਿੰਨਾ ਸੋਹਣਾ ਹੱਸਦਾ ਹੈ। ਤੇ ਕਹਿਣ ਲੱਗੀ ਬੱਚਾ ਤੇ ਮੇਰਾ ਸੋਹਣਾ। ਕਹਿਣ ਲੱਗੀ ਤੇਰਾ ਬੱਚਾ ਤੇ ਮੋਟਾ ਜਿਹਾ ਨੱਕ ਤੇ ਉਹਦੀਆਂ ਅੱਖਾਂ ਕਿਉਂ ਦੀਆਂ। ਕਹਿਣ ਲੱਗੀ ਮੇਰੀਆਂ ਅੱਖਾਂ ਨਾਲ ਵੇਖ, ਮੇਰੀਆਂ ਅੱਖਾਂ ਨਾਲ, ਮੇਰਾ ਹੀ ਸੋਹਣਾ ਸਾਰਾ। ਹੁਣ ਸਾਨੂੰ ਲਿਪਾਏ ਮਨ ਨਾ, ਅਸੀਂ ਖਚਤ ਹਾਂ। ਰੱਬ ਐਸਾ ਨਹੀਂ ਹੈ, ਉਹਦੇ ਤੇ ਇਹੋ ਜਿਹੀ ਕੋਈ ਕਾਲਖ ਨਹੀਂ ਹੈ, ਨਾ ਲਾਲਚ ਦੀ, ਨਾ ਕ੍ਰੋਧ ਦੀ, ਨਾ ਮੋਹ ਦੀ, ਨਾ ਆਪਣੇ ਦੀ, ਨਾ ਪਰਾਏ ਦੀ, ਨਾ ਬੇਗਾਨੇ ਦੀ। ਸਰਬ ਵਿਆਪਕ ਹੈ, ਆਪੇ ਆਪ ਨਿਰੰਜਨ ਸੋਏ, ਆਪਣੇ ਆਪ ਤੋਂ ਆਪ ਹੈ ਔਰ ਮਾਇਆ ਦੀ ਮੈਲ ਤੋਂ ਰਹਿਤ ਹੈ। ਹੁਣ ਇੱਥੇ ਇੱਕ ਚੀਜ਼ ਸਮਝਣ ਵਾਲੀ ਹੈ ਕਿ ਅਸੀਂ ਸਚਿਆਰ ਹੋਣਾ ਹੈ, ਕਿ ਸਚਿਆਰਾ ਹੋਈ ਹੈ। ਇਹ ਸਚਿਆਰ ਹੈ ਰੱਬ, ਤੂੰ ਕਰਤਾ ਸਚਿਆਰ ਮੈਂਡਾ ਸਾਈਂ। ਹੁਣ ਅਸੀਂ ਵੀ ਇਸ ਦੁਨੀਆ ਦੇ ਵਿੱਚ ਰੱਬ ਵਰਗੇ ਹੋ ਕੇ ਜੀਣਾ ਹੈ। ਜਿਹੜਾ ਉਸ ਆਪੇ ਆਪ ਨਿਰੰਜਨ ਸੋਈ ਨੂੰ ਮੰਨੇਗਾ ਨਾ, ਪਹਿਲੀ ਗੱਲ ਉਹ ਆਪਣੇ ਪੈਰਾਂ ਤੇ ਆਪ ਖੜਾ ਹੋਵੇਗਾ। ਇਹ ਗੁਣ ਮਿਲੇਗਾ ਸਾਨੂੰ ਅਕਾਲ ਪੁਰਖ ਤੋਂ, ਅਸੀਂ ਬੇਗਾਨੇ ਹੱਕ ਨਹੀਂ ਖਾਣੇ। ਦੂਜੀ ਗੱਲ ਹੈ ਕਿ ਮਾਇਆ ਦੀ ਮੈਲ ਤੋਂ ਰਹਿਤ ਹੋਣਾ ਹੈ। ਜੋ ਸਾਡੇ ਅੰਦਰ ਵਿਕਾਰ ਨੇ ਨਾ, ਕਾਲਖ, ਕਿਸੇ ਵੀ ਤਰ੍ਹਾਂ ਦੀ ਮਾੜੀ ਬਿਰਤੀ, ਮਾੜੀ ਸੋਚ, ਉਹਨੂੰ ਅਸੀਂ ਲਾਂਭੇ ਕਰਨਾ ਹੈ। ਇਹ ਤੋਂ ਪ੍ਰੇਰਨਾ ਮਿਲ ਰਹੀ ਹੈ।
ਉਹ ਸਾਨੂੰ ਸਾਡੇ ਪੈਰਾਂ ਤੇ ਖੜੇ ਕਰਦਾ ਹੈ, ਸਾਨੂੰ ਸਵੈ ਨਿਰਭਰ ਬਣਾਉਂਦਾ ਹੈ। ਸਵੈ ਨਿਰਭਰ ਬਣਨ ਦੀ ਪ੍ਰੇਰਨਾ ਹੈ ਬਾਣੀ ਵਿੱਚ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਤੇ ਜੇ ਕੋਈ ਬੇਗਾਨਾ ਹੱਕ ਖਾਂਦਾ ਨਾ ਕਿਸੇ ਵੀ ਢੰਗ ਦੇ ਨਾਲ, ਤਾਂ ਉਹ ਰੱਬ ਵਿੱਚ ਨਹੀਂ ਮਿਲ ਸਕਦਾ, ਉਹ ਸਚਿਆਰ ਨਹੀਂ ਹੋ ਸਕਦਾ। ਦੂਜੀ ਗੱਲ, ਜਿਸ ਦੇ ਅੰਦਰ ਕੋਈ ਕਾਲਖ, ਕੋਈ ਵਿਕਾਰ ਹੈ, ਉਹ ਸਚਿਆਰ ਨਹੀਂ ਹੋ ਸਕਦਾ, ਉਹ ਨਿਰੰਜਨ ਦਾ ਪਾਰਟ ਨਹੀਂ ਹੋ ਸਕਦਾ। ਅਸੀਂ ਵੀ ਉਹਦਾ ਪਾਰਟ ਹਾਂ। ਅਗਲਾ ਬਚਨ ਕਰਦੇ ਨੇ, ਜਿਨ ਸੇਵਿਆ ਤਿਨ ਪਾਇਆ ਮਾਨ। ਹੁਣ ਇੱਥੇ ਜਿਨ ਦਾ ਅਰਥ ਜਿਨ੍ਹਾਂ ਨੇ ਨਹੀਂ ਕਰਨਾ, ਪਲੂਰਲ ਸ਼ਬਦ ਨਹੀਂ ਹੈ। ਇੱਕ ਧਿਆਨ ਰੱਖਣਾ, ਬੇਸ਼ੱਕ ਨੋਟ ਕਰ ਲਓ, ਜਦੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਜਿਨ ਔਰ ਤਿੰਨ ਸ਼ਬਦ ਆਏ ਨਾ, ਤੇ ਜਿਨ ਔਰ ਤਿੰਨ ਦੇ ਨੰਨੇ ਨਾਲ ਸਿਹਾਰੀ ਲੱਗੀ ਹੋਵੇ, ਤਾਂ ਉਹ ਸਿੰਗੂਲਰ ਸ਼ਬਦ ਹੁੰਦਾ ਹੈ, ਇੱਕ ਵਚਨੀ, ਇੱਕ ਵਚਨ ਹੁੰਦਾ ਹੈ, ਸਿੰਗੂਲਰ। ਇੱਥੇ ਜਿਨ ਦਾ ਮਤਲਬ ਜਿਨ੍ਹਾਂ ਨੇ ਨਹੀਂ, ਇਹਦਾ ਮਤਲਬ ਹੈ ਜਿਸ ਨੇ। ਜਿਨ ਸੇਵਿਆ ਤਿਨ ਪਾਇਆ ਮਾਨ। ਇੱਥੇ ਤਿੰਨ ਦਾ ਮਤਲਬ ਤਿਨਾਂ ਨੇ ਜਾਂ ਉਹਨਾਂ ਨੇ ਨਹੀਂ, ਤਿਸ ਨੇ, ਉਸ ਨੇ। ਜਿਨਨੇ ਐਸੇ ਰੱਬ ਨੂੰ ਸੇਵਿਆ, ਉਹਨੇ ਮਾਨ ਪਾ ਲਿਆ, ਉਹਨੂੰ ਰੱਬ ਵੱਲੋਂ ਸਤਿਕਾਰ ਮਿਲਿਆ, ਉਹਨੂੰ ਸੰਸਾਰ ਵਿੱਚ ਸਤਿਕਾਰ ਮਿਲਦਾ ਹੈ, ਉਹਨੂੰ ਮਾਣ ਮਿਲਦਾ ਹੈ, ਉਹਨੂੰ ਆਦਰ ਮਿਲਦਾ ਹੈ, ਜਿਹਨੇ ਉਹਨੂੰ ਸੇਵਿਆ। ਤੇ ਸੇਵਿਆ ਦਾ ਮਤਲਬ ਇਹ ਨਹੀਂ ਕਿ ਕਿਤੇ ਬੈਠ ਕੇ ਮਾਲਾ ਫੇਰ ਲਈ। ਸੇਵਿਆ ਦਾ ਮਤਲਬ ਸਿਰਫ ਇੰਨਾ ਨਹੀਂ ਕਿ ਉਹਨੇ ਕਿਤੇ ਬਹਿ ਕੇ ਸਮਾਧੀ ਲਾ ਲਈ। ਸੇਵਿਆ ਦਾ ਮਤਲਬ ਇਹ ਕਦਾਚਿਤ ਨਹੀਂ ਕਿ ਉਹ ਗ੍ਰਸਤੀ ਛੱਡ ਕੇ ਜੰਗਲਾਂ ਵਿੱਚ ਤੁਰ ਗਿਆ, ਬਾਬਾ ਬਣ ਗਿਆ, ਭੋਰਿਆਂ ਵਿੱਚ ਵੜ ਗਿਆ, ਜਾਂ ਉਹਨੇ ਧਾਰਮਿਕ ਪਹਿਨਾਵਾ ਪਹਿਨ ਲਿਆ, ਜਾਂ ਐਸਾ। ਇਹਦਾ ਮਤਲਬ ਸੇਵਿਆ ਨਹੀਂ ਹੈ। ਸੇਵਿਆ ਦਾ ਮਤਲਬ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਕਿਉਂਕਿ ਸਚਿਆਰ ਹੋਣ ਲਈ ਜ਼ਰੂਰੀ ਹੈ ਨਾ, ਇਹਨਾਂ ਚੀਜ਼ਾਂ ਨੂੰ ਅਸੀਂ ਰਿਲੇਟ ਕਰਕੇ ਵੇਖਣਾ ਹੈ। ਸੇਵਿਆ ਦਾ ਮਤਲਬ ਹੈ ਰਜਾ ਦੇ ਅੰਦਰ ਤੁਰਨਾ, ਹੁਕਮ ਵਿੱਚ ਤੁਰਨਾ। ਯਾਨੀ ਜੇ ਅਸੀਂ ਸੌਖਾ ਸਮਝਣਾ ਚਾਹੀਏ ਤਾਂ ਜੋ ਵੇ ਆਫ ਲਾਈਫ ਸ੍ਰੀ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਨੂੰ ਦੇ ਰਹੀ ਹੈ, ਉਸ ਵੇ ਆਫ ਲਾਈਫ ਨੂੰ ਅਪਣਾਣਾ, ਕੁਦਰਤ ਦੇ ਨਿਯਮਾਂ ਨੂੰ ਸਮਝਣਾ ਔਰ ਇਸ ਲਾਅ ਆਫ ਨੇਚਰ ਨੂੰ ਸਮਝ ਕੇ ਇਹਦੇ ਮੁਤਾਬਕ ਜ਼ਿੰਦਗੀ ਜੀਣੀ, ਗੁਰਮਤਿ ਆਸ਼ੇ ਅਨੁਸਾਰ ਜੀਵਨ ਜੀਣਾ, ਉਹਨੂੰ ਫਿਰ ਮਾਣ ਮਿਲਦਾ ਹੈ। ਦੇਖੋ, ਸਾਇੰਸ ਦੀ ਦੁਨੀਆ ਵਿੱਚ ਜਿਨ੍ਹਾਂ ਨੇ ਰੱਬ ਦੀ ਰਜ਼ਾ ਨੂੰ ਸਮਝਿਆ, ਕੁਦਰਤ ਦੇ ਨਿਯਮਾਂ ਨੂੰ ਸਮਝਿਆ, ਉਹਨਾਂ ਨੇ ਖੋਜਾਂ ਕੀਤੀਆਂ ਬੜੀਆਂ ਵੱਡੀਆਂ, ਉਹਨਾਂ ਨੂੰ ਮਾਣ ਮਿਲਿਆ। ਰਾਜਨੀਤੀ ਦੀ ਦੁਨੀਆ ਵਿੱਚ ਜਿਨ੍ਹਾਂ ਨੇ ਰੱਬ ਦੀ ਰਜ਼ਾ ਨੂੰ ਸਮਝਿਆ, ਰੱਬ ਦੇ ਭਾਣੇ ਵਿੱਚ ਰਹੇ, ਜਿਨ੍ਹਾਂ ਨੇ ਸ਼ੁਭ ਗੁਣਾਂ ਨੂੰ ਧਾਰਨ ਕੀਤਾ, ਰਾਜਨੀਤੀ ਦੀ ਦੁਨੀਆ ਵਿੱਚ ਉਹਨਾਂ ਨੂੰ ਮਾਣ ਮਿਲਿਆ। ਸਮਾਜ ਦੇ ਅੰਦਰ ਸਮਾਜਿਕ ਜ਼ਿੰਦਗੀ, ਸੋਸ਼ਲ ਲਾਈਫ ਜੀਂਦਿਆਂ ਹੋਇਆਂ ਜੋ ਰੱਬੀ ਰਜ਼ਾ ਦੇ ਅੰਦਰ ਤੁਰੇ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵੀ, ਉਹਨਾਂ ਨੂੰ ਮਾਣ ਮਿਲਿਆ। ਪਰਿਵਾਰ ਦੇ ਅੰਦਰ ਵੀ ਉਹਨਾਂ ਨੂੰ ਆਦਰ ਮਿਲਿਆ। ਤੇ ਨਿੱਜੀ ਤੌਰ ਤੇ ਜਿਹੜੇ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਹਨ, ਜਦੋਂ ਉਹ ਆਪਣੇ ਅੰਦਰ ਝਾਤ ਮਾਰਦੇ ਨਾ ਨਿਰਪੱਖ ਹੋ ਕੇ, ਤੇ ਉਹਨਾਂ ਨੂੰ ਆਪਣੇ ਅੰਦਰੋਂ ਵੀ ਸੰਤੁਸ਼ਟੀ ਮਿਲਦੀ ਹੈ ਕਿ ਮੈਂ, ਸ਼ੁਕਰ ਹੈ ਕਿ ਮੈਂ ਕੋਈ ਵਿਕਾਰ ਨਹੀਂ ਕਮਾਇਆ। ਐਵੇਂ ਹੀ ਨਾ ਮੋਹ ਦੇ ਵਿੱਚ ਫਸ ਕੇ ਬੰਦਾ ਕਹੀ ਜਾਵੇ ਕਿ ਹੋਵੇ ਵਿਕਾਰੀ ਤੇ ਕਵੇ ਮੇਰੀ ਤੇ ਕੋਈ ਗਲਤੀ ਨਹੀਂ। ਆਪਣੀਆਂ ਗਲਤੀਆਂ ਨੂੰ ਛੁਪਾਉਣ ਵਾਸਤੇ ਕਈ ਸਾਰੀਆਂ ਮਿਸਾਲਾਂ ਬੰਦਾ ਦੇਵੇ, ਫੁਲਾਂ ਵੀ ਤੇ ਕਰਦਾ ਹੈ, ਉਹ ਵੀ ਤੇ ਕਰਦਾ ਹੈ, ਐਵੇਂ ਤੇ ਦੁਨੀਆ ਚੱਲਦੀ ਨਹੀਂ ਨਾ। ਐਵੇਂ ਨਾ, ਬਿਲਕੁਲ ਸਚਿਆਰ ਜ਼ਮੀਰ ਦੀ ਆਵਾਜ਼ ਦੇ ਨਾਲ ਉਹਨੂੰ ਆਪਣੇ ਅੰਦਰੋਂ ਵੀ ਸੰਤੁਸ਼ਟੀ ਮਿਲਦੀ ਹੈ, ਉਹਨੂੰ ਪਰਿਵਾਰ ਵਿੱਚ ਵੀ ਮਾਣ ਮਿਲਦਾ ਹੈ, ਉਹਨੂੰ ਪਿੰਡ, ਸ਼ਹਿਰ, ਨਗਰ ਵਿੱਚ ਵੀ ਮਾਣ ਮਿਲਦਾ ਹੈ, ਉਹਨੂੰ ਜ਼ਿਲ੍ਹੇ, ਸਟੇਟ, ਦੇਸ਼ ਵਿੱਚ ਵੀ ਮਾਣ ਮਿਲਦਾ ਹੈ, ਉਹਨੂੰ ਵਿਦੇਸ਼ਾਂ ਵਿੱਚ ਵੀ, ਸਾਰੇ ਸੰਸਾਰ ਵਿੱਚ, ਰੱਬੀ ਦਰਗਾਹ ਵਿੱਚ, ਯਾਨੀ ਜਿੱਥੇ ਵੀ ਜਾਏਗਾ ਉਹ ਮਾਣ ਮਿਲੇਗਾ। ਜਹ ਜਾਈਏ ਕਹਾਂ ਸੁਹਿਲੇ, ਇਹਨੂੰ ਮਾਣ ਮਿਲੇਗਾ ਜਿਨ ਸੇਵਿਆ, ਜਿਸਨੇ ਰੱਬ ਦੀ ਰਜ਼ਾ ਵਿੱਚ ਜ਼ਿੰਦਗੀ ਜੀਵੀ, ਜੋ ਉਹਦੇ ਹੁਕਮ ਰਜ਼ਾ ਦੇ ਅੰਦਰ ਤੁਰਿਆ। ਤਾਂ ਹੁਣ ਦੇਖੋ, ਹਰ ਇਨਸਾਨ ਮਾਣ ਪਾਣਾ ਚਾਹੁੰਦਾ ਹੈ ਨਾ, ਮੈਨੂੰ ਆਦਰ ਮਿਲੇ, ਮੈਨੂੰ ਸਤਿਕਾਰ ਮਿਲੇ, ਜਿੱਥੇ ਮੈਂ ਜਾਵਾਂ ਮੈਨੂੰ ਲੋਕ ਜੀ ਆਇਆਂ ਕਹਿਣ, ਮੈਨੂੰ ਪਿਆਰ ਦੇ ਨਾਲ ਬਿਠਾਣ, ਪਿਆਰ ਦੇ ਨਾਲ ਬੁਲਾਣ, ਮੈਨੂੰ ਆਦਰ ਮਿਲੇ। ਤਾਂ ਉਹਦੇ ਵਾਸਤੇ ਹੁਣ ਸਾਡੇ ਕੋਲ ਇੱਕੋ ਹੀ ਸਾਧਨ ਹੈ, ਹੁਕਮ ਰਜ਼ਾਈ ਚੱਲਣਾ। ਜਿਨ ਸੇਵਿਆ,
ਜਿਹੜਾ ਉਹਨੂੰ ਸੇਵੇਗਾ ਕਿਹਨੂੰ? ਜਿਹੜਾ ਆਪੇ ਆਪ ਹੈ, ਜਿਹੜਾ ਮਾਇਆ ਦੀ ਮੈਲ ਤੋਂ ਰਹਿਤ ਹੈ, ਜਿਹਨੂੰ ਸਥਾਪਨ ਨਹੀਂ ਕੀਤਾ ਜਾ ਸਕਦਾ, ਜਿਹਨੂੰ ਪੈਦਾ ਨਹੀਂ ਕੀਤਾ ਜਾ ਸਕਦਾ, ਜੋ ਸੰਸਾਰ ਦੇ ਕਣ ਕਣ ਦੇ ਅੰਦਰ ਸਮਾਇਆ ਹੈ, ਉਹਨੂੰ ਮਾਣ ਮਿਲੇਗਾ। ਜਿਹੜਾ ਸਾਰਿਆਂ ਦੇ ਵਿੱਚ ਵਸਦੇ ਉਸ ਰੱਬ ਨੂੰ ਵੇਖੇਗਾ, ਉਹਨੂੰ ਮਾਣ ਮਿਲੇਗਾ। ਤੇ ਜਿਹੜਾ ਫੋਟੋ ਅੱਗੇ ਰੱਖ ਕੇ ਖੀਰ ਤੇ ਭੋਗ ਲਵਾ ਕੇ ਤੇ ਆਖੇ ਮੈਨੂੰ ਮਾਣ ਮਿਲੇ, ਤੇ ਖੀਰ ਵੀ ਬਣਾਈ ਹੋਏ ਮੱਝ ਕਿਸੇ ਦੀ ਚੋਰੀ ਕਰਕੇ, ਐਵੇਂ ਮਾਣ ਥੋੜਾ ਮਿਲੇ। ਮੂਰਤੀ ਅੱਗੇ ਰੱਖਾ ਹੋਵੇ ਫੁੱਲ, ਤੇ ਫੁੱਲ ਤੋੜੇ ਹੁਣ ਗੁਆਂਢੀਆਂ ਦੇ ਪਾਰਕ ਚੋਂ ਚੋਰੀ, ਤੇ ਕਵੇ ਕਿ ਮੈਨੂੰ ਮਾਣ ਮਿਲੇ, ਐਵੇਂ ਨਹੀਂ। ਉਹਨੂੰ ਸੇਵਣਾ ਜਿਹੜਾ ਹਰ ਸਰੀਰ ਦੇ ਅੰਦਰ ਸਮਾਇਆ ਹੈ, ਹਰ ਥਾਂ ਤੇ ਬੈਠਾ ਹੈ, ਹਰ ਇੱਕ ਦੇ ਅੰਦਰ ਉਸ ਪ੍ਰਭੂ ਨੂੰ ਅਨੁਭਵ ਕਰੇ ਔਰ ਉਹਦੇ ਰਜਾ ਦੇ ਅੰਦਰ, ਭਾਣੇ ਦੇ ਅੰਦਰ ਤੁਰੇ। ਇਸ ਲਈ ਗੁਰਦੇਵ ਪਾਤਸ਼ਾਹ ਹੁਣ ਸਾਨੂੰ ਸਮਝਾ ਰਹੇ ਨੇ, ਨਾਨਕ ਗਾਵੀਐ ਗੁਣੀ ਨਿਧਾਨ, ਨਾਨਕ ਤੇ ਰੁਕ ਜਾਣਾ ਹੈ। ਹੇ ਨਾਨਕ, ਗਾਵੀਏ ਦਾ ਮਤਲਬ ਗਾਉਣਾ ਚਾਹੀਦਾ ਹੈ, ਗਾਣਾ ਚਾਹੀਦਾ ਮਤਲਬ ਸਿਫਤ ਸਲਾਹ ਕਰਨੀ ਚਾਹੀਦੀ ਹੈ। ਗਾਵੀਏ ਦਾ ਮਤਲਬ ਇਹ ਨਹੀਂ ਸਿਰਫ ਢੋਲਕੀ ਵਾਜੇ ਨਾਲ ਹੀ ਗਾਣਾ ਹੈ, ਹਾਰਮੋਨੀਅਮ ਤਬਲੇ ਨਾਲ ਹੀ ਗਾਣਾ ਹੈ। ਹੁਣ ਕੀਰਤਨ ਕਰਨਾ ਬਹੁਤ ਚੰਗੀ ਦਾਤ ਹੈ, ਕੀਰਤਨ ਸੁਣਨਾ, ਕੀਰਤਨ ਕਰਨਾ, ਪਰ ਹੁਣ ਸਾਰੇ ਨਹੀਂ ਨਾ ਗਾ ਸਕਦੇ। ਹੁਣ ਮੈਂ ਕੀਰਤਨ ਨਹੀਂ ਕਰ ਸਕਦਾ ਜਾਂ ਤੁਹਾਡੇ ਵਿੱਚੋਂ ਕੋਈ ਨਹੀਂ ਕਰ ਸਕਦਾ, ਤਾਂ ਫਿਰ ਉਹ ਕੀ ਕਰੇਗਾ? ਗਾਵੀਏ ਦਾ ਮਤਲਬ ਹੈ ਰੱਬ ਦੇ ਗੁਣਾਂ ਨੂੰ ਮਨ ਵਿੱਚ ਵਸਾਣਾ, ਰੱਬ ਦੇ ਗੁਣਾਂ ਵਾਲੇ ਬੋਲ ਬੋਲਣੇ ਔਰ ਰੱਬ ਦੇ ਗੁਣਾਂ ਵਾਲੀ ਜ਼ਿੰਦਗੀ ਜੀਣੀ, ਪ੍ਰੈਕਟੀਕਲ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰਨਾ, ਉਹਦੇ ਰਜਾ ਦੇ ਵਿੱਚ ਤੁਰਨਾ, ਸਿਫਤ ਸਲਾਹ ਕਰਨੀ। ਕਿਹਦੀ? ਗਾਵੀਐ, ਕਿਹਨੂੰ ਗਾਉਣਾ ਹੈ? ਗੁਣੀ ਨਿਧਾਨ, ਨਿਧਾਨ ਦਾ ਮਤਲਬ ਖਜ਼ਾਨਾ, ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦਾ ਖਜ਼ਾਨਾ, ਗੁਣਾਂ ਦੀ ਖਾਨ, ਗੁਣਾਂ ਦਾ ਸਾਗਰ। ਤਾਂ ਰੱਬ ਕੌਣ ਹੋਇਆ? ਜੋ ਗੁਣਾਂ ਦਾ ਸਾਗਰ ਹੈ। ਉਸ ਗੁਣਾਂ ਦੇ ਸਾਗਰ ਦੇ ਗੁਣਾਂ ਨੂੰ ਅਸੀਂ ਅਪਣਾਉਣਾ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣ ਕਹੇ ਗੁਣੀ ਸਮਾਵਣਿਆ, ਗੁਣ ਗਾਉਣ ਵਾਲਾ ਗੁਣੀ ਦੇ ਵਿੱਚ ਹੀ ਸਮਾ ਜਾਂਦਾ ਹੈ, ਗੁਣੀ ਦਾ ਰੂਪ ਹੀ ਹੋ ਜਾਂਦਾ ਹੈ। ਦੇਖੋ ਭਾਈ ਲਹਿਣਾ ਜੀ ਨੇ ਗੁਣ ਗਾਏ ਨਾ, ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਪੜ੍ਹਿਆ, ਸਿੱਖਿਆ, ਸੁਣਿਆ, ਗਾਵਿਆ, ਅਪਣਾਇਆ, ਤੇ ਭਾਈ ਲਹਿਣਾ ਨਾ ਰਹਿ, ਗੁਰੂ ਦਾ ਰੂਪ ਹੋ ਗਏ, ਗੁਰੂ ਅੰਗਦ ਦੇਵ ਬਣ ਗਏ। ਤਾਂ ਗਾਉਣਾ ਚਾਹੀਦਾ ਸਾਨੂੰ, ਸਿਫਤ ਸਲਾਹ ਕਰਨੀ ਚਾਹੀਦੀ ਹੈ। ਤੇ ਇਹਦਾ ਮਤਲਬ ਇਹ ਨਹੀਂ ਕਿ ਇੱਕ ਥਾਂ ਤੇ ਬਹਿ ਕੇ ਤੁਸੀਂ ਸਿਫਤ ਸਲਾਹ ਗਾਓ। ਜੇ ਕਿਤੇ ਬੈਠੇ ਹੋ ਦੋ ਭੈਣ ਵੀਰਾਂ, ਤਾਂ ਉੱਥੇ ਵੀ ਤੁਸੀਂ ਸਿਫਤ ਸਲਾਹ ਕਰ ਸਕਦੇ ਹੋ। ਹਰ ਥਾਂ ਤੇ ਅਸਾਂ ਗੁਣਾਂ ਦੇ ਧਾਰਨੀ ਹੋਣਾ ਹੈ, ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਬੇਸ ਬਣਾਉਣਾ ਹੈ। ਜੇ ਪਰਿਵਾਰ ਵਿੱਚ ਜ਼ਿੰਦਗੀ ਜੀ ਰਹੇ ਹੋ ਤਾਂ ਸਤ ਸੰਤੋਖ ਦਇਆ ਧਰਮ ਧੀਰਜ ਇਹਨਾਂ ਗੁਣਾਂ ਦੇ ਧਾਰਨੀ ਹੋਵੋ। ਜੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਦੇ ਨਾਲ ਮਿਲਦੇ ਹੋ ਤੇ ਉਹ ਮਿਲਾਪ ਸਾਡਾ ਗੁਣਾਂ ਦੇ ਉੱਤੇ ਬੇਸਡ ਹੋਵੇ। ਜੇ ਰਾਜਨੀਤਿਕ ਦੁਨੀਆ ਵਿੱਚ ਹੋ ਤਾਂ ਉੱਥੇ ਗੁਣਾਂ ਅਨੁਸਾਰ ਜ਼ਿੰਦਗੀ ਜੀਵੋ। ਜੇ ਧਰਮ ਦੀ ਦੁਨੀਆ ਵਿੱਚ ਹੋ ਤਾਂ ਗੁਣਾਂ ਨੂੰ ਅਪਣਾਓ। ਜੇ ਕਿਸੇ ਦੁਕਾਨ ਤੇ ਬੈਠੇ ਹੋ ਨਾ ਤਾਂ ਉੱਥੇ ਗੁਣਾਂ ਵਾਲੀ ਜ਼ਿੰਦਗੀ, ਸੱਚ ਨੂੰ ਬੇਸ ਬਣਾਓ। ਜੇ ਕੋਈ ਗ੍ਰਾਹਕ ਆਇਆ ਉਹਦੇ ਨਾਲ ਪਿਆਰ ਨਾਲ ਬੋਲੋ, ਤੇ ਜੇ ਤੁਸੀਂ ਕਿਸੇ ਦੁਕਾਨ ਤੇ ਸੌਦਾ ਖਰੀਦਣ ਗਏ ਹੋ ਤਾਂ ਜਿਹੜਾ ਦੁਕਾਨਦਾਰ ਹੈ ਉਹਦੇ ਨਾਲ ਪਿਆਰ ਨਾਲ ਪੇਸ਼ ਆਵੋ। ਗੁਣਾਂ ਦਾ ਵਰਤਾਵ, ਵਪਾਰ ਦੇ ਵਿੱਚ ਗੁਣਾਂ ਦਾ ਵਰਤਾਵ, ਤੇ ਐਸਾ ਹੋ ਸਕਦਾ ਹੈ। ਸਿੰਪਲ ਗੱਲ ਹੈ। ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ, ਵਿੱਚੇ ਹੋਵੇ ਮੁਕਤ। ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ, ਦੁਨਿਆਵੀ ਕਾਰ ਕਰਦਿਆਂ, ਆਪਣੇ ਫਰਜ਼ਾਂ ਨੂੰ ਨਿਭਾਉਂਦਿਆਂ ਸੱਚ ਨੂੰ ਬੇਸ ਬਣਾ ਲਓ ਤੇ ਮੁਕਤੀ ਪਾ ਲਓ। ਸਿੰਪਲ ਗੱਲ, ਸਾਧਾਰਨ ਗੱਲ, ਬਿਲਕੁਲ ਸਾਡੇ ਸਮਝ ਦੇ ਵਿੱਚ ਆਉਣ ਵਾਲੀ ਗੱਲ, ਔਰ ਇਹਨੂੰ ਅਸੀਂ ਸਾਰੇ ਅਪਣਾ ਸਕਦੇ ਹਾਂ। ਨਾਨਕ ਗਾਵੀਐ ਗੁਣੀ ਨਿਧਾਨ, ਸਿਫਤ ਸਲਾਹ ਕਰੋ, ਗੁਣਾਂ ਦੀ ਗੱਲ ਕਰੋ, ਵਿਕਾਸ ਦੀ ਗੱਲ ਕਰੋ, ਵਿਕਾਸਸ਼ੀਲ ਬਣੇ ਰਹੋ। ਤੇ ਨਾਲ ਕੀ ਕਰੋ ਵੀ ਨਿਰਾ ਗਾਉਂਦੇ ਹੀ ਨਾ ਰਹੋ। ਹੁਣ ਕਈ ਵਾਰੀ ਹੁੰਦਾ ਨਾ, ਬੰਦਾ ਗੱਲ ਤਾਂ ਗੁਣਾਂ ਦੀ ਕਰੀ ਜਾਂਦਾ ਹੈ। ਜਿਵੇਂ ਮੈਂ ਹੁਣ ਤੁਹਾਡੇ ਨਾਲ ਵਿਚਾਰ ਕਰ ਰਿਹਾ ਤਾਂ ਗੱਲਾਂ ਤਾਂ ਬੜੀਆਂ ਸੋਹਣੀਆਂ ਕਰ ਰਿਹਾ, ਪਰ ਹੋ ਸਕਦਾ ਮੇਰੇ ਮਨ ਦੇ ਵਿੱਚ ਵਿਕਾਰ ਹੋਵੇ, ਮੇਰਾ ਵਿਹਾਰ ਐਸਾ ਨਾ ਹੋਵੇ।
ਤਾਂ ਫਿਰ ਇਹ ਗੱਲਾਂ ਕੀਤੀਆਂ ਤਾਂ ਵਿਅਰਥ ਹੋ ਗਈਆਂ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ ਗਾਵੀਏ, ਗਾਉਣਾ ਚਾਹੀਦਾ ਹੈ, ਗੱਲਾਂ ਗੁਣਾਂ ਵਾਲੀਆਂ ਕਰਨੀਆਂ ਚਾਹੀਦੇ ਨੇ, ਬਚਨ ਗੁਣਾਂ ਵਾਲੇ ਹੋਣ। ਮਿੱਠੇ ਬੋਲ ਬੋਲੋ, ਇੱਕਾ ਨਾ ਗਾ ਲਾਏ, ਸਭਨਾ ਮੈਂ ਸੱਚਾ ਧਨੀ, ਕਿਆਓ ਨਾ ਕਹਿ ਹੀ ਠਾਹੇ, ਮਾਨਕ ਸਭ ਅਮੁੱਲ ਵੇ, ਅਮੁੱਲਕ ਮਾਨਕ ਨੇ ਸਾਰੇ, ਬੜੇ ਕੀਮਤੀ ਨੇ ਸਾਰੇ ਸਰੀਰ, ਕਿਉਂਕਿ ਹਰ ਸਰੀਰ ਦੇ ਅੰਦਰ ਦਾਤੇ ਦੀ ਜੋਤ ਹੈ ਨਾ, ਉਹਦਾ ਰੂਪ ਹੈ। ਹਰ ਬੰਦਾ ਕੀਮਤੀ ਹੈ, ਹਰ ਇੱਕ ਦੇ ਨਾਲ ਪਿਆਰ ਵਾਲੀ ਗੱਲ। ਜੇ ਤੋ ਪ੍ਰਿਆ ਦੀ ਸਿੱਖ, ਕਿਆਓ ਨਾ ਠਾਹੇ ਕਹੀਦਾ, ਜੇ ਤੈਨੂੰ ਰੱਬ ਦੇ ਨਾਲ ਮਿਲਣ ਦੀ ਚਾਹਤ ਹੈ ਤਾਂ ਕਿਸੇ ਦੇ ਦਿਲ ਨਾ ਦੁਖਾ। ਜਿੰਨੇ ਪ੍ਰੇਮ ਦੇ ਨਾਲ ਬੰਦਾ ਦੂਜੀਆਂ ਔਰਤਾਂ ਦੇ ਨਾਲ ਗੱਲ ਜਿੰਨੇ ਪ੍ਰੇਮ ਨਾਲ ਕਰਦਾ ਨਾ, ਪ੍ਰੇਮ ਦੇ ਨਾਲ, ਉਹਦੇ ਤੋਂ ਅੱਧੇ ਪ੍ਰੇਮ ਨਾਲ ਵੀ ਜੇ ਆਪਣੀ ਘਰਵਾਲੀ ਨਾਲ ਗੱਲ ਕਰੇ ਤਾਂ ਮੇਰੇ ਖਿਆਲ 'ਚ ਕਦੇ ਕਲੇਸ਼ ਨਾ ਹੋਵੇ। ਤੇ ਜਿੰਨੇ ਪਿਆਰ ਦੇ ਨਾਲ ਔਰਤਾਂ ਦੂਜੇ ਬੰਦੇ ਨਾਲ ਗੱਲ ਕਰਦੀਆਂ ਨੇ, ਇੰਨੇ ਅੱਧੇ ਪਿਆਰ ਨਾਲ ਵੀ ਘਰ ਵਾਲੇ ਨਾਲ ਗੱਲ ਕਰਨ ਤੇ ਕਦੇ ਕਲੇਸ਼ ਨਾ ਹੋਵੇ। ਇਹ ਸਾਰਿਆਂ ਦੇ ਉੱਤੇ ਲਾਗੂ ਹੈ। ਜਿੰਨੇ ਪਿਆਰ ਨਾਲ ਅਸੀਂ ਕਿਸੇ ਦੇ ਬੱਚੇ ਨੂੰ ਬੁਲਾਉਂਦੇ ਆ ਤੇ ਉਹਨੇ ਪਿਆਰ ਨਾਲ ਆਪਣੇ ਬੱਚੇ ਨੂੰ ਵੀ ਚੁੱਕੀਏ। ਜਿੰਨੇ ਪਿਆਰ ਨਾਲ ਬੱਚਾ ਦੂਜੇ ਕਿਸੇ ਬਜ਼ੁਰਗ ਨੂੰ ਆਪਣੇ ਪਿਓ ਨੂੰ, ਕਹਿਣ ਤੋਂ ਭਾਵ ਕਿ ਪਿਆਰ ਦੇ ਨਾਲ ਬਚਨ ਕੀਤੇ ਜਾ ਸਕਦੇ ਨੇ ਹਰ ਥਾਂ ਦੇ ਉੱਤੇ। ਗਾਵੀਏ, ਸੁਣੀਏ, ਰੱਬ ਦੀ ਸਿਫਤ ਸਲਾਹ ਸੁਣਨੀ ਵੀ ਚਾਹੀਦੀ ਹੈ। ਸੁਣੋ, ਕਿਉਂਕਿ ਜੈਸਾ ਬੋਲੋਗੇ ਵੈਸੇ ਹੋ ਜਾਓਗੇ, ਜੈਸਾ ਸੁਣੋਗੇ ਵੈਸਾ ਹੋ ਜਾਓਗੇ। ਸੁਣਨਾ ਜ਼ਿੰਦਗੀ ਦੇ ਅੰਦਰ ਸਭ ਤੋਂ ਕੀਮਤੀ ਹੈ। ਜਿਨ੍ਹਾਂ ਨੂੰ ਸੁਣਦਾ ਨਹੀਂ ਨਾ, ਜੰਮਦੇ ਬੱਚਿਆਂ ਨੂੰ, ਜਿਹੜੇ ਬੋਲੇ ਹੁੰਦੇ ਨੇ, ਉਹ ਗੂੰਗੇ ਵੀ ਹੁੰਦੇ ਨੇ, ਬੋਲ ਵੀ ਨਹੀਂ ਪਾਉਂਦੇ, ਕਿਉਂਕਿ ਕੰਨਾਂ ਵਿੱਚ ਆਵਾਜ਼ ਹੀ ਨਹੀਂ ਪਈ। ਜੋ ਸੁਣੋਗੇ ਉਹ ਬੋਲੋਗੇ ਵੀ। ਦੇਖੋ, ਅੱਜ ਤੱਕ ਅਸੀਂ ਕਰਮ ਕਾਂਡਾਂ ਦੀਆਂ ਗੱਲਾਂ ਸੁਣੀਆਂ। ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਤੇ ਸਾਨੂੰ ਮਾਤਾ ਨੇ ਦੇਣਾ ਵੀ ਆ ਜਾਓ ਉੱਥੇ ਪੀਰ ਤੇ ਦੀਵਾ ਜਗਾਇਆ। ਉਹ ਰਾਜਸਥਾਨ ਵਿੱਚ ਹੁੰਦੇ ਸਾਂ ਤੇ ਉੱਥੇ ਪੀਰ ਦੀ ਕਬਰ ਸੀ। ਪ੍ਰਚਾਰਕ ਕਦੇ ਕੋਈ ਉਧਰ ਗਿਆ ਨਹੀਂ ਸੀ। ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਉਧਰ ਪ੍ਰਚਾਰਕ ਕੋਈ ਵੇਖਿਆ ਨਹੀਂ, ਪਛੜਿਆ ਏਰੀਆ ਸੀ, ਲੇਕਿਨ ਲੋਕ ਬੜੇ ਚੰਗੇ ਸਨ, ਇਮਾਨਦਾਰੀ ਸੀ, ਸਾਰਾ ਕੁਛ। ਤੇ ਪੀਰ ਤੇ ਅਸੀਂ ਦੀਵਾ ਜਗਾਉਣ, ਮੈਂ ਖੁਦ ਵੀ ਜਾਂਦਾ ਰਿਹਾ ਬੱਚਾ ਹੁੰਦਾ, ਤੇ ਬੜੀ ਖੁਸ਼ੀ ਹੁੰਦੀ ਸੀ ਪੀਰ ਤੇ ਦੀਵਾ ਜਗਾਉਣ ਲਈ, ਕਿਉਂਕਿ ਉੱਥੇ ਪਤਾਸੇ ਮਿਲ ਜਾਂਦੇ ਸਨ ਤੇ ਜਾਣਿਆਂ ਨੂੰ ਪਤਾਸੇ ਚਾਹੀਦੇ ਨੇ। ਸਾਨੂੰ ਜੋਤਸ਼ੀ ਦੀਆਂ ਗੱਲਾਂ ਸੁਣੀਆਂ ਵੀ ਜੋਤਿਸ਼ ਹੁੰਦੀ ਹੈ, ਕਿਸਮਤ ਹੁੰਦੀ ਹੈ। ਬਾਬਿਆਂ ਦੀਆਂ ਗੱਲਾਂ ਸੁਣੀਆਂ ਵੀ ਇਹ ਵਾਰ ਦੇ ਦਿੰਦੇ ਨੇ, ਸਰਾਫ ਦੇ ਦਿੰਦੇ ਨੇ, ਜੇ ਕਿਸੇ ਨੂੰ ਸੇਬ ਦੇਣ ਤੇ ਬੱਚੇ ਵੀ ਹੋ ਜਾਂਦੇ ਨੇ। ਜੋਤਾਂ ਜਗਾਈਏ, ਕੁੰਭ ਰੱਖੀਏ, ਨਾਰੀਅਲ ਰੱਖੀਏ, ਤੀਰਥਾਂ ਤੇ ਨਹਾਇਆ ਸਾਡਾ ਭਲਾ ਹੋ ਜਾਂਦਾ। ਇਹ ਗੱਲਾਂ ਸੁਣੀਆਂ ਨਾ ਅਸੀਂ ਬਾਰ-ਬਾਰ, ਤੇ ਸੁਣ ਸੁਣ ਕੇ ਅਸੀਂ ਐਵੇਂ ਦੇ ਹੋ ਗਏ। ਝੂਠ ਸੁਣੋਗੇ ਤਾਂ ਝੂਠ ਅੰਦਰ ਚਲਾ ਜਾਏਗਾ। ਜੇ ਸੱਚ ਸੁਣੋਗੇ, ਸਿਫਤ ਸਲਾਹ ਸੁਣੋਗੇ ਤਾਂ ਸਿਫਤ ਸਲਾਹ ਅੰਦਰ ਆ ਜਾਏਗੀ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਨੂੰ ਸੁਣਿਆ ਨਾ, ਉਹਨਾਂ ਇਹ ਸਭ ਕਰਮ ਕਾਂਡ ਛੱਡ ਦਿੱਤੇ। ਭਾਈ ਲਹਿਣਾ ਜੀ ਨੇ ਸੁਣਿਆ, ਪਹਿਲਾਂ ਉਹਨੇ ਸੁਣਿਆ ਸੀ ਕਿ ਦੇਵੀ ਤੇ ਜਾਇਆ ਬੜਾ ਆਨੰਦ ਮਿਲਦਾ ਹੈ, ਤਾਂ ਹਰ ਸਾਲ ਜਾਂਦੇ ਸੀ ਜਥਾ ਲੈ ਕੇ। ਪਰ ਜਦੋਂ ਸੱਚ ਸੁਣਾਈ ਪਿਆ ਕੰਨਾਂ 'ਚ, ਝੂਠ ਛੱਡ ਦਿੱਤਾ, ਗੁਰੂ ਹੋ ਗਏ। ਤਾਂ ਗੁਰੂ ਜੀ ਕਹਿੰਦੇ ਨੇ ਸੱਚ ਨੂੰ ਸੁਣੋ, ਜੁਰਤ ਰੱਖੋ ਸੱਚ ਸੁਣਨ ਦੀ। ਸੱਚ ਬੋਲਣਾ ਤਾਂ ਔਖਾ ਹੈ, ਔਖਾ ਹੈ। ਸੱਚ ਬੋਲਣ ਵਾਲਿਆਂ ਨੂੰ ਤੱਤੀ ਤਵੀ ਤੇ ਬਹਿਣਾ ਪੈ ਜਾਂਦਾ, ਤੇ ਸੱਚ ਸੁਣਨਾ ਉਹਦੇ ਨਾਲੋਂ ਵੀ ਔਖਾ ਹੈ। ਸਾਚ ਕਹਿ ਤੇ ਛੋ ਆਵੇ, ਛੋ ਦਾ ਮਤਲਬ ਗੁੱਸਾ। ਜਦੋਂ ਸੱਚ ਕੋਈ ਬੋਲਦਾ ਤੇ ਸੱਚ ਸੁਣ ਕੇ ਝੂਠੇ ਨੂੰ ਗੁੱਸਾ ਆਉਂਦਾ ਹੈ, ਕ੍ਰੋਧ ਦੇ ਨਾਲ ਲਾਲ ਪੀਲਾ ਹੋ ਜਾਂਦਾ ਹੈ, ਗਲ ਪੈਂਦਾ ਹੈ, ਮਾਰਨ ਪੈਂਦਾ ਹੈ, ਪੱਗਾਂ ਲਾਂਦਾ ਹੈ, ਲੱਤਾਂ ਤੋੜਦਾ ਹੈ, ਹਮਲੇ ਕਰਦਾ ਹੈ। ਸਾਚ ਕਹੇ ਸੋ ਵਿਖੇ ਸਮਾਨ, ਸੱਚ ਜੇ ਕੋਈ ਕਹਿੰਦਾ ਨਾ ਤੇ ਸਾਨੂੰ ਜ਼ਹਿਰ ਦੀ ਤਰ੍ਹਾਂ ਕੌੜਾ ਲੱਗਦਾ ਹੈ, ਕਿਉਂਕਿ ਸੱਚ ਸੁਣ ਕੇ ਸਾਡੀ ਮੌਤ ਹੁੰਦੀ ਹੈ ਨਾ। ਮੌਤ ਦਾ ਮਤਲਬ ਇਹ ਨਹੀਂ ਕਿ ਸਰੀਰਕ ਤੌਰ ਤੇ ਕੋਈ ਮਰਦਾ ਹੈ, ਸਾਡੀ ਵਿਚਾਰਧਾਰਾ ਮਰਦੀ ਹੈ, ਸਾਡੀਆਂ ਮਾਨਤਾਵਾਂ ਮਰਦੀਆਂ ਨੇ, ਸਾਨੂੰ ਉਹ ਛੱਡਣੀਆਂ ਪੈਂਦੀਆਂ ਨੇ ਤੇ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਪੈਂਦੀ ਹੈ। ਬੰਦਾ ਇਸ ਚੀਜ਼ ਨੂੰ ਚਾਹੁੰਦਾ ਹੀ ਨਹੀਂ, ਇਸ ਲਈ ਬੰਦੇ ਨੂੰ ਜ਼ਹਿਰ ਵਰਗਾ ਲੱਗਦਾ ਹੈ ਸੱਚ। ਉਹ ਕਿਸੇ ਨੇ ਬਜ਼ੁਰਗ ਤੋਂ ਪੁੱਛਿਆ, ਆਂਦਾ ਬਾਪੂ ਮਿਰਚਾਂ ਕਿਹੜੇ ਮੌਸਮ ਵਿੱਚ ਲੱਗਦੀਆਂ ਨੇ? ਉਹਨੇ ਕਿਤੇ ਮਿਰਚਾਂ ਦੇ ਬੀਜ ਬੀਜਨੇ ਸੀ ਵੀ ਕਿਹੜੇ ਮੌਸਮ ਵਿੱਚ ਲਾਈਦੀਆਂ ਨੇ। ਕਹਿੰਦਾ ਬਾਪੂ ਮਿਰਚਾਂ ਕਿਹੜੇ ਮੌਸਮ ਵਿੱਚ ਲੱਗਦੀਆਂ ਨੇ? ਕਹਿੰਦਾ ਪੁੱਤਰ ਮਿਰਚਾਂ ਦਾ ਕੋਈ ਮੌਸਮ ਨਹੀਂ, ਜਦੋਂ ਸੱਚ ਬੋਲੋ ਉਦੋਂ ਹੀ ਲੱਗ ਪੈਂਦੀਆਂ ਨੇ। ਜਦੋਂ ਸੱਚ ਬੋਲੋ ਮਿਰਚਾਂ ਉਦੋਂ ਹੀ ਲੱਗ ਜਾਂਦੀਆਂ। ਤਾਂ ਸੱਚ ਸੁਣੋ, ਗਾਵੀਏ, ਸੁਣੀਏ। ਸਾਨੂੰ ਸੱਚ ਗਾਉਣਾ ਚਾਹੀਦਾ ਹੈ, ਬੋਲਣਾ ਚਾਹੀਦਾ ਹੈ, ਤੇ ਨਿਰਾ ਸੁਣਦੇ ਔਰ ਬੋਲਦੇ ਹੀ ਨਾ ਰਹੋ। ਮਨ ਰੱਖੀਏ ਭਾਓ,
ਆਪਣੇ ਮਨ ਦੇ ਵਿੱਚ ਪ੍ਰੇਮ ਵੀ ਰੱਖੋ ਰੱਬ ਵਾਸਤੇ। ਪ੍ਰੇਮ ਦੇ ਨਾਲ ਇਹਨਾਂ ਚੀਜ਼ਾਂ ਨੂੰ ਮਨ ਵਿੱਚ ਟਿਕਾ ਲਓ। ਗੁਰੂ ਦੀ ਸਿੱਖਿਆ ਨੂੰ ਪ੍ਰੇਮ ਦੇ ਨਾਲ ਆਪਣੇ ਮਨ ਵਿੱਚ ਵਸਾ ਲਓ। ਮਨ ਦੇ ਅੰਦਰ ਪ੍ਰੇਮ ਪੈਦਾ ਕਰੋ, ਜਿਹੜੇ ਪ੍ਰੇਮ ਦੀ ਅਸੀਂ ਗੱਲ ਪਿੱਛੇ ਕਰ ਰਹੇ ਹਾਂ ਨਾ। ਹੁਣ ਜੇ ਇਸ ਚੀਜ਼ ਨੂੰ ਪਿਛਲੀਆਂ ਗੱਲਾਂ ਨੂੰ ਯਾਦ ਰੱਖੋਗੇ ਨਾ, ਥੋੜਾ ਤੁਸੀਂ ਨੋਟ ਬਣਾਉਂਦੇ ਜਾਓਗੇ, ਪਿਛਲੀਆਂ ਜੋ ਅਸੀਂ ਪੌੜੀਆਂ ਵਿਚਾਰੀਆਂ ਨੇ ਉਹਨਾਂ ਨੂੰ ਯਾਦ ਰੱਖਦੇ ਜਾਓਗੇ, ਤਾਂ ਸਵਾਲ ਆਟੋਮੈਟਿਕਲੀ ਖਤਮ ਹੁੰਦੇ ਜਾਣਗੇ। ਤੇ ਜੇ ਜਪਜੀ ਸਾਹਿਬ ਦੀ ਬਾਣੀ ਖਤਮ ਹੋਣ ਤੋਂ ਬਾਅਦ ਵੀ ਤੁਸੀਂ ਸਵਾਲ ਪੁੱਛੇ ਇਸੇ ਸੰਬੰਧ ਵਿੱਚ, ਤਾਂ ਇਹਦਾ ਮਤਲਬ ਤੁਸੀਂ ਧਿਆਨ ਨਾਲ ਸੁਣਿਆ ਨਹੀਂ, ਅਪਣਾਇਆ ਨਹੀਂ। ਸਵਾਲ ਸਾਰੇ ਖਤਮ ਹੋ ਜਾਣਗੇ, ਕੋਈ ਸਵਾਲ ਨਹੀਂ ਰਹੇਗਾ, ਔਰ ਤੁਸੀਂ ਆਪਣੇ ਆਪ ਨੂੰ ਮੁਕਤ ਅਨੁਭਵ ਕਰੋਗੇ, ਆਪਣੇ ਆਪ ਨੂੰ ਜੀਵਨ ਮੁਕਤ ਅਨੁਭਵ ਕਰੋਗੇ, ਪ੍ਰੇਮ ਦੇ ਮੁਜੱਸਮੇ ਬਣ ਜਾਓਗੇ। ਇਹ ਗਾਰੰਟੀ ਹੈ ਜੇ ਕੋਈ ਅਪਣਾਏਗਾ। ਗਾ ਵੀ ਹੈ, ਸੁਣੀਏ, ਮਨ ਰੱਖੀਏ ਭਾਓ। ਮਨ ਦੇ ਅੰਦਰ ਪ੍ਰੇਮ ਰੱਖਣਾ ਚਾਹੀਦਾ ਗੁਰੂ ਦੀ ਬਾਣੀ ਲਈ, ਗੁਰੂ ਦੇ ਸਿਧਾਂਤਾਂ ਲਈ, ਰੱਬ ਦੇ ਗੁਣਾਂ ਲਈ, ਰੱਬ ਦੀ ਰਜ਼ਾ ਲਈ। ਤੇ ਜਿਹਦੇ ਨਾਲ ਪ੍ਰੇਮ ਹੋਵੇ ਉਹਦੇ ਵਾਸਤੇ ਤੇ ਸਮਰਪਣ ਕਰੀਦਾ ਨਾ। ਦੇਖੋ ਪ੍ਰੇਮ ਦੀ ਪਰਿਭਾਸ਼ਾ ਕੀ ਲਿਖਾਈ ਸੀ ਮੈਂ ਤੁਹਾਨੂੰ, ਯਾਦ ਹੈ ਕਿਸੇ ਨੂੰ? ਹੱਥ ਖੜਾ ਕਰੋਗੇ। ਕਿਹਨੂੰ ਕਿਹਨੂੰ ਯਾਦ ਹੈ ਪ੍ਰੇਮ ਦੀ ਪਰਿਭਾਸ਼ਾ? ਹੱਥ ਖੜਾ ਕਰੋਗੇ। ਓਕੇ, ਵੈਰੀ ਗੁੱਡ। 2 3 ਹਾਂ 4। ਹੁਣ ਦੇਖੋ ਵਧੀਆ ਗੱਲ ਹੈ, ਸ਼ੁਭ ਔਰ ਨਿਸਵਾਰਥ ਭਾਵਨਾਵਾਂ ਦੇ ਨਾਲ ਕੀਤੇ ਹੋਏ ਆਤਮ ਸਮਰਪਣ ਦਾ ਨਾਮ ਪ੍ਰੇਮ ਹੈ। ਤੇ ਹੁਣ ਰੱਖੀਏ ਭਾਵ ਦਾ ਮਤਲਬ ਰੱਬ ਅੱਗੇ ਸਮਰਪਣ ਕਰ ਦਿਓ। ਪ੍ਰਭੂ ਦੇ ਇਹਨਾਂ ਗੁਣਾਂ ਨੂੰ ਸਮਰਪਣ ਦੇ ਨਾਲ ਸੁਣੋ, ਸਮਰਪਣ ਦੇ ਨਾਲ ਗਾਓ, ਉਹਨਾਂ ਦੇ ਉੱਤੇ ਅਮਲ ਕਰੋ, ਆਪਣੇ ਮਨ ਦੇ ਅੰਦਰ ਪਿਆਰ ਟਿਕਾ ਲਓ। ਤੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਵੀ ਜਿਹੜਾ ਉਸ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ ਨੂੰ ਸੇਵੇਗਾ, ਜਿਹੜਾ ਉਹਦੇ ਗੁਣ ਗਾਏਗਾ ਉਹਨੂੰ ਮਾਣ ਮਿਲੇਗਾ, ਜਿਹੜਾ ਰੱਬ ਦੇ ਗੁਣਾਂ ਨੂੰ ਬੋਲੇਗਾ, ਗਾਏਗਾ, ਸੁਣੇਗਾ, ਮਨ ਵਿੱਚ ਪ੍ਰੇਮ ਧਾਰਨ ਕਰ ਲਵੇਗਾ, ਅਮਲ ਕਰੇਗਾ, ਉਹਨੂੰ ਮਿਲੇਗਾ ਕੀ? ਕਿਉਂਕਿ ਸਾਡੀ ਦੁਨੀਆ ਵਪਾਰ ਵਾਲੀ ਹੈ ਨਾ। ਅਸੀਂ ਕੋਈ ਚੀਜ਼ ਦੁਕਾਨ ਤੇ ਦਿੰਨੇ ਆ, ਵੇਚਦੇ ਆ, ਸਾਨੂੰ ਪੈਸੇ ਮਿਲਦੇ ਨੇ। ਅਸੀਂ ਦੁਕਾਨ ਤੇ ਪੈਸੇ ਦਿੰਨੇ ਆ, ਸਾਨੂੰ ਕੋਈ ਚੀਜ਼ ਮਿਲਦੀ ਹੈ, ਅਸੀਂ ਕਹਿੰਦੇ ਆ ਲੈਣ ਦੇਣ, ਵੀ ਜੇ ਮੈਂ ਤੈਨੂੰ ਇਹ ਚੀਜ਼ ਦਿਆਂਗਾ ਤੇ ਮੈਨੂੰ ਲਾਭ ਕੀ ਹੋਏਗਾ। ਸਾਨੂੰ ਐਵੇਂ ਸਮਝ ਜ਼ਿਆਦਾ ਆਉਂਦੀ ਹੈ ਲੈਣ ਦੇਣ ਦੇ ਸਵਾਲ, ਕਿਉਂਕਿ ਸਾਡੀ ਦੁਨੀਆ ਲੈਣ ਦੇਣ ਤੇ ਟਿਕੀ ਹੈ ਨਾ। ਤਾਂ ਜਦੋਂ ਅਸੀਂ ਇੰਨੇ ਗੁਣ ਅਪਣਾ ਲਵਾਂਗੇ ਤੇ ਉਹਨੂੰ ਮਿਲੇਗਾ ਕੀ? ਉਹਨੂੰ ਪ੍ਰਾਪਤੀ ਕੀ ਹੋਏਗੀ? ਕਿ ਉਹਦੇ ਯਤਨ ਵਿਅਰਥ ਜਾਏਗਾ? ਗੁਰੂ ਜੀ ਕਹਿੰਦੇ ਨੇ ਨਹੀਂ, ਜਿਹੜਾ ਐਸਾ ਕਰੇਗਾ ਨਾ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਉਹ ਆਪਣੇ ਦੁੱਖ ਨੂੰ ਦੂਰ ਕਰ ਦੇਵੇਗਾ। ਜਿਹੜਾ ਵੀ ਉਹਦਾ ਕੋਈ ਦੁੱਖ ਹੈ ਦੂਰ ਹੋ ਜਾਏਗਾ। ਸੁਖ ਘਰ ਲੈ ਜਾਏ, ਇੱਥੇ ਘਰ ਦੇ ਰਾਰੇ ਨਾਲ ਹੈ ਸਿਹਾਰੀ, ਘਰ ਵਿੱਚ ਲੈ ਜਾਏ ਦਾ ਮਤਲਬ ਲੈ ਜਾਏਗਾ, ਉਹ ਸੁੱਖਾਂ ਨੂੰ ਆਪਣੇ ਹਿਰਦੇ ਘਰ ਵਿੱਚ ਲੈ ਜਾਏਗਾ। ਉਹਦੇ ਅੰਦਰ ਸੁਖ, ਉਹਦੇ ਅੰਦਰ ਸ਼ਾਂਤੀ, ਉਹਦੇ ਅੰਦਰ ਖੇੜਾ, ਉਹਦੇ ਅੰਦਰ ਆਤਮਿਕ ਜੀਵਨ ਪ੍ਰਫੁੱਲਤ ਹੋ ਜਾਏਗਾ, ਉਹਦੇ ਅੰਦਰ ਸ਼ੁਭ ਗੁਣਾਂ ਦਾ ਬਾਗ ਖਿੜ ਜਾਏਗਾ, ਉਹਦੇ ਜੀਵਨ ਵਿੱਚ ਬਸੰਤ ਬਹਾਰ ਆ ਜਾਏਗੀ। ਉਸ ਦੀ ਜ਼ਿੰਦਗੀ ਦੇ ਅੰਦਰ ਇੱਕ ਨਵੀਂ ਜੀਵਨ ਰੋਹ ਸ਼ੁਰੂ ਹੋਏਗੀ, ਨਵਾਂ ਜੀਵਨ ਸ਼ੁਰੂ ਹੋਏਗਾ, ਖੁਸ਼ੀਆਂ, ਖੇੜੇ, ਆਨੰਦ ਔਰ ਪ੍ਰਸੰਨਤਾ। ਤਾਂ ਇਹਦਾ ਭਾਵ ਕਿ ਜੇ ਅਸੀਂ ਚਾਹੁੰਦੇ ਹਾਂ, ਮੈਂ ਜਾਂ ਤੁਸੀਂ ਜਾਂ ਥਰਡ ਪਰਸਨ, ਕੋਈ ਵੀ ਜਿਹੜਾ ਵੀ ਚਾਹੁੰਦਾ ਹੈ, ਤਾਂ ਉਹ ਰੱਬੀ ਗੁਣਾਂ ਨੂੰ ਗਾਏ, ਰੱਬੀ ਗੁਣਾਂ ਦੀ ਗੱਲ ਸੁਣੇ ਗੁਰਮਤਿ ਦੀ, ਉਹਦੇ ਤੇ ਉਹਨੂੰ ਇੰਪਲੀਮੈਂਟ ਕਰੇ, ਉਹ ਬੰਦਾ ਸੁਖੀ ਔਰ ਸ਼ਾਂਤ ਹੋ ਜਾਏਗਾ। ਉਹਦੇ ਦੁੱਖ ਮਿਟ ਜਾਣਗੇ, ਅਗਿਆਨਤਾ ਮਿਟ ਜਾਏਗੀ, ਉਹਨੂੰ ਕਰਮ ਕਾਂਡ ਕਰਨ ਦੀ ਜ਼ਰੂਰਤ ਨਾ ਪਵੇਗੀ। ਦੇਖੋ ਕਿੰਨਾ ਸਿੰਪਲ ਸਾਧਨ ਗੁਰੂ ਜੀ ਸਾਨੂੰ ਸੁਖੀ ਹੋਣ ਦਾ ਦੱਸ ਰਹੇ ਨੇ। ਤੇ ਲੋਕ ਸੁੱਖ ਕਿੱਥੇ ਲੱਭ ਰਹੇ ਨੇ? ਮੂਰਤੀਆਂ, ਤਸਵੀਰਾਂ ਦੇ ਅੱਗੇ ਖੀਰਾਂ ਚੜਾ ਕੇ, ਪਕੌੜਿਆਂ ਨੂੰ ਭੋਗ ਲਵਾ ਕੇ, ਗਮਲੇ ਚੜਾ ਕੇ, ਤੀਰਥਾਂ ਤੇ ਨਹਾ ਕੇ ਲੋਕ ਮੁਕਤੀ ਚਾਹ ਰਹੇ ਨੇ, ਬਾਪੂ ਦੀ ਕੀਰਤ ਪੁਰ ਫੁੱਲ ਪਾ ਕੇ। ਲੋਕ ਮੁਕਤੀ ਚਾਹ ਰਹੇ ਨੇ, ਸੁੱਖ ਚਾਹ ਰਹੇ ਨੇ ਜੋਤਸ਼ੀਆਂ ਨੂੰ ਹੱਥ ਵਿਖਾ ਕੇ। ਤਾਂ ਇਹਨਾਂ ਦੇ ਵਿੱਚ ਸੁੱਖ ਨਹੀਂ ਹਨ। ਸੁੱਖ ਤਾਂ ਬਿਲਕੁਲ ਇੱਕ ਡਿਫਰੈਂਟ ਚੀਜ਼ ਹੈ। ਸੁੱਖ ਅੰਦਰ ਪਏ ਨੇ, ਉਹਨਾਂ ਨੂੰ ਪ੍ਰਗਟ ਕਰਨਾ। ਗੁਣ ਅੰਦਰ ਨੇ, ਗੁਣਾਂ ਵਾਲੀ ਜ਼ਿੰਦਗੀ ਜੀਵੋ, ਸੁੱਖ ਪ੍ਰਗਟ ਹੋ ਜਾਣਗੇ।
ਅਗਲਾ ਹੁਣ ਬਚਨ ਕਰਦੇ ਨੇ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ। ਨਾਦੰ ਦਾ ਮਤਲਬ ਨਾਦ, ਆਵਾਜ਼, ਹੁਕਮ। ਗੁਰਮੁਖ ਦਾ ਮਤਲਬ ਗੁਰੂ ਦੇ ਰਾਹੀਂ। ਅਸੀਂ ਪੜ੍ਹ ਆਏ ਨਾ, ਸਚਿਆਰ ਹੋਣ ਦਾ ਸਾਧਨ ਕੀ ਹੈ? ਕਿਵ ਸਚਿਆਰਾ ਹੋਈ ਹੈ, ਕਿਵ ਸਚਿਆਰਾ ਹੋਈ ਹੈ। ਜਦੋਂ ਮੈਂ ਕੋਈ ਸਵਾਲ ਕਵਾਂ ਨਾ ਕਿ ਅਸੀਂ ਪੜ੍ਹ ਆਏ ਹਾਂ ਕਿ ਸਚਿਆਰ ਹੋਣ ਦਾ ਸਾਧਨ ਕੀ ਹੈ, ਤਾਂ ਅਨਮਿਊਟ ਰਹਿੰਦਿਆਂ ਹੋਇਆਂ, ਮਿਊਟ ਰਹਿੰਦਿਆਂ ਹੋਇਆਂ ਹੀ ਥੋੜਾ ਜਿਹਾ ਰਿਪੀਟ ਕਰ ਦਿਆ ਕਰੋ। ਮੈਨੂੰ ਤੁਹਾਡੇ ਚ ਬੋਲਦੇ ਹੋਏ ਮੂੰਹ ਦਿਸਣਗੇ ਤੇ ਮੈਨੂੰ ਸਮਝ ਆ ਜਾਏਗੀ ਕਿ ਤੁਸੀਂ ਬੋਲ ਰਹੇ ਹੋ, ਕਿਉਂਕਿ ਤਾਲਮੇਲ ਬਣਿਆ ਰਹੇਗਾ। ਤਾਂ ਸਚਿਆਰ ਹੋਣ ਦਾ ਸਾਧਨ ਕੀ ਸੀ? ਹੁਕਮ ਰਜ਼ਾਈ ਚੱਲਣਾ। ਪਰ ਉਸ ਹੁਕਮ ਦੀ ਸਮਝ ਕਿਵੇਂ ਪਵੇਗੀ ਵੀ ਹੁਕਮ ਕੀ ਹੈ? ਹੁਕਮ ਜੋ ਸ਼ੁਰੂ ਤੋਂ ਤੁਰਿਆ ਆ ਰਿਹਾ ਹੈ, ਉਹ ਹੁਕਮ ਦੀ ਸਮਝ ਕਿਵੇਂ ਪਵੇ? ਤਾਂ ਗੁਰਮੁਖ ਨਾਦੰ, ਨਾਦੰ ਦਾ ਮਤਲਬ ਸ਼ਬਦ, ਆਵਾਜ਼, ਹੁਕਮ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਗੁਰੂ ਦੀ ਰਾਹੀਂ, ਜਿਨ੍ਹਾਂ ਦਾ ਮੁਖ ਗੁਰੂ ਵੱਲ ਹੈ, ਜਿਨ੍ਹਾਂ ਦਾ ਮੁਖ ਗੁਰੂ ਵੱਲ ਹੈ, ਭਾਵ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰ ਰਹੇ ਨੇ। ਗੁਰੂ ਦੇ ਰਾਹੀਂ ਸਾਨੂੰ ਸ਼ਬਦ ਦੀ ਸਮਝ ਆਏਗੀ, ਹੁਕਮ ਦੀ ਸਮਝ ਆਏਗੀ, ਸਿਫਤ ਸਲਾਹ ਦੀ ਸਮਝ ਆਏਗੀ ਕਿ ਰੱਬੀ ਹੁਕਮ ਕੀ ਹੈ, ਰੱਬੀ ਹੁਕਮ ਦੀ ਮਹਾਨਤਾ ਕੀ ਹੈ। ਜੇ ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ ਤੁਰਾਂਗੇ ਤਾਂ ਉਹਦਾ ਲਾਭ ਕੀ ਹੈ, ਜੇ ਹੁਕਮ ਵਿੱਚ ਨਹੀਂ ਤੁਰਾਂਗੇ ਤੇ ਹਾਨੀ ਕੀ ਹੈ, ਨੁਕਸਾਨ ਕੀ ਹੋਏਗਾ। ਇਸ ਚੀਜ਼ ਦੀ ਸਮਝ ਆਏਗੀ ਗੁਰੂ ਰਾਹੀਂ। ਇਸ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਨੀ ਹੈ, ਇਸ ਕਰਕੇ ਪੜ੍ਹਨੀ ਹੈ। ਗੁਰੂ ਗਿਆਨ ਹੈ ਨਾ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਉ ਵਿਵੇਕੋ। ਤੇ ਗੁਰਬਾਣੀ ਵਿੱਚ ਬਚਨ ਵੀ ਆਇਆ ਹੈ, ਮਨ ਸਮਝਾਵਨ ਕਾਰਨੇ ਕਛੁਅਕ ਪੜੀਏ ਗਿਆਨ। ਮਨ ਨੂੰ ਸਮਝਾਉਣ ਲਈ ਗਿਆਨ ਤੇ ਚਾਹੀਦਾ ਨਾ, ਸੂਝ ਚਾਹੀਦੀ ਹੈ, ਸਮਝ ਚਾਹੀਦੀ ਹੈ। ਜੇ ਸੂਝ ਨਹੀਂ, ਜੇ ਸਮਝ ਨਹੀਂ, ਤਾਂ ਬੰਦਾ ਪੈਸਾ ਔਰ ਤਾਕਤ ਹੁੰਦਿਆਂ ਵੀ ਜੀਵਨ ਬਾਜੀ ਨੂੰ ਹਾਰ ਜਾਂਦਾ ਹੈ। ਇਸ ਲਈ ਸੂਝ ਚਾਹੀਦੀ ਹੈ, ਸਮਝ ਚਾਹੀਦੀ, ਤੇ ਉਹ ਸਮਝ ਸਾਨੂੰ ਗੁਰੂ ਤੋਂ ਮਿਲੇਗੀ। ਤੇ ਯਾਦ ਰੱਖਣਾ, ਗੁਰੂ ਇਸ ਦੁਨੀਆ ਵਿੱਚ ਝੂਠੇ ਵੀ ਬਣੇ ਹੁੰਦੇ ਨੇ। ਕਾਚੇ ਗੁਰ ਤੇ ਮੁਕਤ ਨਾ ਹੁਆ। ਜੋ ਕੱਚਾ ਪਿੱਲਾ ਬੰਦਾ ਹੈ ਤੇ ਉਹ ਗੁਰੂ ਬਣ ਬੈਠੇ, ਉਹਦੇ ਤੋਂ ਮੁਕਤੀ ਨਹੀਂ ਹੋਣੀ, ਔਰ ਸੰਸਾਰ ਦੀ ਮੁਕਤੀ ਹੋਈ ਵੀ ਨਹੀਂ। ਕਿੰਨੇ ਗੁਰੂ ਨੇ, ਕਿੰਨੇ ਗੁਰੂ ਨੇ। ਗੁਰੂ ਤੇਗ ਬਹਾਦਰ ਜੀ ਦੇ ਸਮੇਂ 22 ਜਣੇ ਬਹਿ ਗਏ ਸੀ ਨਾ, ਸਿੱਖ ਇਤਿਹਾਸ ਮੁਤਾਬਕ। ਤਾਂ ਕੱਚੇ ਪਿੱਲੇ ਗੁਰੂ ਤੋਂ ਮੁਕਤੀ ਨਹੀਂ ਹੋਣੀ, ਜਿਹੜਾ ਆਪ ਕਰਮ ਕਾਂਡਾਂ ਵਿੱਚ ਫਸਿਆ ਹੋਇਆ ਹੈ। ਹੁਣ ਗੁਰੂ ਬਾਮਨ ਗੁਰੂ ਹੈ ਜਗਤ ਕਾ, ਪੁਜਾਰੀ ਗੁਰੂ ਬਣਿਆ ਸੀ ਨਾ, ਤੇ ਜਿਸ ਪਾਸੇ ਉਸ ਗੁਰੂ ਨੇ ਲੋਕਾਂ ਨੂੰ ਉਪਦੇਸ਼ ਦਿੱਤਾ, ਲੋਕਾਂ ਨੇ ਵਹੀਰਾਂ ਘੱਤ ਲਈਆਂ, ਜੇ ਮਾਰਗ ਪੰਡਿਤ ਗਏ ਪਾਛੇ ਪਰੀ ਵਹੀਰ। ਹੁਣ ਇਮੋਸ਼ਨਲ ਬਲੈਕਮੇਲਰ ਬੰਦੇ ਨੇ ਅਗਿਆਨਤਾ ਵਸ ਜਾਂ ਜਾਣ ਬੁੱਝ ਕੇ ਲੋਕਾਂ ਨੂੰ ਤੀਰਥਾਂ ਵੱਲ ਭਟਕਾ ਦਿੱਤਾ, ਵੀ ਤੀਰਥਾਂ ਤੇ ਨਾਤਿਆਂ ਤੁਹਾਡੇ ਪਾਪ ਕੱਟੇ ਜਾਣਗੇ। ਤੀਰਥਾਂ ਤੇ ਜਾ ਕੇ ਪੁੰਨ ਦਾਨ ਕਰੋਗੇ, ਤੁਹਾਨੂੰ ਬਹੁਤ ਵੱਡਾ ਫਲ ਮਿਲੇਗਾ। ਲੋਕਾਂ ਨੇ ਤੀਰਥਾਂ ਵੱਲ ਵਹੀਰਾਂ ਕੱਤ ਦਿੱਤੀਆਂ, ਤੇ ਅੱਗੇ ਪੁਜਾਰੀ ਜਾ ਕੇ ਆਪ ਬਹਿ ਗਿਆ ਵੀ ਦਾਨ ਪੁੰਨ ਹੁਣ ਕਿਹਨੂੰ ਕਰਨਾ, ਹੁਣ ਤੇ ਮੈਨੂੰ ਹੀ ਕਰੋਗੇ। ਕਰੋ, ਗਊ ਦਾਨ ਕਰੋ, ਪੈਸਾ ਦਾਨ ਕਰੋ, ਕੱਪੜੇ ਦਾਨ ਕਰੋ। ਔਰ ਇੱਥੋਂ ਤੱਕ ਲੋਕਾਂ ਨੇ ਆਪਣੀਆਂ ਨੌਜਵਾਨ ਔਰਤਾਂ ਵੀ ਦਾਨ ਕਰ ਦਿੱਤੀਆਂ, ਪ੍ਰੋਪਰਟੀ ਦਾਨ ਕਰ ਦਿੱਤੀ, ਤੇ ਜਾ ਕੇ ਕਾਸ਼ੀ ਦੇ ਅੰਦਰ ਇੱਕ ਆਰਾ ਰੱਖਿਆ ਹੁੰਦਾ ਸੀ ਪੁਜਾਰੀਆਂ ਨੇ, ਉਹਦੇ ਨਾਲ ਆਪਣੇ ਆਪ ਨੂੰ ਚਿਰਵਾ ਲਿਆ। ਕਿਹਾ ਜਾਂਦਾ ਸੀ ਜਿਹੜਾ ਕੋਈ ਸਰਵਸਵ ਦਾਨ ਕਰਕੇ ਉੱਥੇ ਚਿਰਾ ਲੇਗਾ, ਉਹ ਮੁਕਤ ਹੋ ਜਾਏਗਾ। ਭਗਤ ਰਵਿਦਾਸ ਜੀ ਨੇ ਮਿਸਾਲਾਂ ਦਿੱਤੀਆਂ ਨੇ, ਅਰਪੈ ਨਾਰ ਸ਼ਿੰਗਾਰ ਸਮੇਤ, ਸਗਲੀ ਸਿਮਰਤ ਫਰਮਨੀ ਸੁਨੇ, ਕਰੇ ਨਿੰਦ ਕਵਨੇ ਨਹੀਂ ਗੁਨੇ। ਪਰ ਕਿਸੇ ਗੁਣ ਨਹੀਂ ਜੇਕਰ ਤੁਸੀਂ ਕਿਸੇ ਦੀ ਬਦਖੋਈ ਕਰਦੇ ਹੋ। ਲੋਕਾਂ ਨੇ ਇਹ ਸੁਣਿਆ, ਸੁਣਾਇਆ, ਪ੍ਰਚਾਰਿਆ, ਲੋਕਾਂ ਨੇ ਵਹੀਰਾਂ ਕੱਤ ਲਈਆਂ ਜਿੱਧਰ ਪੁਜਾਰੀ ਨੇ ਪ੍ਰੇਰਿਆ। ਤੇ ਕਬੀਰ ਜੀ ਕਹਿੰਦੇ ਨੇ, ਇੱਕ ਅਵਕਟ ਘਾਟੀ ਰਾਮ ਕੀ, ਕੱਲ ਜਸਵਿੰਦਰ ਸਿੰਘ ਵੀਰ ਜੀ ਕੈਨੇਡਾ ਵਾਲੇ ਪੁੱਛ ਰਹੇ ਸਨ, ਇੱਕ ਅਵਕਟ ਘਾਟੀ ਰਾਮ ਕੀ, ਜਿਹਨੂੰ ਲੋਕ ਬੜੀ ਮੁਸ਼ਕਲ ਸਮਝਦੇ ਸਨ, ਉਹਦੇ ਤੇ ਕਬੀਰ ਜੀ ਚੜੇ ਹੋਏ ਨੇ, ਇਕੱਲੇ ਹੀ ਨੇ। ਕਿਉਂਕਿ ਸੱਚ ਬੜਾ ਔਖਾ ਹੈ ਨਾ। ਹੁਣ ਸੱਚ ਵਾਸਤੇ ਤੁਹਾਨੂੰ ਤਿਆਗ ਕਰਨਾ ਪੈਣਾ, ਤੱਤੀ ਤਵੀ ਤੇ ਬਹਿਣਾ ਪੈਣਾ, ਲੋਕਾਂ ਦੇ ਤਾਣੇ ਇੰਨੇ ਸਹਾਰਨੇ ਪੈਣੇ।
ਤਾਂ ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰਮੁਖ ਨਾਦੰ ਹੁਕਮ ਦੀ ਸੂਝ ਗੁਰੂ ਤੋਂ ਆਏਗੀ, ਤੇ ਕੱਚੇ ਪਿੱਲੇ ਗੁਰੂ ਦੇ ਪਿੱਛੇ ਨਾ ਪੈ ਜਾਓ। ਪੁਜਾਰੀਆਂ ਨੇ ਇਹ ਕੁਝ ਕੀਤਾ ਹੈ ਤੇ ਗੁਰੂ ਸਾਹਿਬ ਜੀ ਨੇ ਸਾਨੂੰ ਸਹੀ ਸੂਝ ਦਿੱਤੀ ਹੈ। ਇਸ ਲਈ ਜੇ ਸਹੀ ਸੂਝ ਲੈਣੀ ਹੈ ਤੇ ਬਾਣੀ ਦੇ ਨਾਲ ਡਾਇਰੈਕਟ ਆਪ ਜੁੜੋ, ਆਪ ਪੜੋ। ਜੋ ਮੈਂ ਵੀ ਤੁਹਾਡੇ ਨਾਲ ਵਿਚਾਰ ਕਰ ਰਿਹਾ ਨਾ, ਇਹਨਾਂ ਨੂੰ ਆਪ ਵਿਚਾਰੋ ਵੀ ਠੀਕ ਵੀ ਹੈ ਨੇ ਕਿ ਨਹੀਂ। ਸੱਚ ਦੀ ਕਸਵੱਟੀ ਤੇ ਪਰਖੋ, ਮੇਰੇ ਤੇ ਵੀ ਐਵੇਂ ਵਿਸ਼ਵਾਸ ਨਾ ਕਰੋ, ਆਪ ਪੜੋ। ਕਿਉਂਕਿ ਅਸੀਂ ਸਾਰੇ ਗੁਰੂ ਦੇ ਸਿੱਖ ਆ ਨਾ, ਮੈਂ ਵੀ ਤੁਸੀਂ। ਗੁਰਮੁਖ ਨਾਦੰ, ਗੁਰਮੁਖ ਵੇਦੰ, ਵੇਦੰ ਦਾ ਮਤਲਬ ਗਿਆਨ, ਵੇਦ ਸ਼ਾਸਤਰਾਂ ਤੋਂ ਲੋਕ ਗਿਆਨ ਲੈਂਦੇ ਨੇ। ਗੁਰੂ ਰਾਹੀਂ ਸਾਨੂੰ ਗਿਆਨ ਮਿਲਦਾ ਹੈ, ਤੇ ਗਿਆਨ ਜੇ ਨਾ ਹੋਏ ਤੇ ਅਗਿਆਨਤਾ ਵਿੱਚ ਤੇ ਟੱਕਰਾਂ ਨੇ ਨਾ। ਹਨੇਰੇ ਦੇ ਵਿੱਚ ਤੁਰਨਾ ਕਿੰਨਾ ਔਖਾ ਹੈ, ਬਿਨਾਂ ਲਾਈਟ ਤੋਂ। ਜੇ ਕਿਸੇ ਵੀ ਕਾਰ ਬੱਸ ਦੀ ਲਾਈਟ ਨਾ ਹੋਵੇ ਤੇ ਬਿਨਾਂ ਲਾਈਟ ਤੋਂ ਗੱਡੀਆਂ ਚਲਾਉਣੀਆਂ ਹੋਣ ਤੇ ਕੀ ਹਾਲ ਹੋਏਗਾ। ਹਨੇਰੇ ਦੇ ਵਿੱਚ ਤੇ ਆਪਣੀਆਂ ਰੱਖੀਆਂ ਚੀਜ਼ਾਂ ਆਪਣੇ ਘਰ ਦੇ ਵਿੱਚ ਨਹੀਂ ਲੱਭਦੀਆਂ। ਹਨੇਰੇ ਦੇ ਵਿੱਚ ਤੇ ਕਿਸੇ ਵੀ ਟੋਏ ਟਿੱਬੇ ਦੇ ਵਿੱਚ ਬੰਦਾ ਟੋਏ ਦੇ ਵਿੱਚ ਡਿੱਗ ਸਕਦਾ ਹੈ, ਖੂਹ ਖਾਤੇ 'ਚ ਡਿੱਗ ਸਕਦਾ ਹੈ। ਹਨੇਰੇ ਦੇ ਵਿੱਚ ਬੰਦਾ ਕੰਡਿਆਂ ਮਲਿਆਂ ਦੇ ਵਿੱਚ ਫਸ ਸਕਦਾ ਹੈ। ਚਾਨਣ ਚਾਹੀਦਾ। ਇਸੇ ਤਰ੍ਹਾਂ ਆਤਮਿਕ ਤੌਰ ਤੇ ਵੀ ਟੋਏ ਟਿੱਬੇ ਨੇ। ਕਿਤੇ ਬੰਦਾ ਅਗਿਆਨਤਾ ਵਸ ਹੰਕਾਰ ਦੇ ਟਿੱਬੇ ਤੇ ਚੜ ਕੇ ਆਪਣੇ ਆਪ ਨੂੰ ਵੱਡਾ ਸਮਝੀ ਜਾਂਦਾ, ਤੇ ਕਿਤੇ ਬੰਦਾ ਨੈਗੇਟਿਵਿਟੀ ਦੇ ਟੋਏ ਦੇ ਅੰਦਰ ਡਿੱਗ ਪੈਂਦਾ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਇਸ ਲਈ ਗਿਆਨ ਗੁਰੂ ਤੋਂ ਮਿਲੇਗਾ। ਗੁਰਮੁਖ ਰਹਾ ਸਮਾਈ, ਗੁਰੂ ਰਾਹੀਂ ਸਾਨੂੰ ਇਹ ਸਮਝ ਹੋ ਆਵੇਗੀ ਕਿ ਰੱਬ ਇਸ ਜਗਤ ਦੇ ਅੰਦਰ ਸਮਾਇਆ ਹੋਇਆ ਹੈ, ਉਹ ਵੱਖਰਾ ਨਹੀਂ। ਇੱਥੇ ਕਈ ਵਿਦਵਾਨਾਂ ਨੇ ਗੁਰਮੁਖ ਦਾ ਅਰਥ ਰੱਬ ਵੀ ਕੀਤਾ ਹੈ ਕਿ ਰੱਬ ਹੀ ਸਮਾਇਆ ਹੋਇਆ, ਪਰ ਉਹਦਾ ਗਿਆਨ ਵੀ ਸਾਨੂੰ ਗੁਰੂ ਰਾਹੀਂ ਹੋਏਗਾ, ਗੁਰੂ ਰਾਹੀਂ ਪਤਾ ਲੱਗੇਗਾ। ਦੇਖੋ, ਜਿਹੜੇ ਆਮ ਲੋਕ ਸਨ, ਉਹਨਾਂ ਨੇ ਆਪਣੇ ਆਪਣੇ ਰੱਬ ਘੜ ਲਏ। ਕਿੰਨੇ 33 ਕਰੋੜ ਦੇਵਤੇ, ਬਹੁ ਦੇਵਵਾਦ, ਫਿਰ ਤ੍ਰਿਦੇਵ ਮੂਰਤੀ ਸਿਧਾਂਤ, ਤ੍ਰਿਮੂਰਤੀ ਸਿਧਾਂਤ, ਕਿੰਨੇ ਸਾਰੇ ਰੱਬ ਘੜ ਲਏ। ਕਿੱਥੇ ਕਿੱਥੇ ਬੈਠੇ ਨੇ। ਕਿਸੇ ਨੇ ਕਿਹਾ ਉਹ ਸਵਰਗ ਵਿੱਚ ਬੈਠਾ ਹੈ, ਕਿਸੇ ਨੇ ਕਿਹਾ ਜੰਨਤ ਵਿੱਚ ਬੈਠਾ ਹੈ, ਕਿਸੇ ਨੇ ਕਿਹਾ ਬੈਕੁੰਠ ਵਿੱਚ ਬੈਠਾ ਹੈ। ਤੇ ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਸਿੱਖ ਵੀ ਕਹਿਣ ਲੱਗ ਗਏ ਰੱਬ ਕਿਤੇ ਉੱਤੇ ਸੱਚਖੰਡ ਵਿੱਚ ਬੈਠਾ। ਪਰ ਗੁਰੂ ਸਾਹਿਬ ਕਹਿੰਦੇ ਨਾ ਭਾਈ, ਗੁਰਮੁਖ ਗੁਰੂ ਦੇ ਰਾਹੀਂ ਪਤਾ ਲੱਗੇਗਾ। ਰਿਹਾ ਸਮਾਈ, ਉਹ ਤੇ ਸਮਾਇਆ ਹੋਇਆ ਹੈ ਹਰ ਥਾਂ ਤੇ, ਵਿਆਪਕ ਹੈ। ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਜੀਵ ਜਨਤਾ ਵਿੱਚ ਵੀ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ, ਲੋਗਾ ਭਰਮ ਨਾ ਭੂਲੋ ਭਾਈ। ਖਾਲਕ ਖਲਕ, ਖਲਕ ਮੈਂ ਖਾਲਿਕ, ਪੂਰ ਰਹੋ ਸਰਬ ਠਾਈ, ਸਭ ਥਾਵਾਂ ਤੇ ਸਮਾਇਆ ਹੋਇਆ। ਗੁਰੂ ਰਾਹੀਂ ਇਸ ਗੱਲ ਦੀ ਸਮਝ ਆਏਗੀ। ਕਾਦੀ? ਗਿਆਨ ਮਿਲੇਗਾ, ਭਾਣੇ ਦੀ ਸਮਝ ਆਏਗੀ। ਰੱਬ ਕਾਇਨਾਤ ਦੇ ਕਣ ਕਣ ਵਿੱਚ ਸਮਾਇਆ ਹੋਇਆ ਹੈ, ਗੁਰੂ ਰਾਹੀਂ ਸਮਝ ਆਏਗੀ। ਤੇ ਹੁਣ ਅੱਗੇ ਇੱਕ ਵਿਸ਼ਵਾਸ ਦਾ ਖੰਡਨ ਕਰ ਰਹੇ ਨੇ। ਗੁਰ ਈਸਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਗੁਰ ਈਸਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਹੁਣ ਕਈ ਲੋਕਾਂ ਨੇ ਖਿਆਲ ਦਿੱਤਾ, ਖਾਸ ਕਰ ਇੰਡੀਆ ਦੇ ਅੰਦਰ, ਕਿ ਜੋ ਬ੍ਰਹਮਾ ਹੈ ਉਹ ਉਤਪਤੀ ਕਰਦਾ ਹੈ, ਸੰਸਾਰ ਦੀ ਰਚਨਾ ਕਰਦਾ ਹੈ। ਦੂਜਾ ਖਿਆਲ ਦਿੱਤਾ ਕਿ ਵਿਸ਼ਨੂੰ ਭਗਵਾਨ ਸੰਸਾਰ ਦੀ ਪਾਲਣਾ ਕਰਦਾ ਹੈ, ਤੇ ਸ਼ਿਵ ਵਿਨਾਸ਼ ਕਰਦਾ ਹੈ ਤੇ ਲੇਖਾ ਜੋਖਾ ਕਰਦਾ। ਤੇ ਜੋ ਪਾਰਬਤੀ ਮਾਈ ਹੈ, ਵਿਸ਼ਨੂੰ ਦੀ ਪਤਨੀ ਹੈ ਜਾਂ ਸ਼ਿਵ ਦੀ ਹੈ, ਜਿਸ ਤੇ ਕਈ ਨਾਮ ਨੇ, ਮਾਇਆ ਆਦਿਕ, ਉਹ ਸਾਨੂੰ ਹੋਰ ਦਾਤਾਂ ਦਿੰਦੀ ਹੈ। ਔਰ ਅਲੱਗ-ਅਲੱਗ ਦਾਤਾਂ ਵਾਸਤੇ ਅਲੱਗ-ਅਲੱਗ ਦੇਵਤੇ ਨਿਸ਼ਚਿਤ ਕੀਤੇ ਗਏ। ਇਹ ਲੋਕਾਂ ਦੀ ਮਨੌਤ ਸੀ। ਤਾਂ ਜੇ ਕਿਸੇ ਦੀ ਮਨੌਤ ਹੈ, ਉਹ ਮੰਨਦਾ ਹੈ, ਉਹਨੂੰ ਮੁਬਾਰਕ ਹੈ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸਾਡੇ ਵਾਸਤੇ ਗੁਰੂ ਹੀ ਸ਼ਿਵ ਹੈ। ਸ਼ਿਵ ਦਾ ਮਤਲਬ ਗੁਰੂ ਹੀ ਸ਼ਿਵ ਹੈ, ਕਿ ਸਾਡੇ ਵਾਸਤੇ ਗੁਰੂ ਤੋਂ ਇਲਾਵਾ ਹੋਰ ਕਿਸੇ ਦੀ ਕੋਈ ਵੈਲਿਊ ਨਹੀਂ ਹੈ। ਕਿਉਂ? ਕਿ ਗੁਰੂ ਰਾਹੀਂ ਸਾਨੂੰ ਇਹਨਾਂ ਦੀ ਅਸਲੀਅਤ ਦਾ ਪਤਾ ਲੱਗਦਾ ਹੈ। ਅਸੀਂ ਪਿੱਛੇ ਅੱਗੇ ਚੱਲ ਕੇ ਪੜਾਂਗੇ,
ਸੁਣਿਐ ਸਿੱਧ ਪੀਰ ਸੁਰਨਾਥ। ਕਈਆਂ ਵਿਦਵਾਨਾਂ ਨੇ ਇਸ ਦੇ ਅਰਥ ਕੀਤੇ ਨੇ ਕਿ ਰੱਬ ਦੇ ਨਾਮ ਵਿੱਚ ਸੁਰਤ ਜੋੜਨ ਦੇ ਨਾਲ ਸਿੱਧ ਪੀਰ ਸੁਰਨਾਥ ਵਾਲੀ ਪਦਵੀ ਮਿਲ ਜਾਂਦੀ ਹੈ। ਪਰ ਗੁਰਦੇਵ ਨੇ ਤਾਂ ਇਹਨਾਂ ਪਦਵੀਆਂ ਨੂੰ ਰੱਦ ਕੀਤਾ ਹੈ। ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਭਾਓ, ਮੈਂ ਦੇਖ ਭੂਲਾਂ ਵਿਸਰਤ ਰਚਿਤ ਨਾ ਆਓ। ਤਾਂ ਇਹਦਾ ਮੀਨਿੰਗ ਇਹ ਹੈ, ਸੁਣਿਆ ਸਿੱਧ ਪੀਰ ਸੁਰਨਾਥ ਕੇ ਗੁਰੂ ਦੀ ਸਿੱਖਿਆ ਸੁਣਨ ਦੇ ਨਾਲ ਸਾਨੂੰ ਸਿੱਧਾਂ ਪੀਰਾਂ ਦੇਵਤਿਆਂ ਦੀ ਅਸਲੀਅਤ ਬਾਰੇ ਗਿਆਨ ਹੋ ਜਾਂਦਾ ਹੈ ਕਿ ਅਸਲੀਅਤ ਕੀ ਹੈ। ਹੁਣ ਜੇ ਅਸਲੀਅਤ ਦਾ ਗਿਆਨ ਨਹੀਂ ਤੇ ਭਰਮ ਚ ਪੈ ਰਹੋਗੇ ਨਾ। ਹਿਰਨ ਨੂੰ ਅਸਲੀਅਤ ਦਾ ਗਿਆਨ ਨਹੀਂ, ਉਹ ਬਹੁਤ ਦੂਰ ਪਾਣੀ ਵੇਖ ਰਿਹਾ ਹੈ, ਰੇਤੇ ਵਿੱਚ ਪਾਣੀ ਹੈ ਨਹੀਂ, ਦਿਸ ਰਿਹਾ ਹੈ। ਹਿਰਨ ਭੱਜਦਾ ਜਾਂਦਾ ਹੈ ਜਾਂ ਅਖੀਰ ਪਿਆਸੇ ਦੀ ਮੌਤ ਹੋ ਜਾਂਦੀ। ਭਰਮ ਹੈ ਨਾ, ਹਰ ਚੰਦੋਰੀ ਦੇਖ ਕੇ ਭਰਮ ਪੈਦਾ ਹੁੰਦਾ ਹੈ। ਰਾਤ ਨੂੰ ਰੱਸੀ ਪਈ ਹੈ ਤੇ ਸਾਡੇ ਅੰਦਰ ਭਰਮ ਪੈਦਾ ਹੋ ਗਿਆ ਕਿ ਸੱਪ ਹੈ ਤੇ ਅਸੀਂ ਡਰ ਜਾਂਦੇ ਹਾਂ। ਤਾਂ ਭਰਮ ਜ਼ਿੰਦਗੀ ਦੇ ਅੰਦਰ ਦੁੱਖ ਪੈਦਾ ਕਰਦਾ ਹੈ। ਇਸ ਲਈ ਜੀਵਨ ਵਿੱਚ ਅਸਲੀਅਤ ਦਾ ਪਤਾ ਹੋਣਾ ਚਾਹੀਦਾ ਕਿ ਅਸਲੀਅਤ ਕੀ ਹੈ। ਦੇਖੋ, ਜੋ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ ਨਾ, ਇਹਨੂੰ ਮੇਰੀ ਅਸਲੀਅਤ ਨਾ ਸਮਝ ਲੈਣਾ, ਇਹ ਮੇਰੀ ਅਸਲੀਅਤ ਨਹੀਂ ਹੈ। ਮੇਰੀ ਮੈਂਟੈਲਿਟੀ ਕੀ ਹੈ, ਮੇਰੀ ਅਸਲੀਅਤ ਉਹ ਹੋਏਗੀ। ਮੇਰੇ ਵਿਹਾਰ ਨੂੰ ਵੇਖੋਗੇ ਕਿ ਮੇਰੇ ਵਿਹਾਰ ਵਿੱਚ ਵੀ ਚੀਜ਼ਾਂ ਹੈ ਨੇ। ਅਸਲੀਅਤ ਉਹਨੂੰ ਕਵਾਂਗੇ ਕਿ ਜੋ ਕੁਝ ਅਸੀਂ ਸੁਣ ਰਹੇ ਹਾਂ, ਵੇਖ ਰਹੇ ਹਾਂ, ਪ੍ਰੈਕਟੀਕਲ ਕੀਤਿਆਂ ਵੀ ਉਹੀ ਚੀਜ਼ ਹੋਵੇ ਉਸੇ ਤਰ੍ਹਾਂ, ਉਹਨੂੰ ਅਸਲੀਅਤ ਜਾਂ ਸੱਚ ਕਹਿੰਦੇ ਨੇ। ਤੇ ਜੇ ਮੇਰੇ ਜੀਵਨ ਨੂੰ ਤੁਸੀਂ ਪਰਖੋ ਤੇ ਜੋ ਮੈਂ ਕਹਿ ਰਿਹਾ ਵੀ ਤੁਸੀਂ ਐਵੇਂ ਦੇ ਬਣੋ ਤੇ ਮੈਂ ਆਪ ਉਵੇਂ ਦਾ ਨਾ ਹੋਇਆ, ਫਿਰ ਅਸਲੀਅਤ ਤੇ ਨਾ ਹੋਈ। ਅਸੀਂ ਵੇਖਦੇ ਹਾਂ ਅਸਲੀਅਤ ਫਿਰ ਬਹੁਤ ਦੇਰ ਬਾਅਦ ਪ੍ਰਗਟ ਹੁੰਦੀ ਹੈ ਤੇ ਉਦੋਂ ਤੱਕ ਬਹੁਤ ਨਾਸ਼ ਹੋ ਚੁੱਕਿਆ ਹੁੰਦਾ। ਸੱਚੇ ਸੌਦੇ ਵਾਲੇ ਨੂੰ ਲੋਕਾਂ ਨੇ ਪਿਤਾ ਜੀ ਕਿਹਾ ਨਾ, ਰੱਬ ਕਿਹਾ, ਮੈਸੇਂਜਰ ਆਫ ਗੋਡ। ਦੇਖੋ, ਮੈਂ ਕਿਸੇ ਦਾ ਵਿਰੋਧੀ ਨਹੀਂ, ਕਿਸੇ ਦਾ ਪੱਖੀ ਨਹੀਂ, ਲੇਕਿਨ ਅਸਲੀਅਤ ਨਹੀਂ ਸੀ ਨਾ। ਉਹ ਅਸਲੀਅਤ ਕੁਝ ਹੋਰ ਸੀ। ਆਸਾਰਾਮ ਦੀ ਅਸਲੀਅਤ ਕੁਝ ਹੋਰ ਨਿਕਲੀ, ਵਿਚਾਰਾ ਜੇਲ੍ਹ ਵਿੱਚ ਬੈਠਾ ਨਾ। ਕਿੰਨੇ ਲੋਕਾਂ ਦੀ ਅਸਲੀਅਤ ਰੋਜ਼ ਪ੍ਰਗਟ ਹੁੰਦੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਡੇ ਵਾਸਤੇ ਗੁਰੂ ਹੀ ਸ਼ਿਵ ਹੈ। ਕਿਉਂ? ਕਿ ਗੁਰੂ ਰਾਹੀਂ ਸਾਨੂੰ ਸ਼ਿਵ ਦੀ ਅਸਲੀਅਤ ਬਾਰੇ ਪਤਾ ਲੱਗੇਗਾ। ਗੁਰ ਗੋਰਖ, ਗੁਰੂ ਹੀ ਗੋਰਖ ਹੈ, ਗੁਰੂ ਹੀ ਬ੍ਰਹਮਾ ਹੈ। ਸਾਡੇ ਵਾਸਤੇ ਗੁਰੂ ਹੀ ਪਾਰਵਤੀ ਮਾਈ ਹੈ। ਮੀਨਸ ਕਿ ਸਾਡੇ ਵਾਸਤੇ ਇਹਨਾਂ ਦੀ ਕੋਈ ਵੈਲਿਊ ਨਹੀਂ ਹੈ। ਗੁਰੂ ਰਾਹੀਂ ਇਹਨਾਂ ਦੀ ਅਸਲੀਅਤ ਦਾ ਗਿਆਨ ਹੁੰਦਾ ਹੈ। ਗੁਰੂ ਰਾਹੀਂ ਗਿਆਨ ਹੁੰਦਾ ਹੈ। ਇਸ ਲਈ ਗੁਰੂ ਦੀ ਮਹਾਨਤਾ ਹੈ। ਅਸਲੀਅਤ ਨੂੰ ਜਾਣਨਾ ਹੈ। ਹੁਣ ਜੇ ਅਸੀਂ ਕਹੀਏ ਕਿ ਬ੍ਰਹਮਾ ਨੇ ਸੰਸਾਰ ਪੈਦਾ ਕੀਤਾ ਹੈ, ਤਾਂ ਬ੍ਰਹਮਾ ਨੂੰ ਸਿਰਫ ਇੰਡੀਆ ਵਿੱਚ ਲੋਕ ਜਾਣਦੇ ਨੇ। ਗੋਰਿਆਂ ਨੂੰ ਕਹੋ ਕਿ ਬ੍ਰਹਮਾ ਨੇ ਸੰਸਾਰ ਬਣਾਇਆ ਦੁਨੀਆ, ਤੇ ਉਹ ਕਹਿਣਗੇ ਵੀ ਉਹ ਕੌਣ ਹੈ। ਅਰਬ ਕੰਟਰੀ ਵਿੱਚ ਕਹੋ ਬ੍ਰਹਮਾ ਨੇ ਬਣਾਇਆ, ਉਹਨਾਂ ਨੇ ਕਹਿਣਾ ਵੀ ਉਹ ਕੌਣ ਹੈ। ਤਾਂ ਅਸਲੀਅਤ ਨਹੀਂ ਨਾ ਹੈ। ਕਿਸੇ ਵਿਗਿਆਨਿਕ ਨੂੰ ਕਹੋ ਤਾਂ ਕਹੇਗਾ, ਕਿਸੇ ਬੱਚੇ ਨੂੰ, ਨਿੱਕੇ ਜਿਹੇ ਨੂੰ ਕਹੋ, ਉਹਨੇ ਤੁਹਾਡੇ ਤੇ ਹੱਸਣਾ ਹੈ। ਤਾਂ ਸਿਰਜਕ ਇੱਕੋ ਹੀ ਹੈ, ਇੱਕ ਓੰਕਾਰ ਇੱਕ ਹੀ ਹੈ। ਜਿਸ ਤਰ੍ਹਾਂ ਹੀ ਉਤਪत्ति, ਲੈਤਾ, ਪਾਲਣਾ ਔਰ ਸੰਚਾਲਨ ਹੋ ਰਿਹਾ ਹੈ, ਉਹ ਇੱਕ ਹੀ ਹੈ। ਉਹਦੇ ਰਾਹੀਂ ਉਤਪत्ति ਹੋ ਰਹੀ ਹੈ, ਉਹਦੇ ਰਾਹੀਂ ਪਾਲਣਾ ਹੋ ਰਹੀ ਹੈ, ਉਹਦੇ ਰਾਹੀਂ ਵਿਸ਼ਵਾਸ ਮਿਲ ਰਿਹਾ ਹੈ, ਜਿਹੜਾ ਹੈ ਨਿਆਂ ਹੋ ਰਿਹਾ ਹੈ, ਵਿਨਾਸ਼ ਹੋ ਰਿਹਾ ਹੈ, ਉਹਦੇ ਰਾਹੀਂ ਹੀ ਦਾਤਾਂ ਮਿਲ ਰਹੀਆਂ ਨੇ। ਉਹ ਇੱਕ ਹੀ ਹੈ। ਇਹਦਾ ਪਤਾ ਸਾਨੂੰ ਗੁਰੂ ਰਾਹੀਂ ਲੱਗੇਗਾ। ਇਸ ਲਈ ਗੁਰੂ ਦੀ ਮਹਾਨਤਾ ਹੈ, ਗਿਆਨ ਦੀ ਮਹਾਨਤਾ ਹੈ, ਗੁਰੂ ਦੇ ਦਿੱਤੇ ਵੇ ਆਫ ਲਾਈਫ ਦੀ ਮਹਾਨਤਾ ਹੈ। ਹੁਣ ਅਗਲਾ ਬਚਨ ਕਰਦੇ ਨੇ, ਜੇ ਹੋਂ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਦੇਖੋ, ਜੇ ਸ਼ਬਦ ਵਰਤਿਆ ਹੈ। ਜੇ ਦਾ ਮਤਲਬ ਸਪੋਜ਼, ਮੰਨ ਲਓ, ਜੇ ਮੈਂ ਜਾਣ ਲਵਾਂ। ਪਹਿਲੀ ਗੱਲ, ਹੁਕਮ ਨੂੰ ਜਾਣਿਆ ਨਹੀਂ ਨਾ ਜਾ ਸਕਦਾ। ਪਹਿਲੀ ਕਹਿ ਨੇ ਹੁਕਮੀ ਹੋਵਨ ਜੀ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਕੋਈ ਹੁਕਮ ਦੀ ਸਮਗਰ ਵਿਆਖਿਆ ਨਹੀਂ ਕੀਤੀ ਜਾ ਸਕਦੀ। ਹੁਣ ਇੱਥੇ ਸਪੋਜ਼ ਸ਼ਬਦ ਲੈ ਕੇ ਇਹ ਚੀਜ਼ ਨੂੰ ਸਮਝਣਾ। ਸਪੋਜ਼, ਜਿਵੇਂ ਅਸੀਂ ਸਵਾਲ ਕੱਢਣਾ ਹੋਏ ਨਾ ਐਲਜਬਰਾ ਦੇ ਵਿੱਚ ਖਾਸ ਕਰਕੇ, ਤੇ ਉੱਥੇ ਅਸੀਂ ਕਹਿੰਦੇ ਸੀ ਮਾਨਾ ਮੂਲਧਨ x ਹੈ। ਜਾਂ ਗਣਿਤ ਦਾ ਕੋਈ ਸਵਾਲ, ਮਾਨਾ ਮੂਲਧਨ
x है ਤੇ ਉਹ ਫਿਰ ਉਹਦਾ ਆਨਸਰ ਲੱਭ ਲਈਦਾ ਸੀ ਮੰਨ ਲਓ। ਇੱਥੇ ਜੇ ਦਾ ਮਤਲਬ ਮੰਨ ਲਓ, ਸਪੋਜ਼, ਜੇਕਰ, ਹੋਂ ਜਾਣਾ ਮੈਂ ਜਾਣ ਵੀ ਲਵਾਂ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਖਾਂ ਨਹੀਂ ਮੈਂ ਕਹਿ ਨਹੀਂ ਪਾਵਾਂਗਾ, ਕਿਉਂਕਿ ਕਹਿਣਾ ਕਥਨ ਨਾ ਜਾਈ, ਉਹਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਕਿਵੇਂ ਬਿਆਨ ਕਰੋ? ਕੋਈ ਸਾਧਨ ਨਹੀਂ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਗੂੰਗੇ ਨੂੰ ਮਠਿਆਈ ਖਵਾ ਦਿਓ, ਗੁੜ ਖਵਾ ਦਿਓ, ਉਹਦਾ ਸਵਾਦ ਤੇ ਮਾਣੇਗਾ। ਤੇ ਉਹ ਤੋਂ ਪੁੱਛੋ ਹਾਂ ਬਈ ਕਿਵੇਂ ਲੱਗਾ, ਉਹ ਨੱਚ ਸਕਦਾ ਹੈ, ਰੌਲਾ ਪਾ ਸਕਦਾ ਹੈ, ਹੱਸ ਸਕਦਾ ਹੈ, ਲੇਕਿਨ ਬੋਲ ਨਹੀਂ ਸਕਦਾ, ਕਿਉਂਕਿ ਉਹਦੇ ਕੋਲ ਸ਼ਬਦ ਨਹੀਂ ਹੈ। ਇਹ ਚੀਜ਼ ਨੂੰ ਐਵੇਂ ਅਸੀਂ ਸਮਝ ਸਕਦੇ ਹਾਂ। ਇੱਕ ਬੂੰਦ ਸਮੁੰਦਰ ਚੋਂ ਨਿਕਲੀ ਹੈ, ਇੱਕ ਬੂੰਦ ਪਾਣੀ ਦੀ, ਸਮੁੰਦਰ ਬਾਰੇ ਉਹਨੂੰ ਕਹੋ ਵੀ ਤੂੰ ਸਮੁੰਦਰ ਦਾ ਹਿੱਸਾ ਹੈ, ਸਮੁੰਦਰ ਬਾਰੇ ਬੋਲ, ਕੁਛ ਦੱਸ, ਤੇ ਬੂੰਦ ਕੀ ਦੱਸੇਗੀ? ਜੋ ਦੱਸੇਗੀ ਇੰਨਾ ਕੀ ਦੱਸੇਗੀ ਨਾ, ਕਿਉਂਕਿ ਬੂੰਦ ਐਨੀ ਕਿ ਜੋ ਉਹ ਕਹੇਗੀ ਇੰਨਾ ਕਹੇਗੀ, ਮਜਬੂਰੀ ਹੈ, ਉਸ ਤੋਂ ਜ਼ਿਆਦਾ ਕਹਿ ਹੀ ਨਹੀਂ ਪਾਏਗੀ। ਤੇ ਜੇ ਉਸ ਬੂੰਦ ਨੂੰ ਹੁਣ ਪਾਣੀ ਵਿੱਚ, ਸਮੁੰਦਰ ਵਿੱਚ ਸੁੱਟ ਦਵੀਏ, ਹੁਣ ਉਹ ਬੂੰਦ ਸਮੁੰਦਰ ਜਿੱਡੀ ਮਹਾਨ ਹੋ ਗਈ, ਤੇ ਹੁਣ ਅਸੀਂ ਆਵਾਜ਼ਾਂ ਮਾਰੀਏ ਕਿ ਇਹ ਬੂੰਦ ਹੁਣ ਤੂੰ ਸਮੁੰਦਰ ਵਰਗੀ ਹੋ ਗਈ, ਹੁਣ ਸਾਨੂੰ ਦੱਸ ਵੀ ਸਮੁੰਦਰ ਵਿੱਚ ਕੀ ਕੁਝ ਹੈ, ਅੱਗੋਂ ਆਵਾਜ਼ ਨਹੀਂ ਆਉਣੀ, ਕਿਉਂਕਿ ਹੁਣ ਬੂੰਦ ਨਹੀਂ ਰਹੀ। ਜਦੋਂ ਤੱਕ ਵੱਖਰੀ ਹੈ ਉਦੋਂ ਤੱਕ ਜੋ ਕਹੇਗੀ ਉਹ ਇੰਨਾ ਹੋਏਗਾ, ਤੇ ਜਦੋਂ ਬੂੰਦ ਸਮੁੰਦਰ ਵਿੱਚ ਮਿਲ ਗਈ ਉਦੋਂ ਕੁਝ ਕਹਿ ਨਹੀਂ ਪਾਏਗੀ, ਕਿਉਂਕਿ ਹੁਣ ਬੂੰਦ ਰਹੀ ਨਹੀਂ। ਕਿਵੇਂ ਕਹੇ? ਜਦੋਂ ਤੱਕ ਮੈਂ ਰੱਬ ਤੋਂ ਵੱਖਰਾ ਹਾਂ, ਮੇਰੀ ਸੁਰਤ ਵੱਖਰੀ ਹੈ, ਉਦੋਂ ਤੱਕ ਮੈਂ ਜੋ ਕੁਝ ਕਵਾਂਗਾ ਇੰਨਾ ਹੋਏਗਾ, ਕਿਣਕੇ ਬਰਾਬਰ। ਇਸ ਬ੍ਰਹਿਮੰਡ ਬਾਰੇ ਜੋ ਮੈਂ ਕਹਾਂਗਾ ਉਹ ਰੇਤ ਦੇ ਜਰਰੇ ਨਾਲੋਂ ਵੀ ਘੱਟ ਹੋਏਗਾ। ਤੇ ਜੇ ਮੈਂ ਆਪਣੀ ਸੁਰਤ ਨੂੰ ਉਸ ਰੱਬੀ ਦੇ ਵਿੱਚ ਲੀਨ ਕਰਦਿਆਂ ਸਮਗਰਤਾ ਦੇ ਵਿੱਚ, ਫਿਰ ਮੈਂ ਕੀ ਕਵਾਂਗਾ? ਕਿਉਂਕਿ ਮੈਂ ਹੀ ਨਹੀਂ ਰਿਹਾ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ। ਤਾਂ ਇਹਦਾ ਭਾਵ ਇਹ ਹੈ ਕਿ ਜੇ ਕੋਈ ਜਾਣ ਵੀ ਲਵੇ, ਸਵਾਦ ਨੂੰ ਮਾਣ ਲਵੇ, ਰਸ ਨੂੰ ਮਾਣ ਲਵੇ, ਤਾਂ ਕਹਿ ਨਹੀਂ ਸਕਦਾ, ਕਿਉਂਕਿ ਇੰਨਾ ਵੱਡਾ ਰਸ ਹੈ, ਉਹ ਬਿਆਨ ਕਰਨ ਤੋਂ ਪਰੇ ਹੈ। ਇਹ ਚੀਜ਼ ਨੂੰ ਸਿੰਪਲ ਵੀ ਸਮਝ ਸਕਦੇ ਹੋ। ਤੁਸੀਂ ਗੁਲਾਬ ਦਾ ਫੁੱਲ ਦੇਖਦੇ ਹੋ ਤੇ ਤੁਸੀਂ ਕਹਿੰਦੇ ਹੋ ਵਾਹ ਕਿੰਨਾ ਸੋਹਣਾ ਫੁੱਲ ਹੈ। ਤੁਸੀਂ ਸਾਹਮਣੇ ਦੇਖ ਰਹੇ ਹੋ ਨਿੱਕਾ ਜਿਹਾ ਫੁੱਲ ਹੈ, ਤੁਸੀਂ ਹੀ ਕਲਮ ਲਗਾਈ, ਤੁਹਾਡੇ ਹੀ ਘਰ ਉੱਗਿਆ ਹੋਇਆ ਹੈ, ਤੁਹਾਡੇ ਗਾਰਡਨ ਦੇ ਵਿੱਚ, ਬਾਗ ਦੇ ਵਿੱਚ ਗੁਲਾਬ ਦਾ ਫੁੱਲ। ਤੁਸੀਂ ਕਹਿੰਦੇ ਹੋ ਬੜਾ ਸੁੰਦਰ ਹੈ, ਤੇ ਮੈਂ ਪੁੱਛਾਂ ਵੀ ਭੈਣ ਦਾ ਵੀਰ ਕਿੰਨਾ ਸੋਹਣਾ ਫੁੱਲ, ਤੁਸੀਂ ਕਹੋਗੇ ਬੜਾ, ਤੇ ਮੈਂ ਕਹਾਂ ਬੜਾ ਦਾ ਮਤਲਬ ਕਿੰਨਾ, ਕਿਲੋ ਸੋਹਣਾ ਹੈ, 2 ਕਿਲੋ ਸੋਹਣਾ ਹੈ, 1 ਮੀਟਰ 2 ਮੀਟਰ, ਕੋਈ ਲੰਬਾਈ ਚੌੜਾਈ, ਤੇ ਤੁਸੀਂ ਕਹੋਗੇ ਵੀ ਸੁੰਦਰਤਾ ਦੀ ਲੰਬਾਈ ਚੌੜਾਈ ਥੋੜੀ ਹੁੰਦੀ ਹੈ, ਮਾਣ ਸਕਦੇ ਆ, ਕਹਿ ਨਹੀਂ ਸਕਦੇ ਕਿ ਇੰਨਾ ਸੋਹਣਾ ਹੈ। ਕਿਹੜਾ ਤੁਹਾਡੇ ਕੋਲ ਮੀਟਰ ਹੈ ਉਹਨੂੰ ਨਾਪਣ ਲਈ? ਤੁਹਾਡਾ ਹੀ ਲਾਇਆ ਹੋਇਆ ਫੁੱਲ, ਤੁਸੀਂ ਉਹਨੂੰ ਮਾਣ ਕੇ ਵੇਖ ਕੇ ਅਚਰਜ ਹੈਰਾਨ ਹੋ ਸਕਦੇ ਹੋ, ਪਰ ਬਿਆਨ ਨਹੀਂ ਕਰ ਸਕਦੇ, ਕਿਉਂਕਿ ਸੁੰਦਰਤਾ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹੈ। ਜੇ ਹੋ ਜਾਣਾ ਆਖਾਂ ਨਹੀਂ, ਕਹਿਣਾ ਕਥਨ ਨਾ ਜਾਈ, ਮੈਂ ਇਸ ਸਮਗਰਤਾ ਦੇ ਬਾਰੇ ਕੁਝ ਨਹੀਂ ਬਿਆਨ ਕਰ ਸਕਦਾ, ਅੰਤ ਨਹੀਂ ਪਾ ਸਕਦਾ। ਮੈਂ ਇਹਦਾ ਆਨੰਦ ਮਾਣ ਸਕਦਾ, ਗੁਣਾਂ ਦਾ ਆਨੰਦ ਮਾਣ ਸਕਦਾ, ਪਰ ਉਹ ਕੈਸਾ ਰਸ ਹੈ ਮੈਂ ਉਹਨੂੰ ਬਿਆਨ ਨਹੀਂ ਕਰ ਪਾਵਾਂਗਾ, ਸਮਗਰਤਾ ਬਾਰੇ ਨਹੀਂ ਕਹਿ ਪਾਵਾਂਗਾ। ਹੁਣ ਇਸ ਲਈ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਐਸੀ ਜ਼ਿੰਦਗੀ ਸਾਨੂੰ ਵੀ ਮਿਲ ਸਕਦੀ ਹੈ, ਮੈਨੂੰ ਵੀ, ਤੁਹਾਨੂੰ ਵੀ, ਹੋਰ ਵੀ ਸਾਰਿਆਂ ਨੂੰ। ਉਹਦੇ ਲਈ ਕੀ ਕਰਨਾ ਚਾਹੀਦਾ ਹੈ? ਉਹਦੇ ਲਈ ਗੁਰਾ ਇੱਕ ਦੇਹ ਬੁਝਾਈ, ਇੱਥੇ ਗੁਰਾ ਨਹੀਂ ਪੜਨਾ। ਜਦੋਂ ਕਿਸੇ ਨਾਉਨ ਦੇ ਨਾਲ ਕੰਨਾ ਲਗਾ ਕੇ ਸੰਬੋਧਨ ਵਾਚਕ ਬਣਾਇਆ ਜਾਂਦਾ ਹੈ, ਉਦੋਂ ਉਹਦਾ ਪਾਠ ਬਿੰਦੀ ਤੋਂ ਬਿਨਾਂ ਹੁੰਦਾ ਹੈ। ਗੁਰਾ, ਹੇ ਗੁਰੂ ਜੀ, ਇੱਕ ਦੇਹ ਬੁਝਾਈ, ਬੁਝਾਈ ਦਾ ਮਤਲਬ ਸੂਝ, ਗਿਆਨ, ਸਮਝ, ਸਿੱਖਿਆ। ਗੁਰਾ ਇੱਕ ਦੇਹ ਬੁਝਾਈ, ਕਿ ਮੈਨੂੰ ਇੱਕ ਸਿੱਖਿਆ ਦੇ, ਮੈਨੂੰ ਇੱਕ ਸੂਝ ਬਖਸ਼, ਮੇਰੇ ਤੇ ਰਹਿਮਤ ਕਰ। ਕਿਹੜੀ ਸੂਝ, ਕਿਹੜੀ ਸਿੱਖਿਆ? ਸਭਨਾ ਜੀਆਂ ਕਾ ਇੱਕ ਦਾਤਾ, ਕਿ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕੋ ਹੀ ਹੈ। ਮੈਨੂੰ ਇਹ ਵਿਸ਼ਵਾਸ ਦੇ, ਮੈਨੂੰ ਇਹ ਸਿੱਖਿਆ ਦੇ, ਮੈਨੂੰ ਇਹ ਸੂਝ ਬਖਸ਼ ਕਿ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕੋ ਹੀ ਹੈ, ਅਲੱਗ-ਅਲੱਗ ਨਹੀਂ ਹਨ। ਇਹ ਗੱਲ ਧਿਆਨ ਰੱਖਣਾ, ਇੱਕ ਓੰਕਾਰ, ਉਹ ਇੱਕ ਹੀ ਹੈ। ਇੱਕੋ
ਆਕਸੀਜਨ ਦੇ ਨਾਲ ਸਾਰੇ ਜਿੰਦਾ ਨੇ, ਇੱਕੋ ਢੰਗ ਦੇ ਨਾਲ ਸਾਰੇ ਜੀਵ ਜੰਤ ਪੈਦਾ ਹੋ ਰਹੇ ਨੇ, ਇੱਕੋ ਹੀ ਸਿਸਟਮ ਹੈ ਸਾਰਿਆਂ ਵਾਸਤੇ, ਇੱਕੋ ਤਰੀਕੇ ਨਾਲ ਹੀ ਸਾਨੂੰ ਜਿਹੜੀਆਂ ਨੇ ਦਾਤਾਂ ਮਿਲ ਰਹੀਆਂ ਨੇ, ਜੀਵਨ ਮਿਲ ਰਿਹਾ ਹੈ, ਅਸੀਂ ਵੇਖ ਰਹੇ ਹਾਂ। ਤਾਂ ਅੱਖਾਂ ਦਾ ਆਕਾਰ ਜਾਂ ਵੇਖਣ ਦਾ ਢੰਗ ਵੱਖਰਾ ਹੋ ਸਕਦਾ, ਪਰ ਸਿਸਟਮ ਤਾਂ ਇੱਕ ਹੀ ਹੈ। ਪਾਚਨ ਦਾ ਤੰਤਰ ਸਾਡਾ ਇੱਕੋ ਹੀ ਹੈ, ਦਾਤਾਂ ਦੇਣ ਵਾਲਾ ਦਾਤਾ ਇੱਕੋ ਹੀ ਹੈ। ਧਰਤੀ ਵਿੱਚ ਪੈਦਾਇਸ਼ ਇਹ ਥੋੜਾ ਵੀ ਕੋਈ ਦੇਵੀ ਦੇਵਤਾ ਰੱਖ ਰਿਹਾ, ਤੇ ਜਦੋਂ ਹੈ ਹੀ ਇੱਕ, ਜੇ ਇਹਦੇ ਤੇ ਅਮਲ ਕਰ ਲਿਆ ਜਾਏ ਤੇ ਸਾਰੇ ਸਵਾਲ ਰੱਦ ਹੋ ਜਾਣਗੇ ਨਾ, ਖਤਮ ਹੋ ਜਾਣਗੇ ਸਾਰੇ ਸਵਾਲ। ਕੋਈ ਸਵਾਲ ਰਹਿ ਹੀ ਨਹੀਂ ਜਾਣਾ ਕਿ ਭਾਈ ਜੀ ਮੈਨੂੰ ਇਹ ਦੱਸੋ ਵੀ ਜੋਤਸ਼ੀ ਵੀ ਹੱਥ ਵੇਖ ਲੈਂਦੇ ਨੇ, ਉਹ ਸਾਡੀ ਕਿਸਮਤ ਬਦਲ ਦਿੰਦੇ ਨੇ। ਤਾਂ ਇਹ ਚੀਜ਼ ਨੂੰ ਸਮਝੋ ਕਿ ਸਭਨਾ ਜੀਆਂ ਕਾ ਇੱਕ ਦਾਤਾ ਇੱਕ ਹੈ, ਤੇ ਜੋਤਸ਼ੀ ਕਿੱਥੋਂ ਆ ਗਿਆ ਵਿੱਚ? ਬਾਬਾ ਪੁੱਤਰ ਦੇ ਸਕਦਾ, ਫਲਾਂ ਬਾਬੇ ਕੋਲੋਂ, ਤੇ ਇਹਨੂੰ ਵੇਖੋ ਸਭਨਾ ਜੀਆਂ ਕਾ ਇੱਕ ਦਾਤਾ, ਇੱਕੋ ਹੀ ਦਾਤਾ, ਤੇ ਬਾਬਾ ਕਿੱਥੋਂ ਆ ਗਿਆ? ਬਾਬਾ ਪਾਸ ਕਰਾ ਸਕਦਾ ਕਿਸੇ ਨੂੰ? ਉਹ ਤੇ ਆਪ 10ਵੀਂ ਫੇਲ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਇੱਕੋ ਹੀ ਹੈ ਸਿਸਟਮ, ਸਾਰੇ ਸਵਾਲ ਖਤਮ ਹੋ ਜਾਣਗੇ, ਕੋਈ ਸਵਾਲ ਨਹੀਂ ਬਚਣਾ। ਔਰ ਜ਼ਿੰਦਗੀ ਦੇ ਵਿੱਚ ਮੋਟੀਵੇਸ਼ਨ ਮਿਲੇਗਾ, ਇੰਸਪਾਇਰੇਸ਼ਨ ਮਿਲੇਗਾ, ਅੰਦਰੋਂ ਵਿਲ ਪਾਵਰ ਪੈਦਾ ਹੋਏਗੀ, ਚਾਰ ਚੁਫੇਰੇ ਖੁਸ਼ੀਆਂ ਨਜ਼ਰੀ ਆਉਣਗੀਆਂ। ਇਹਨਾਂ ਚੀਜ਼ਾਂ ਨੂੰ ਸਮਝਣਾ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਇਹ ਗੱਲ ਕਦੀ ਮੈਨੂੰ ਨਾ ਭੁੱਲੇ, ਇਹ ਗੱਲ ਮੈਨੂੰ ਕਦੀ ਨਾ ਭੁੱਲੇ। ਮੈਨੂੰ ਇਹ ਗੱਲ ਬੁਝਾ ਦੇ ਗੁਰਾ, ਇੱਕ ਦੇਹ ਬੁਝਾਈ। ਇੱਥੇ ਇੱਕ ਦਾ ਕੱਕਾ ਮੁਕਤਾ ਹੈ, ਇਹ ਇੱਕ ਜਿਹੜਾ ਹੈ ਫੀਮੇਲ ਜੈਂਡਰ। ਇੱਕ ਦੇਹ ਬੁਝਾਈ, ਇੱਕ ਬੁਝਾਈ ਦਾ ਮਤਲਬ ਇੱਕ ਸਿੱਖਿਆ, ਕਿ ਹੇ ਗੁਰੂ ਮੈਨੂੰ ਇੱਕ ਸਿੱਖਿਆ ਦੇ, ਮੈਨੂੰ ਸੂਝ ਬਖਸ਼, ਮੈਨੂੰ ਵਿਸ਼ਵਾਸ ਦਿਵਾ। ਮੇਰਾ ਇਹ ਵਿਸ਼ਵਾਸ ਬਣ ਜਾਏ। ਕਿਹੜਾ ਵਿਸ਼ਵਾਸ? ਕਿ ਸਭਨਾ ਜੀਆਂ ਕਾ ਇੱਕ ਦਾਤਾ, ਇੱਕੋ ਹੀ ਦਾਤਾ, ਇੱਕੋ ਤਰੀਕੇ ਨਾਲ ਜੀਵਨ ਮਿਲ ਰਿਹਾ ਹੈ, ਇੱਕੋ ਬ੍ਰਹਿਮੰਡ ਤੋਂ ਮਿਲ ਰਿਹਾ ਹੈ। ਸਾਰਿਆਂ ਜੀਵਾਂ ਲਈ ਕਾਨੂੰਨ ਇੱਕੋ ਹੀ ਨੇ, ਸਿਸਟਮ ਇੱਕੋ ਹੀ ਹੈ, ਕੋਈ ਵੱਖਰਾ ਸਿਸਟਮ ਨਹੀਂ ਹੈ। ਸੋ ਮੈਂ ਵਿਸਰ ਨਾ ਜਾਈ, ਇਹ ਗੱਲ ਕਦੇ ਵੀ ਮੈਨੂੰ ਭੁੱਲੇ ਨਾ, ਇਹ ਗੱਲ ਸਦਾ ਮੇਰੇ ਦਿਮਾਗ ਦੇ ਵਿੱਚ ਰਹੇ। ਤੇ ਜਦੋਂ ਇਹ ਗੱਲਾਂ ਸਾਰੀਆਂ ਦਿਮਾਗ ਵਿੱਚ ਆ ਜਾਣਗੀਆਂ ਨਾ, ਜਿਹੜੀਆਂ ਅੱਜ ਅਸਾਂ ਸੁਣੀਆਂ ਨੇ, ਵਿਚਾਰੀਆਂ ਨੇ, ਇਹਨਾਂ ਨੂੰ ਇੰਪਲੀਮੈਂਟ ਕਰਾਂਗੇ ਤਾਂ ਫਿਰ ਅਸੀਂ ਸਚਿਆਰ ਹੋ ਜਾਵਾਂਗੇ, ਫਿਰ ਅਸੀਂ ਸਚਿਆਰ ਹੋ ਜਾਵਾਂਗੇ। ਰੱਬ ਵਿੱਚ ਸਮਾ ਕੇ ਬੰਦਾ ਰੱਬ ਵਰਗਾ ਹੀ ਹੋ ਜਾਏਗਾ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਅੱਜ ਦੀ ਇਸ ਪੌੜੀ ਨੂੰ ਜੋ ਆਪਨੇ ਬੜੇ ਪਿਆਰ ਨਾਲ ਸਰਵਣ ਕੀਤਾ ਹੈ, ਅਸੀਂ ਸਾਰੇ ਵੀਰਾਂ ਭੈਣਾਂ ਨੇ ਮਿਲ ਕੇ ਵਿਚਾਰਿਆ ਹੈ, ਤੇ ਇਹ ਸਮਝ ਲੈਣਾ ਕਿ ਅਸੀਂ ਸਾਰੇ ਗੁਰੂ ਦੇ ਬੱਚੇ ਆ। ਮੈਂ ਵੀ ਤੁਹਾਡੇ ਵਰਗਾ ਤੁਹਾਡਾ ਵੀਰ ਆ, ਤੁਸੀਂ ਮੇਰੇ ਵਰਗੇ ਮੇਰੀਆਂ ਭੈਣਾਂ ਹੋ, ਵੀਰ ਹੋ। ਅਸੀਂ ਸਾਰੇ ਗੁਰੂ ਦੇ ਬੱਚੇ ਆ, ਤੇ ਸਾਰੇ ਅਸੀਂ ਮਿਲ ਕੇ ਵਿਚਾਰ ਰਹੇ ਹਾਂ, ਤੇ ਅਸੀਂ ਇਸ ਵਿਚਾਰ ਮੁਤਾਬਿਕ ਜ਼ਿੰਦਗੀ ਜੀਣੀ ਹੈ। ਇਸ ਪੌੜੀ ਦੇ ਅੰਦਰ ਜੋ ਅਸਾਂ ਵਿਚਾਰਿਆ ਹੈ, ਜੇ ਇਹਦੇ ਬੇਸ ਦੇ ਉੱਤੇ ਸਵਾਲ ਤੁਹਾਡਾ ਕੋਈ ਹੋਏ ਤਾਂ ਉਹ ਸਵਾਲ ਕਰ ਸਕਦੇ ਹੋ, ਆਪਣੇ ਵਿਊਜ਼ ਦੇ ਸਕਦੇ ਹੋ। ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਹੁਣ ਅਗਲੀ ਕਾਰਵਾਈ ਉਹ ਕਰ ਰਹੇ ਨੇ। ਮੈਂ ਇੱਥੇ ਫਤਿਹ ਬੁਲਾਉਣਾ, ਮੇਰੇ ਵੱਲੋਂ ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬਹੁਤ ਬਹੁਤ ਗਿਆਨੀ ਜੀ ਆਪ ਜੀ ਦਾ, ਹਮੇਸ਼ਾ ਦੀ ਤਰ੍ਹਾਂ। ਤੇ ਅੱਜ ਵੀ ਮੈਂ ਜਿੱਦਾਂ ਅੱਗੇ ਬੇਨਤੀ ਕਰਦਾ ਹੁੰਦਾ, ਤੁਸੀਂ ਅਨਮਿਊਟ ਹੋ ਜਾਓ। ਜਿਹੜਾ ਸਵਾਲ ਤੁਸੀਂ ਪੁੱਛਣਾ ਉਹ ਗਿਆਨੀ ਜੀ ਨੂੰ ਪੁੱਛੋ। ਕੁਛ ਆਪਣੇ ਭੈਣ ਭਰਾ ਅਨਮਿਊਟ ਹੋ ਗਏ, ਮੈਂ ਉਹਨਾਂ ਦੇ ਹੁਣੇ ਲੈਣਾ ਜੀ ਵਿਚਾਰ, ਤੇ ਮੈਂ ਇੱਕ ਦੋ ਆਪਣੇ ਗੱਲਾਂ ਕਰਨੀ ਚਾਹੁੰਦਾ ਜੀ। ਉਹ ਇੱਕ ਤਾਂ ਇਹੀ ਹੈ ਜੀ ਕਿ ਗੁਰਾ ਇੱਕ ਦੇ ਬਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹਦੀ ਵਿਆਖਿਆ ਇੱਥੇ ਤੱਕ ਆਪਾਂ ਸੁਣੀ ਹੈ, ਬੜੇ ਵਿਸਥਾਰ ਦੇ ਨਾਲ ਡੂੰਘੀ ਵਿਚਾਰ ਹੈਗੀ ਹੈ। ਪਰ ਗਿਆਨੀ ਜੀ ਨੇ ਇੱਕ ਜਿਹੜੀ ਗੱਲ ਕਹੀ ਹੈ ਕਿ ਇਕੱਲਾ ਮੇਰੀ ਗੱਲ ਤੇ ਨਾ ਤੁਸੀਂ ਵਿਸ਼ਵਾਸ ਕਰੋ, ਤੁਸੀਂ ਆਪਣਾ ਦਿਮਾਗ ਤੇ ਵੀ ਉਹਨੂੰ ਤੋਲ ਕੇ ਦੇਖ ਲਿਓ, ਗੱਲ ਨੂੰ ਤੁਹਾਡੇ ਮਨ ਨੂੰ ਲੱਗਦੀ ਹੈ। ਤੇ ਬਾਕੀ ਮੈਂ ਇੰਨਾ ਕਹੂੰਗਾ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਹਰੇਕ ਦੇ ਕੋਲ ਟੈਲੀਫੋਨ ਜਾਂ ਆਈਪੈਡ ਸਾਰਾ ਕੁਝ ਹੈਗਾ, ਔਰ ਉਹਦੇ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਡਾਊਨਲੋਡ ਕਰ ਸਕਦੇ ਆ। ਹਰੇਕ ਨੂੰ ਇਹ ਅਵੇਲੇਬਿਲਿਟੀ ਹੈਗੀ ਆ। ਤੇ ਜਿੱਦਾਂ ਗਿਆਨੀ ਜੀ ਕਹਿੰਦੇ ਆ ਕਿ ਆਪ ਥੋੜੀ ਜਿਹੀ ਹਿੰਮਤ ਕਰਨੀ ਪੈਣੀ ਹੈ। ਜੇ ਤੁਸੀਂ ਇੱਕ ਜਾਂ ਦੋ ਪੰਨੇ ਰੋਜ਼ ਦੇ ਤੁਸੀਂ ਵਿਆਖਿਆ ਸਹਿਤ ਪੜ੍ਹੋਗੇ, ਵੱਖਰੇ ਵੱਖਰੇ ਵਿਆਖਿਆਕਾਰ ਹੈਗੇ ਆ, ਤੇ ਉਹਨਾਂ ਨੂੰ ਵੀ, ਤੇ ਤੁਸੀਂ ਗਿਆਨੀ ਜੀ ਦੀ ਵੀ ਗੱਲ ਨੂੰ ਤੋਲ ਕੇ ਦੇਖ ਲਿਓ ਕਿ ਤੁਹਾਨੂੰ ਕਿਸ ਤਰ੍ਹਾਂ ਲੱਗਦਾ, ਤਾਂ ਤੁਸੀਂ ਆਪ ਡਿਸਾਈਡ ਕਰ ਸਕਦੇ ਆ। ਸਾਨੂੰ ਪਤਾ ਵੀ ਪਾਸਟ ਦੇ ਵਿੱਚ ਆਪਾਂ ਡਿਪੈਂਡੈਂਟ ਹਮੇਸ਼ਾ ਗੁਰਦੁਆਰਿਆਂ ਦੇ ਵਿੱਚ ਜਾ ਕੇ ਜੋ ਸਾਨੂੰ ਕਿਹਾ ਜਾਂਦਾ ਸੀਗਾ ਉਹ ਤੇ ਡਿਪੈਂਡੈਂਟ ਸੀਗੇ, ਚਾਹੇ ਉਹ ਸਹੀ ਚਾਹੇ ਗਲਤ, ਤੇ ਆਪਾਂ ਮੱਥਾ ਟੇਕ ਕੇ ਆ ਜਾਈਦਾ ਸੀਗਾ।
ਤੇ ਗਿਆਨੀ ਜੀ ਦੀ ਗੱਲ ਮੈਨੂੰ ਬਹੁਤ ਚੰਗੀ ਲੱਗੀ। ਇਕੱਲਾ ਮੇਰੀ ਗੱਲ ਤੇ ਨਹੀਂ, ਤੁਸੀਂ ਆਪ ਵੀ ਇਹਨੂੰ ਸੋਚ ਵਿਚਾਰ ਕਰੋ। ਤੇ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਜੀ। ਸਭ ਤੋਂ ਪਹਿਲਾਂ ਸਾਡੇ ਨਾਲ ਅੱਜ ਭੈਣ ਸੁਰਿੰਦਰ ਤੇ ਗੁਰਮੀਤ ਸਿੰਘ ਜੀ ਗਿੱਲ, ਉਹ ਪਹਿਲਾਂ ਆਏ ਸੀਗੇ, ਹੈਗੇ ਤਾਂ ਹੁਣ ਸਾਡੇ ਨਾਲ ਹੈਗੇ, ਪਰ ਉਹਨਾਂ ਨੇ ਆਪਣੀ ਵੀਡੀਓ ਆਫ ਕਰ ਲਈ ਆ। ਅਸੀਂ ਵੈਲਕਮ ਕਹਿੰਦੇ ਆ, ਪਹਿਲੀ ਵਾਰ ਉਹਨਾਂ ਨੂੰ ਦੇਖਿਆ, ਆਏ ਤਾਂ ਮੇਰਾ ਖਿਆਲ ਸ਼ਾਇਦ ਪਹਿਲਾਂ ਵੀ ਸੀਗੇ, ਤੇ ਉਹਨਾਂ ਨੂੰ ਵੈਲਕਮ ਕਰਦੇ ਆ। ਤਾਂ ਮੈਂ ਦੂਸਰੀ ਗੱਲ ਕਹਿਣੀ ਚਾਹੁੰਦਾ ਵੀ ਆ ਸਾਡੀ ਜਿਹੜੀ ਸਟੇਜ ਹੈ ਨਾ ਇਸ ਵੇਲੇ ਇੰਟਰਨੈਟ ਦੀ, ਇਹਦੇ ਵਿੱਚ ਅਸੀਂ ਬਹੁਤ ਖੁਸ਼ੀ ਨਾਲ ਕਹਿ ਸਕਦੇ ਹਾਂ ਕਿ ਸਾਡੇ ਕੋਲ ਇੰਟਰਨੈਸ਼ਨਲ ਲੈਵਲ ਤੇ ਕਾਫੀ ਭੈਣ ਭਰਾ ਜੁੜੇ ਆ। ਤੇ ਉਹਨਾਂ ਦੇ ਵਿੱਚ ਜਿੱਦਾਂ ਕੱਲ ਸਾਡੀ ਗੱਲ ਹੋਈ ਸੀ ਭੈਣ ਪਨੀਤ ਕੌਰ ਦੇ ਨਾਲ ਕਸ਼ਮੀਰ ਤੋਂ, ਤੇ ਫਿਰ ਸਾਡੇ ਨਾਲ ਜਸਵਿੰਦਰ ਸਿੰਘ ਜੀ ਸਰੀ ਤੋਂ, ਦੇਖੋ ਕੈਨੇਡਾ ਤੋਂ ਆਉਂਦੇ ਆ। ਉੱਥੇ ਸਵੇਰ ਦੇ 6-7 ਵਜੇ ਹੋਣੇ, 7 ਸਵਾ 7 ਜਾਂ ਕਿੱਦਾਂ ਅਰਲੀ ਮਾਰਨਿੰਗ ਉਹ ਉੱਠਦੇ ਆ ਤਾਂ ਜੁੜਦੇ ਆ ਇੱਥੇ ਨਾਲ। ਹਾਂਜੀ, ਸਾਡੇ ਨਾਲ ਨਰਿੰਦਰ ਸਿੰਘ USA ਤੋਂ ਵੀ, ਤੇ ਵਿਰਕ ਸਾਹਿਬ USA ਤੋਂ ਉਹ ਵੀ ਆਉਂਦੇ ਆ ਜੀ। ਤੇ ਨਾਲੇ ਸਤਿੰਦਰ ਸਿੰਘ ਜੀ ਬੰਬੇ ਤੋਂ ਆਉਂਦੇ ਆ, ਤੇ ਹਰਵਿੰਦਰ ਕੌਰ ਜੀ ਅੱਜ ਤਾਂ ਨਹੀਂ ਆਏ ਪਰ ਦਿੱਲੀ ਤੋਂ ਉਹ ਵੀ ਆਉਂਦੇ ਹੁੰਦੇ ਜੀ, ਤੇ ਕਰਮਜੀਤ ਸਿੰਘ ਜੀ ਨਾਗਪੁਰ ਤੋਂ ਉਹ ਵੀ ਆਉਂਦੇ ਹੁੰਦੇ ਆ। ਤੇ ਸਾਡਾ ਬਹੁਤ ਖੁਸ਼ੀ ਹੈ ਜੀ ਇਸ ਗੱਲ ਦੀ ਕਿ ਮਤਲਬ ਕੁਛ ਤਾਂ ਬੰਦੇ ਸਾਨੂੰ ਨਹੀਂ ਪਤਾ ਸੀਗਾ ਭੈਣ ਭਰਾ ਜਿਹੜੇ ਹੈਗੇ ਆ ਦੂਰੋਂ ਦੂਰੋਂ ਕਿੱਦਾਂ ਜੁੜੇ ਆ, ਪਰ ਜਿੱਦਾਂ ਵੀ ਜੁੜੇ ਆ, ਕੁਛ ਗਿਆਨੀ ਮੋਹਰ ਸਿੰਘ ਦੀ ਬੜੀ ਮਿਹਰਬਾਨੀ, ਇਹਨਾਂ ਨੇ ਬੁਲਾ ਕਰ ਦਿੱਤਾ ਤਾਂ ਉਹਨਾਂ ਕਰਕੇ ਵੀ ਠੀਕ ਹੈ ਜੀ। ਪਰ ਜਿੱਦਾਂ ਵੀ ਹੈਗੇ ਉਹ ਜੁੜੇ ਹੀ ਹੈ, ਇਸ ਕਰਕੇ ਉਹਨਾਂ ਨੂੰ ਇੰਟਰਸਟਿੰਗ ਲੱਗਦੀ ਹੈ ਇਹ। ਅਸੀਂ ਚਾਹੁੰਦੇ ਹਾਂ ਕਿ ਇੱਦਾਂ ਉਹ ਵੀ ਤੇ ਹੋਰ ਵੀ ਜਿੱਦਾਂ ਆਪਣੇ ਭੈਣ ਭਾਈ ਉੱਧਰ ਵੀ ਜਿੱਥੇ ਹੈਗੇ ਆ, ਉਹਨਾਂ ਨੂੰ ਵੀ ਤੁਸੀਂ ਦੱਸੋ ਤਾਂ ਕਿ ਉਹ ਵੀ ਸਾਡੀ ਕਲਾਸ ਹੋਰ ਵੀ ਵੱਡੀ ਹੋਵੇ ਤੇ ਇਸ ਜਿਹੜੀ ਆਪਣੇ ਲਾਹਾ ਲਿਆ ਜਾਵੇ ਕਥਾ ਦਾ, ਗਿਆਨੀ ਜੀ ਦੇ ਵਿਚਾਰਾਂ ਦਾ। ਤੇ ਇੱਥੇ ਮੈਂ ਫਿਨਿਸ਼ ਕਰਦਾ ਜੀ। ਹੁਣ ਸਭ ਤੋਂ ਪਹਿਲਾਂ ਸਾਡੇ ਨਾਲ ਜਸਵੀਰ ਜੀ, ਤੁਹਾਡਾ, ਤੁਸੀਂ ਤਾਂ ਸਭ ਤੋਂ ਪਹਿਲਾਂ ਅਨਮਿਊਟ ਹੋਏ ਆ। ਜਸਵੀਰ ਜੀ ਤੁਸੀਂ ਗੱਲ ਕਰੋ। ਗਿਆਨੀ ਜੀ ਮੈਂ ਇਹੀ ਪੁੱਛਣਾ ਸੀਗਾ ਕਿ ਇਹ ਪੌੜੀ ਦਾ ਨਿਚੋੜ ਆਪਾਂ ਕਹਿ ਸਕਦੇ ਕਿ ਇਹ ਪੌੜੀ ਚ ਨੌਲੇਜ ਦਾ ਜ਼ਿਆਦਾ ਹੋਇਆ, ਕਿਸੇ ਨੌਲੇਜ ਗੁਰਮੁਖ ਵੇਦਨ ਮੀਨਿੰਗ ਨੌਲੇਜ ਆ, ਗੁਰੂ ਦੀ ਨੌਲੇਜ ਦੇ ਨਾਲ ਸਾਰਾ ਕੁਝ ਆਪਾਂ ਪਾ ਸਕਦੇ ਹਾਂ। ਹਾਂਜੀ ਹਾਂ, ਜਿਹੜਾ ਵੀ ਗੁਰੂ ਦਾ ਗਿਆਨ ਹੈ ਨਾ, ਉਸ ਗਿਆਨ ਨੂੰ ਤੁਸੀਂ ਇੰਪਲੀਮੈਂਟ ਕਰਕੇ ਕੁਝ ਵੀ ਪਾ ਸਕਦੇ ਹੋ। ਔਰ ਜੋ ਵੀ ਇਸ ਦੁਨੀਆ ਦੇ ਵਿੱਚ ਹੈ ਨਾ, ਗਿਆਨ ਕਰਕੇ ਹੋਇਆ। ਜੇ ਤੁਸੀਂ ਟੈਬੂਜ਼ ਇਜ਼ਮ ਔਰ ਟੋਟਮ ਇਜ਼ਮ ਤੋਂ ਪੜ੍ਹਨਾ ਸ਼ੁਰੂ ਕਰੋ ਤਾਂ ਅੱਗ ਦੀ ਖੋਜ, ਪਹੀਏ ਦੀ ਖੋਜ ਤੋਂ ਲੈ ਕੇ ਅੱਜ ਇਲੈਕਟ੍ਰੋਨਿਕ ਯੁੱਗ ਦੇ ਵਿੱਚ ਅਸੀਂ ਪਹੁੰਚੇ ਹਾਂ ਗਿਆਨ ਸਦਕਾ। ਤੇ ਗੁਰੂ ਜੀ ਨੇ ਬਾਣੀ ਵਿੱਚ ਕਿਹਾ ਵੀ ਅਕਲੀ ਸਾਹਿਬ ਸੇਵੀਏ, ਅਕਲੀ ਕੀਚੇ ਦਾਨ, ਅਕਲੀ ਪੜ੍ਹ ਕੇ ਬੁੱਝੀ, ਅਕਲੀ ਪਾਈਏ ਮਾਨ। ਤੇ ਲੇਕਿਨ ਨੌਲੇਜ ਜਿਹੜੀ ਹੈ, ਗਿਆਨ ਹੈ, ਉਹਦੀ ਸਹੀ ਵਰਤੋਂ ਕਰਨੀ ਹੈ ਔਰ ਉਹਦੇ ਰਾਹੀਂ ਅਸੀਂ ਚੀਜ਼ ਨੂੰ ਪਰਖਣਾ ਹੈ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਮ ਵੇਖੋ। ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਤੁਸੀਂ ਕੁਝ ਵੀ ਪਾ ਸਕਦੇ ਹੋ, ਕੁਝ ਵੀ ਇੰਪੋਸੀਬਲ ਨਹੀਂ ਹੈ। ਔਰ ਬਾਣੀ ਵਿੱਚ ਇੱਕ ਨਾ ਤੁਕ ਹੈ, ਉਹ ਮੈਂ ਸਾਰੇ ਵੀਰਾਂ ਭੈਣਾਂ ਨੂੰ ਦੱਸਦਿਆਂ, ਨਾ ਹੀ ਦੇਖ ਨਾ ਭਾਜੀਏ ਪਰਮ ਸਿਆਣਪ। ਇਹ ਕਿ ਦੁਨੀਆ ਦੀ ਸਭ ਤੋਂ ਵੱਡੀ ਸਿਆਣਪ ਕਿਹੜੀ ਹੈ? ਉਹ ਇਹ ਹੈ ਕਿ ਮੈਂ ਸਭ ਕੁਝ ਕਰ ਸਕਦਾ ਹਾਂ, ਲੇਕਿਨ ਇਹਦੇ ਵਿੱਚ ਈਗੋ ਨਾ ਹੋਏ। ਦੋ ਚੀਜ਼ਾਂ ਨੇ ਹੰਕਾਰ ਦੀਆਂ ਜਿਹੜੀਆਂ ਨਾ, ਇੱਕ ਹੈਗੀ ਇਨਫੀਰੀਓਰਿਟੀ ਕੰਪਲੈਕਸ, ਇਹ ਵੀ ਹੰਕਾਰ ਦਾ ਹੀ ਇੱਕ ਰੂਪ ਹੈ ਵਿਗੜਿਆ ਹੋਇਆ। ਇੱਕ ਹੈਗੀ ਸੁਪਰੀਓਰਿਟੀ ਕੰਪਲੈਕਸ, ਉਹ ਵੀ ਹੰਕਾਰ ਦਾ ਵਿਗੜਿਆ ਹੋਇਆ ਰੂਪ ਹੈ। ਸਿਰਫ ਅਸੀਂ ਸਵਾਭਿਮਾਨੀ ਬਣਨਾ ਔਰ ਗਿਆਨ ਰਾਹੀਂ ਤੁਸੀਂ ਬਹੁਤ ਕੁਝ ਹਾਸਿਲ ਕਰ ਸਕਦੇ। ਹਾਂ ਭੈਣ, ਧੰਨਵਾਦ। ਧੰਨਵਾਦ ਜੀ। ਸਾਡੇ ਨਾਲ ਇਸ ਵੇਲੇ ਹੈਗੇ ਜੀ ਸਤਿੰਦਰ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਜਸਲ, ਤੇ ਉਹਨਾਂ ਦੇ ਕੋਲ ਅਸੀਂ ਸਭ ਤੋਂ ਪਹਿਲਾਂ ਆਉਣੇ ਆ ਜੀ ਸਤਿੰਦਰ ਸਿੰਘ ਜੀ ਬੰਬੇ ਤੋਂ। ਤੁਸੀਂ ਗੱਲ ਕਰੋ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਭਾਈ ਸਾਹਿਬ ਜੀ, ਅੱਜ ਦੀ ਜਿਹੜੀ ਪੌੜੀ ਹੈ ਇਹਦੇ ਵਿੱਚ ਕਿੰਨਾ ਬਿਊਟੀਫੁਲੀ ਦੱਸਿਆ ਹੈ, ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹਿ ਸਮਾਈ। ਇਸ ਦਾ ਮਤਲਬ ਇਹ ਕਿ ਹਰ ਸਿੱਖ ਦਾ ਜਿਹੜਾ ਸਿਲੇਬਸ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ, ਔਰ ਉसी ਤੋਂ ਸਮਝ ਕੇ, ਉसी ਦੀ ਰਾਹ ਤੇ ਸਮਝ ਕੇ, ਉਹਦੀ ਨੌਲੇਜ ਵੀ ਉਸ ਹਿਸਾਬ ਨਾਲ ਹੋਣੀ ਚਾਹੀਦੀ ਹੈ ਗੁਰੂ ਦੇ ਹਿਸਾਬ ਨਾਲ, ਤੇ ਉਹਦੀ ਸਪੀਚ ਵੀ ਉਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਤੇ ਤਾਂ ਹੀ ਜਾ ਕੇ ਕਹਿੰਦੇ ਨਾ, ਗੁਰਾਂ ਦੇ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਏਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਠੀਕ ਹੈ ਭਾਈ ਸਾਹਿਬ ਜੀ? ਹਾਂਜੀ ਬਿਲਕੁਲ, ਕਿਉਂਕਿ ਅਸੀਂ ਨਾ ਮੂਲ ਮੰਤਰ ਦੇ ਵਿੱਚ ਵਿਚਾਰ ਆਏ ਹਾਂ। ਦੇਖੋ, ਇੱਕ ਓਂਕਾਰ ਦੀ ਜਿਹੜੀ ਅਸੀਂ ਗੁਰਪ੍ਰਸਾਦ ਦਾ ਕਹੀ ਸੀ ਕਿ ਪੂਰੀ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਦਾ ਸੋਲੂਸ਼ਨ ਮੂਲ ਮੰਤਰ ਹੀ ਕਰ ਸਕਦਾ, ਜੇਕਰ ਅਸੀਂ ਉਹਨੂੰ ਵਿਚਾਰ ਕੇ ਉਹਦੇ ਤੇ ਅਮਲ ਕਰੀਏ। ਆਪਾਂ ਬੜੇ ਵਿਸਥਾਰ ਨਾਲ ਵਿਚਾਰੇ ਸੀ ਕੁਝ। ਬਿਲਕੁਲ ਠੀਕ। ਬਿਲਕੁਲ ਬਿਲਕੁਲ ਬਿਲਕੁਲ।
ਸਭਨਾ ਸਿਲੇਬਸ ਤਗੜਾ ਰੱਖਿਆ ਸੀ ਗੁਰੂ ਗ੍ਰੰਥ ਹਾਂਜੀ। ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਾਂਜੀ ਬਿਲਕੁਲ ਸਿਰਫ 6 ਗੱਲਾਂ ਨੇ ਜਿਵੇਂ ਆਪਾਂ ਸਾਂਝੀਆਂ ਕੀਤੀਆਂ ਸੀ। 6 ਕੰਮ ਤੁਸੀਂ ਕਰ ਲਓ ਗੁਰਬਾਣੀ ਅਨੁਸਾਰ, ਤੁਸੀਂ ਰੱਬ ਦਾ ਰੂਪ ਹੋ ਜਾਓਗੇ। ਪਹਿਲੀ ਗੱਲ ਕਿ ਅੱਖਾਂ ਦੇ ਨਾਲ ਹਰ ਇੱਕ ਦੇ ਵਿੱਚ ਜੋਤ ਨੂੰ ਵੇਖਣਾ ਔਰ ਹਰ ਧੀ ਭੈਣ ਨੂੰ ਆਪਣੀ ਧੀ ਭੈਣ। ਬਿਲਕੁਲ। ਦੂਜੀ ਗੱਲ ਕੰਨਾਂ ਦੇ ਨਾਲ ਸੱਚ ਸੁਣਨਾ। ਬਿਲਕੁਲ। ਤੀਜੀ ਗੱਲ ਜ਼ਬਾਨ ਦੇ ਨਾਲ ਸੱਚੇ ਔਰ ਪਿਆਰੇ ਬੋਲ ਬੋਲਣੇ। ਚੌਥਾ ਕੰਮ ਹੱਥਾਂ ਦੇ ਨਾਲ ਬਗਾਨੇ ਹੱਕ ਨਾ ਖਾਣੇ, ਨਸ਼ੇ ਨਾ ਵਰਤਣੇ, ਸੱਚੀ ਸੁੱਚੀ ਕਿਰਤ ਕਰਨੀ, ਕਿਸੇ ਦੀ ਹੈਲਪ ਕਰਨੀ। ਪੈਰਾਂ ਦੇ ਨਾਲ ਸਿੱਧੇ ਰਾਹਾਂ ਤੇ ਜਾਣਾ ਔਰ ਮਨ ਕਰਕੇ ਸੱਚ ਸੋਚਣਾ, ਫਿਰ ਦਰਗਾਹ ਪਾਈਏ ਠਾਉ। ਸਿੰਪਲ ਗੱਲ। ਬਿਲਕੁਲ। ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਤੇ ਹੁਣ ਸਾਡੇ ਨਾਲ ਜਸਵਿੰਦਰ ਸਿੰਘ ਵੀ ਜੁੜੇ ਆ ਜੀ, ਉਹਨਾਂ ਦੇ ਕੋਲ ਅਸੀਂ ਆਨੇ ਆ, ਤੇ ਨਾਲ ਕੁਲਦੀਪ ਕੌਰ ਭੈਣ ਵੀ ਜੁੜੀ ਹੈ, ਉਹਨਾਂ ਦੇ ਕੋਲ ਵੀ ਆਉਣੇ। ਪਹਿਲਾਂ ਜਸਵਿੰਦਰ ਸਿੰਘ ਜੀ, ਪਹਿਲਾਂ ਤੁਸੀਂ ਆ ਜਾਓ। ਹਾਂਜੀ ਜਸਵਿੰਦਰ ਸਿੰਘ ਜੀ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਹਾਂਜੀ ਭਾਈ ਸਾਹਿਬ, ਤੁਸੀਂ ਬਹੁਤ ਵਧੀਆ ਐਕਸਪਲੇਨ ਕੀਤਾ ਜਿਹੜਾ ਗੁਰਮੁਖ ਨਾਦੰ, ਗੁਰਮੁਖ ਵੇਦੰ ਬਾਰੇ। ਤੇ ਚਲੋ ਗੁਰੂ ਤੋਂ ਹਰ ਚੀਜ਼ ਦਾ ਗਿਆਨ ਪ੍ਰਾਪਤ ਕਰਨਾ, ਪਰ ਕਈ ਵਾਰੀ ਅਸੀਂ ਕਹਿ ਦਿੰਦੇ ਬਈ ਇਹ ਬੰਦਾ, ਇਹ ਵਿਅਕਤੀ ਗੁਰਮੁਖ ਹੈ, ਇਹ ਮਨਮੁਖ ਹੈ। ਜਾਂ ਕਿਸੇ ਵਿਅਕਤੀ ਨੂੰ ਆਪਾਂ ਕਹਿਣਾ ਇਹ ਗੁਰਮੁਖ ਆ, ਇਹ ਮਨਮੁਖ ਹੈ, ਇਹ ਇੱਕਦਮ ਭੁੱਲਿਆ, ਜਿੱਦਾਂ ਅਸੀਂ ਇਹ ਸ਼ਬਦ ਉਹਨਾਂ ਦੇ ਵਰਤ ਸਕਦੇ ਹਾਂ। ਵੀਰ ਜੀ, ਜੇ ਤਾਂ ਦੇਖੋ ਬੰਦਾ ਗੁਰੂ ਦੇ ਅਨੁਸਾਰ ਜ਼ਿੰਦਗੀ ਜੀ ਰਿਹਾ ਬੰਦਾ, ਕਿ ਉਹ ਮਨ ਬਚਨ ਕਰਮ ਕਰਕੇ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਕ, ਪਰਿਵਾਰਕ, ਵਿਵਹਾਰਕ ਤੌਰ ਤੇ ਜ਼ਿੰਦਗੀ ਜੀ ਰਿਹਾ, ਤਾਂ ਗੁਰਮੁਖ ਹੈ, ਨੋ ਪ੍ਰੋਬਲਮ। ਲੇਕਿਨ ਇੰਨਾ ਕਿ ਵੀ ਉਹਨੇ ਕੱਪੜੇ ਬੜੇ ਚੰਗੇ ਪਾਏ ਹੋਣ ਤੇ ਮਿੱਠੀਆਂ ਗੱਲਾਂ ਕਰਦਾ ਹੋਏ ਤੇ ਹੋਵੇ ਅੰਦਰੋਂ ਮਾੜਾ, ਤਾਂ ਫਿਰ ਉਹਨੂੰ ਗੁਰਮੁਖ ਕਹਿਣਾ ਜਿਹੜਾ ਹੈ। ਮਨਮੁਖ ਦਾ ਮਤਲਬ ਆਪ ਖੁਦਰਾ, ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ, ਮੁਕੰਮਲ ਸ਼ਖਸੀਅਤ ਉਹਦੀ ਗੁਰਮਤ ਅਨੁਸਾਰ ਚਾਹੀਦੀ। ਹਾਂਜੀ, ਦੂਜਾ ਮੇਰਾ ਸੁਭਾਅ ਸੀ ਜਿੱਦਾਂ ਹੁਣ ਗਾਵੀਏ, ਸੁਣੀਏ, ਮਨ ਰੱਖੀਏ ਭਾਵ। ਭਾਵ ਦਾ ਮਤਲਬ ਵੀ ਰੱਬੀ ਗੁਣਾਂ ਨਾਲ ਪਿਆਰ ਕਰਨਾ। ਭਾਜੀ ਨਿਰਭਉ, ਏਦਾਂ ਭਉ ਹੈ, ਭੱਬਾ ਊੜੇ ਦੇ ਔਂਕੜਾ ਹੈ, ਭਉ ਤੇ ਭੈ ਵਿੱਚ, ਇਹਨਾਂ ਵਿੱਚ ਦੋਹਾਂ ਵਿੱਚ ਕੀ ਅੰਤਰ ਹੈ, ਕੀ ਫਰਕ ਉਹ ਤੇ ਹੈ? ਦੇਖੋ, ਨਿਰਭਉ ਦਾ ਮਤਲਬ ਹੈਗਾ ਡਰ। ਇੱਕ ਨਾ ਡਰ ਵੱਖਰਾ ਹੈ ਤੇ ਭਾਉ ਪ੍ਰੇਮ ਵੱਖਰੀ ਚੀਜ਼ ਹੈ। ਡਰ ਨੂੰ ਜਦੋਂ ਤੁਸੀਂ ਪੜੋਗੇ ਤਾਂ ਡਰ ਦੇ ਨਾਲ ਦੋ ਚੀਜ਼ਾਂ ਪੈਦਾ ਹੋਣਗੀਆਂ। ਇੱਕ ਜ਼ੁਲਮ ਕਰੇਗਾ ਜਿਹੜਾ ਕਿਸੇ ਨੂੰ ਡਰਾਏਗਾ, ਤੇ ਜਿਹੜਾ ਡਰੇਗਾ ਉਹ ਜ਼ੁਲਮ ਸਹਾਰੇਗਾ। ਠੀਕ ਹੈ ਜੀ। ਦੂਜਾ ਇੱਕ ਡਰ ਨਾ ਬਿਮਾਰੀ ਹੈ, ਬਹੁਤ ਵੱਡੀ ਫੋਬੀਆ। ਜਦੋਂ ਤੁਸੀਂ ਗੂਗਲ ਤੇ ਪਾਓਗੇ ਲਿਸਟ ਆਫ ਫੋਬੀਆ, ਤਾਂ 2-2.5 ਹਜ਼ਾਰ ਕਿਸਮ ਦਾ ਫੋਬੀਆ ਹੈ। ਤਾਂ ਇਸ ਤਰ੍ਹਾਂ ਉਹ ਡਰ ਦੀ ਪਰਿਭਾਸ਼ਾ ਉਹ ਹੈ, ਤੇ ਇੱਥੇ ਭਾਉ ਦਾ ਮਤਲਬ ਪ੍ਰੇਮ। ਇਹਦੇ ਵਿੱਚ ਇੱਕ ਜਿਹੜਾ ਭਾਵ, ਜਿਹੜਾ ਭੈ ਆ, ਭੈ ਜਿੱਦਾਂ ਸਹਿਮ, ਆਪਾਂ ਨੂੰ ਕੋਈ ਸਮਝਦੇ ਨਾ, ਭੈ ਤਾਂ ਸਹਿਮ ਵੱਖਰੇ, ਦੋ ਵੱਖਰੀਆਂ ਚੀਜ਼ਾਂ ਹਨ। ਹਾਂਜੀ, ਸਹਿਮ ਔਰ ਭੈ ਇੱਕ ਹੀ ਚੀਜ਼ ਹੈ। ਸਹਿਮ ਹੋਣਾ ਜਾਂ ਡਰ ਹੋਣਾ ਉਹ ਸਿਰਫ ਸ਼ਬਦ ਨੇ। ਕੋਈ ਸਹਿਮ ਕਹਿੰਦਾ ਵੀ ਫਲਾਣਾ ਬੰਦਾ ਡਰ ਗਿਆ, ਦੂਜਾ ਕਹਿੰਦਾ ਮੈਂ ਸਹਿਮ ਗਿਆ, ਮੇਰਾ ਤਰਾਹ ਨਿਕਲ ਗਿਆ। ਜਿੱਦਾਂ ਕਈ ਵਾਰੀ ਹੁਣ ਆਪਾਂ ਸ਼ਬਦ ਗੁਰੂ ਸਾਹਿਬ ਨੇ ਵਰਤਿਆ ਵੀ ਦੁਨੀਆ ਤੋਂ ਸਹਿਮ ਕਰਕੇ ਬੰਦਾ ਕਈ ਵਾਰੀ ਡਰ ਜਾਂਦਾ ਵੀ ਦੁਨੀਆ ਮਗਰ ਤੁਰਿਆ ਜਾਂਦਾ ਹੈਗਾ, ਸੱਚੇ ਰਾਹ ਤੇ ਤੁਰਦਾ ਨਹੀਂ ਹੈਗਾ। ਤੇ ਉਹ ਜਿੱਦਾਂ ਆਨੰਦ ਸਾਹਿਬ ਦੇ ਵਿੱਚ ਪੜਿਆ, ਔਰ ਸਹਿਮ ਹੈ, ਉਹ ਦੁਨੀਆ ਵੱਲੋਂ ਡਰ ਕੇ ਬੰਦਾ ਵੀ ਸੱਚ ਦੇ ਪਾਸੇ ਤੋਂ ਫਿਰ ਸੱਚ ਦੇ ਪਾਸੇ ਤੁਰਦਾ ਨਹੀਂ ਹੈਗਾ। ਨਹੀਂ, ਉਹਦਾ ਭਾਵ ਇਹ ਨਹੀਂ ਹੈਗਾ। ਉਹਦਾ ਹੈਗਾ ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿਸਾ ਨਾ ਜਾਏ। ਕਿ ਜਿਹੜੇ ਕਰਮ ਤੁਸੀਂ ਕਰ ਰਹੇ ਹੋ ਨਾ, ਤੀਰਥਾਂ ਤੇ ਨਹਾਉਣੇ, ਵਰਤ ਰੱਖਣੇ, ਕੁੰਭ ਜੋਤ ਨਾਰੀਅਲ, ਇਹਨਾਂ ਦੇ ਨਾਲ ਸਹਿਮ ਨਹੀਂ ਜਾਂਦਾ, ਸੰਸਾ ਨਹੀਂ ਜਾਂਦਾ। ਬਿਨ ਸਹਿਜੇ ਤੇ ਸਹਿਜ ਤੋਂ ਬਿਨਾਂ ਸੰਸਾ ਨਹੀਂ ਜਾਂਦਾ। ਸਹਿਜ ਦਾ ਮਤਲਬ ਮਨ, ਬਚਨ ਔਰ ਕਰਮ ਕਰਕੇ ਜਦੋਂ ਤੱਕ ਤੁਸੀਂ ਸੱਚ ਨਾਲ ਨਹੀਂ ਜੁੜਦੇ, ਉਦੋਂ ਤੱਕ ਤੁਹਾਡਾ ਸਹਿਮ ਜਾਣਾ ਹੀ ਨਹੀਂ। ਕੋਈ ਨਾ ਕੋਈ ਸਹਿਮ ਬਣਿਆ ਰਹਿਣਾ। ਨੀਲਾ ਧਾਗਾ ਵੀ ਡਿੱਗਾ ਲੱਭ ਗਿਆ, ਤੁਸੀਂ ਕਹਿਣਾ ਸ਼ਾਇਦ ਕਿਸੇ ਨੇ ਟੂਣਾ ਹੀ ਕੀਤਾ ਹੈ। ਹਾਂਜੀ, ਧੰਨਵਾਦ, ਸ਼ੁਕਰੀਆ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਤੇ ਹੁਣ ਮੈਂ ਆਪਣੇ ਨਰਿੰਦਰ ਸਿੰਘ ਜੱਸਲ ਦੇ ਕੋਲ ਆਊਂਗਾ, ਉਹਦੇ ਬਾਅਦ ਸਤਨਾਮ ਸਿੰਘ ਨਾਗਰਾ, ਉਹਦੇ ਬਾਅਦ ਦੇ ਵਿੱਚ ਕੁਲਦੀਪ ਕੌਰ ਭੈਣ, ਤੇ ਉਹਦੇ ਬਾਅਦ ਚ ਕੋਈ ਹੋਰ ਵੀ ਹੋਵੇ ਤਾਂ ਅਨਮਿਊਟ ਹੋ ਜਾਵੇ ਹੁਣੇ, ਤਾਂ ਕਿ ਫਿਰ ਸਾਨੂੰ ਪਤਾ ਲੱਗਦਾ ਰਹੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਮੈਂ ਆਪਣੇ ਸਿੱਧੇ ਮਤਲਬ ਗੂੰਗੇ ਦੇ ਗੁੜ ਦੇ ਸਵਾਦ ਦੱਸਣ ਵਾਂਗੂ ਨਾ ਜੀਗੇ ਟੇਢੇ ਸ਼ਬਦਾਂ ਨਾਲ ਆਪਣਾ ਕਹਿਣਾ ਵੀ ਜਿਹੜੇ ਕੁਦਰਤ ਹੈਗੀ ਹੈ, ਇਹ ਵੀ ਇੱਕ ਟੀਚਰ ਹੀ ਹੈ ਆਪਣੇ ਤਰ੍ਹਾਂ, ਆਪਣੇ ਲਈ। ਵੀ ਆਪਾਂ ਦੇਖੋ ਜੋ ਸੋਹਣੇ ਫਲ ਲਾਉਣੇ ਆ, ਦਰਖਤ ਲਾਉਣੇ ਆ, ਆਪਾਂ ਧਰਤੀ ਦੇ ਨੈਚੁਰਲ ਰਿਸੋਰਸਿਸ ਜਿਵੇਂ ਪਾਣੀ, ਹਵਾ, ਧੁੱਪ, ਇਹਨਾਂ ਨੂੰ ਪੋਲਿਊਟ ਨਾ ਕਰੀਏ ਹੈ। ਇਹ ਵੀ ਇੱਕ ਤਰ੍ਹਾਂ ਦੀ ਗੁਰੂ ਦੀ ਸੇਵਾ ਕਰਨ ਦੇ ਬਰਾਬਰ ਹੀ ਹੈਗਾ। ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ, ਤੇ ਕੁਦਰਤ ਸਿਫਤ ਸਲਾਹਾਂ, ਜਿਵੇਂ ਕੁਦਰਤ ਦੇ ਸੂਰਜ, ਚੜ੍ਹਦੇ ਸੂਰਜ ਦੇ ਨਜ਼ਾਰੇ, ਸ਼ੁਭਦੇ ਸੂਰਜ ਦੇ ਨਜ਼ਾਰੇ, ਨੀਲਾ ਆਕਾਸ਼ ਹੈ,
ਪਾਣੀ ਦੇ ਵਿੱਚ ਪਰਛਾਵੇਂ ਕੁਦਰਤੀ ਚੀਜ਼ਾਂ ਦੇ, ਉਹ ਕਿੰਨੀਆਂ ਸੋਹਣੀਆਂ ਚੀਜ਼ਾਂ ਨੇ, ਉਹ ਵੀ ਇੱਕ ਰੱਬ ਦਾ ਰੂਪ ਹੀ ਹੈਗਾ। ਹਾਂਜੀ, ਉਹਦੇ ਕੌਤਕ ਨੇ, ਕੌਤਕ, ਬਿਲਕੁਲ। ਹਾਂਜੀ, ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ, ਆਪਾਂ ਇਹਨਾਂ ਚੀਜ਼ਾਂ ਤੋਂ ਸਿੱਖਦੇ ਹਾਂ, ਤੇ ਉਹ ਵੀ ਆਪਣੇ ਲਈ ਇੱਕ ਤਰ੍ਹਾਂ ਦੇ ਗੁਰੂ ਦੇ ਸਮਾਨ ਹੀ ਨੇਗੇ। ਤੇ ਇਹੀ ਵਿਚਾਰ ਸੀਗਾ ਜੀ ਮੇਰਾ ਅੱਜ ਦਾ, ਤੇ ਥੈਂਕ ਯੂ ਵੈਰੀ ਮਚ। ਧੰਨਵਾਦ। ਧੰਨਵਾਦ ਜੀ। ਸਤਨਾਮ ਸਿੰਘ ਨਾਗਰਾ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਫਤਿਹ ਜੀ। ਮੇਰਾ ਸਵਾਲ ਜੀ ਇਹ ਹੈ ਜੀ, ਜਿੱਦਾਂ ਗਾਵੀਏ ਸੁਣੀਏ ਮਨ ਰੱਖੀਏ ਭਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਇੱਥੇ ਮਨ ਤੇ ਨੰਨੇ ਨੂੰ ਸਿਹਾਰੀ ਹੈ ਜੀ ਇੱਕ, ਤੇ ਇੱਥੇ ਇੱਕ ਵਚਨ ਕਵਾਂਗੇ ਇਹਨੂੰ? ਨਹੀਂ ਜੀ, ਇਹਦਾ ਅਰਥ ਹੋਏਗਾ ਮਨ ਵਿੱਚ। ਮਨ ਵਿੱਚ, ਤੇ ਜਿਹੜਾ ਘਰ ਆ, ਜੇ ਮਨ ਦਾ ਘਰ ਦੇ ਰਾਰੇ ਨਾਲ ਸਿਹਾਰੀ, ਇਹਦਾ ਮਤਲਬ ਘਰ ਵਿੱਚ, ਹਿਰਦੇ ਵਿੱਚ, ਹਿਰਦੇ ਵਿੱਚ। ਜੇ ਘਰ ਦਾ ਰਾਰਾ ਦੇ ਥੱਲੇ ਔਂਕੜ ਹੋਏਗਾ, ਉਹਦਾ ਮਤਲਬ ਇੱਕ ਘਰ। ਠੀਕ। ਜੇ ਘਰ ਦਾ ਰਾਰਾ ਮੁਕਤਾ ਹੋਏਗਾ, ਉਹ ਸ਼ਬਦ ਪਲੂਰਲ ਹੋ ਜਾਏਗਾ, ਬਹੁਤੇ ਘਰ। ਜੇ ਘਰ ਦੇ ਰਾਰੇ ਨਾਲ ਸਿਹਾਰੀ ਹੋਏਗੀ, ਉਹਦਾ ਮਤਲਬ ਘਰ ਵਿੱਚ, ਘਰ ਵਿੱਚ, ਹਿਰਦੇ ਵਿੱਚ। ਇਹ ਵੀ ਨੰਨਾ ਮੁਕਤਾ ਹੋਏਗਾ, ਉਹਦਾ ਮਤਲਬ ਹੇ ਮਨ। ਜੇ ਮਨ ਦੇ ਨੰਨੇ ਥੱਲੇ ਔਂਕੜ ਹੋਏਗਾ ਤਾਂ ਮਨ ਕਰਤਾ ਕਾਰਕ ਇੱਕ ਵਚਨ ਪੁਲਿੰਗ ਹੋਏਗਾ। ਤੇ ਜੇ ਮਨ ਦੇ ਨੰਨੇ ਨਾਲ ਸਿਹਾਰੀ, ਉਹਦੇ ਦੋ ਅਰਥ ਬਣਨਗੇ, ਮਨ ਦੇ ਜ਼ਰੀਏ, ਔਰ ਦੂਜਾ ਅਰਥ ਬਣੇਗਾ ਮਨ ਵਿੱਚ। ਇੱਥੇ ਅਰਥ ਹੈਗਾ ਮਨ ਵਿੱਚ, ਕਿ ਜਿਹੜਾ ਸੁਣੇਗਾ, ਮੰਨੇਗਾ, ਗਾਏਗਾ, ਪਿਆਰ ਕਰੇਗਾ, ਉਹ ਦੁੱਖਾਂ ਨੂੰ ਦੂਰ ਕਰਕੇ ਸੁੱਖਾਂ ਨੂੰ ਘਰ ਲੈ ਆਵੇਗਾ। ਕਿਵੇਂ? ਜਦੋਂ ਤੁਸੀਂ ਹੌਲੀ ਹੌਲੀ ਸੱਚ ਬੋਲੋਗੇ ਤੇ ਝੂਠ ਹੌਲੀ ਹੌਲੀ ਖਿਸਕਣਾ ਸ਼ੁਰੂ ਹੋ ਜਾਏਗਾ। ਜਦੋਂ ਪਿਆਰ ਕਰਨਾ ਸ਼ੁਰੂ ਹੋਵੇ ਤੇ ਕ੍ਰੋਧ ਹੌਲੀ ਹੌਲੀ ਖਿਸਕਣਾ ਸ਼ੁਰੂ ਹੋ ਜਾਏਗਾ, ਦੁੱਖ ਚਲੇ ਜਾਣਗੇ। ਠੀਕ ਹੈ। ਇੱਕ ਦੂਜਾ ਜੀ, ਗੁਰ ਈਸ਼ਰ ਗੁਰ ਗੋਖ ਬ੍ਰਹਮਾ ਗੁਰ ਪਾਰਬਤੀ ਮਾਈ, ਜਿਹੜਾ ਈਸ਼ਰ ਹੈ ਇਹ ਸ਼ਿਵ ਨੂੰ ਵਰਤਿਆ ਗਿਆ ਜੀ? ਸ਼ਿਵ। ਅੱਛਾ, ਇੱਕ ਇੱਥੇ ਲਿਖਿਆ ਜਿੱਦਾਂ ਗੁਰੂ ਸਾਡੇ ਲਈ ਸ਼ਿਵ, ਗੋਰਖ, ਬ੍ਰਹਮਾ, ਪਾਰਬਤੀ, ਇਹ ਗੁਰੂ ਹੀ ਹੈ ਸਾਡੇ ਵਾਸਤੇ। ਗੁਰੂ ਇਹ ਮਤਲਬ, ਜਿਵੇਂ ਮੈਂ ਹੁਣ ਤੁਹਾਨੂੰ ਕਹਾਂ ਕਿ ਮੇਰੇ ਵਾਸਤੇ ਤੇ ਤੁਸੀਂ, ਮੈਂ ਤੁਹਾਡੇ ਕੋਲ ਆਵਾਂ ਕਿ ਵੀਰ ਜੀ ਮੈਨੂੰ ਇਹ ਚਾਹੀਦਾ ਹੈ, 200 ਪਾਉਂਡ ਚਾਹੀਦਾ, ਤੇ ਤੁਸੀਂ ਮੈਨੂੰ ਕਹੋ ਵੀ ਮਤਲਬ ਯਾਰ ਤੇਰਾ ਭਰਾ ਤੇ ਇੰਨਾ ਅਮੀਰ ਹੈ ਤੇ ਉਹਦੇ ਤੋਂ ਕਿਉਂ ਨਹੀਂ ਲਏ, ਤੇ ਮੈਂ ਕਹਾਂ ਭਾਈ ਸਾਹਿਬ ਮੇਰੇ ਵਾਸਤੇ ਤਾਂ ਤੁਸੀਂ ਵੀ ਭਰਾ ਹੈਗੇ ਹੋ, ਵੀ ਭਰਾ ਨਾਲ ਮੇਰੀ ਬਣਦੀ ਨਹੀਂ, ਉਹਦੀ ਕੋਈ ਵੈਲਿਊ ਨਹੀਂ ਹੈ, ਉਹ ਟੁੱਟੀ ਦਵਾਨੀ ਦੇ ਕੇ ਰਾਜੀ ਨਹੀਂ, ਮੇਰੇ ਲਈ ਤੁਸੀਂ ਵੀ ਭਰਾ ਹੋ। ਜਦੋਂ ਮੈਂ ਤੁਹਾਨੂੰ ਭਰਾ ਕਹਿ ਰਿਹਾ ਤਾਂ ਇਟ ਮੀਨਸ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਉਹਦੀ ਮੇਰੇ ਵਾਸਤੇ ਕੋਈ ਵੈਲਿਊ ਨਹੀਂ, ਉਹ ਮੈਨੂੰ ਦੇਣ ਜੋਗਾ ਕੁਛ ਨਹੀਂ। ਤਾਂ ਇੱਥੇ ਗੁਰੂ ਦੀ ਵੈਲਿਊ ਹੈ, ਵੀ ਮੇਰੇ ਵਾਸਤੇ ਗੁਰੂ ਸਭ ਕੁਛ ਹੈ, ਸੱਚਾ ਗਿਆਨ ਹੀ ਸਭ ਕੁਛ ਹੈ। ਇੱਥੇ ਗੁਰੂ ਜਿਹੜਾ ਅਸੀਂ ਇੱਕ ਓਂਕਾਰ ਨੂੰ ਵੀ ਵਰਤ ਸਕਦੇ ਹਾਂ ਜੀ? ਗੁਰੂ ਦੇਖੋ, ਅਸੀਂ ਇੱਥੇ ਗੁਰਬਾਣੀ ਨੂੰ ਹੀ ਵਰਤਾਂਗੇ। ਗੁਰੂ ਹੈਗਾ ਸਾਡਾ ਨਾ ਗਿਆਨ ਗੁਰੂ। ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਉ ਬਵੇਕੋ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਦੇ ਗੁਰ ਜਗ ਬੋਰਾਨ। ਸ਼ਬਦ ਗੁਰੂ ਹੈ, ਔਰ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ। ਗੁਰਬਾਣੀ ਦੇ ਅੰਦਰ ਜੋ ਗਿਆਨ ਹੈ ਉਹ ਸਾਡਾ ਗੁਰੂ। ਠੀਕ, ਥੈਂਕ ਯੂ ਜੀ, ਧੰਨਵਾਦ ਜੀ। ਥੈਂਕ ਯੂ ਸਤਨਾਮ ਸਿੰਘ ਜੀ। ਭੁਲੇਖਾ ਇਹ ਪਾਇਆ ਗਿਆ ਸੀਗਾ ਜੀ ਪ੍ਰੀਵੀਅਸਲੀ, ਜਦੋਂ ਅਸੀਂ ਗੁਰ ਈਸਰ ਤੇ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਤੇ ਉਹ ਉਹਨਾਂ ਦੇ ਨਾਲ ਹੀ ਗੁਰੂ ਸ਼ਬਦ ਜੋੜ ਦਿੱਤਾ, ਕਿਉਂਕਿ ਉੱਥੇ ਲਿਖਿਆ, ਉਹ ਕਹਿੰਦੇ ਲਿਖਿਆ ਇੱਥੇ ਗੁਰੂ ਈਸਰ ਆ, ਗੁਰੂ ਗੋਰਖ ਆ, ਗੁਰੂ ਬਰਮਾ, ਪਾਰਬਤੀ ਮਾਈ, ਸਾਰਾ ਕੁਝ ਉਹ ਗੁਰੂ ਆ, ਪਰ ਉਹਨਾਂ ਦੇ ਵਿੱਚੋਂ ਜਿਹੜਾ ਭਾਵ ਅਰਥ ਸੀਗਾ ਉਹ ਤਾਂ ਇਹ ਸੀਗਾ, ਪਰ ਜੋੜ ਦਿੱਤਾ ਦੂਏ ਪਾਸੇ, ਇਸ ਕਰਕੇ ਕਲੀਅਰ ਹੋ ਗਿਆ ਸਾਨੂੰ। ਥੈਂਕ ਯੂ। ਤੇ ਹੁਣ ਕੁਲਦੀਪ ਕੌਰ ਜੀ ਅਨਮਿਊਟ ਹੈਗੇ, ਤੇ ਉਹਦੇ ਬਾਅਦ ਹੋਰ ਕੋਈ ਨਹੀਂ ਹੈਗਾ ਜੀ? ਜੇ ਹੋਰ ਕਿਸੇ ਨੇ ਗੱਲਬਾਤ ਕਰਨੀ ਹੋਵੇ ਤਾਂ ਹੁਣੇ ਉਸ ਤੋਂ ਬਾਅਦ ਭੈਣ ਪੁਨੀਤ ਕੌਰ ਦੇ ਵਿਚਾਰ ਵੀ ਜ਼ਰੂਰ ਜਾਣਨੇ ਚਾਹਾਂਗੇ। ਅੱਛਾ ਠੀਕ ਹੈ ਜੀ, ਮੈਂ ਉਹਨਾਂ ਨੂੰ ਬੇਨਤੀ ਕਰ ਦਿੰਦਾ, ਉਹ ਸੁਣ ਲਏ ਉਹਨਾਂ ਨੇ ਵੈਸੇ। ਹਾਂਜੀ ਕੁਲਦੀਪ ਕੌਰ ਜੀ। ਗਿਆਨੀ ਜੀ। ਹਾਂਜੀ ਭੈਣ। ਇਹ ਜਿੰਨੀ ਵੀ ਆਹ ਬਾਣੀ ਆ, ਹਾਂਜੀ, ਜਪ ਦੀ, ਇਹਦੀ ਗੱਲ ਕਰਦੇ ਆ ਆਪਾਂ, ਇਹ ਸਾਰੀ ਮੈਂ ਤੇ ਆ, ਜੇ ਮੈਂ ਕਰਾਂ। ਹਾਂਜੀ ਮੈਂ ਕਰਾਂ, ਸਾਰਾ ਮੈਂ ਤੇ, ਹਰ ਚੀਜ਼ ਮੈਂ ਤੇ ਆਉਂਦੀ ਆ। ਹੂੰ। ਦੂਸਰਾ ਜਿਹੜਾ ਹੈਗਾ ਸੋ ਮੈਂ ਵਿਸਰ ਨਾ ਜਾਈ, ਇਹਦਾ ਪਹਿਲਾਂ ਬੜਾ ਭੁਲੇਖਾ ਹੁੰਦਾ ਸੀਗਾ ਕਿ ਕਦੀ ਲੱਗਦਾ ਸੀ ਕਿ ਮੈਂ ਉਸ ਗੁਰੂ ਤੋਂ ਨਾ, ਉਸ ਪ੍ਰਮਾਤਮਾ ਤੋਂ ਨਾ ਵਿਸਰ ਜਾਵਾਂ। ਹੁਣ ਸਮਝ ਆਈ ਕਿ ਇਹ ਗੱਲ ਮੈਨੂੰ ਕਦੇ ਭੁੱਲ ਨਾ ਜਾਵੇ ਕਿ ਮੇਰਾ ਇੱਕੋ ਹੀ ਪ੍ਰਮਾਤਮਾ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਵੀ ਇਹ ਗੱਲ ਮੈਨੂੰ ਨਾ ਭੁੱਲੇ ਵੀ ਦਾਤਾ ਇੱਕੋ ਹੀ ਹੈ, ਅਲੱਗ ਅਲੱਗ ਸਾਰਿਆਂ ਦਾ, ਹਰ ਇੱਕ ਦਾ ਇੱਕੋ ਹੀ ਹੈ। ਬੁਝਾਈ ਦਾ ਮਤਲਬ ਗੱਲ, ਸਿੱਖਿਆ, ਹਾਂ, ਸੂਝ ਸਮਝ। ਹਾਂ ਉਹ ਸਮਝਦਾ। ਠੀਕ, ਥੈਂਕ ਯੂ ਜੀ, ਧੰਨਵਾਦ। ਧੰਨਵਾਦ ਜੀ। ਪੁਨੀਤ ਕੌਰ ਜੀ ਹੁਣ ਤੁਸੀਂ ਸਟੈਡੀ ਹੋ ਜਾਓ, ਤੁਸੀਂ ਗੱਲਬਾਤ ਕਰ ਲਓ, ਅਨਮਿਊਟ ਹੋਵੋਗੇ ਫਿਰ। ਹਾਂਜੀ ਹਾਂਜੀ ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਭੈਣ ਮੇਰੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ, ਮੈਂ ਅੱਜ ਸੁਣ ਰਹੀ ਸੀ, ਥੋੜਾ ਜਿਹਾ ਹੋ ਗਿਆ ਸੀ ਬ੍ਰੇਕ, ਫਿਰ ਕਿਉਂਕਿ ਕੋਈ ਆ ਗਿਆ ਸੀ ਤਾਂ ਉੱਠਣਾ ਪੈ ਗਿਆ।
ਬਟ ਜੋ ਚੀਜ਼ ਮਿਸ ਕੀਤੀ ਉਹ ਉਹੀ ਸੀਗੀ ਜਿਹੜੀ ਹੁਣੇ ਇੱਕ ਵੀਰ ਜੀ ਨੇ ਪੁੱਛਿਆ ਸੀ, ਗੁਰੂ ਸਰ ਗੁਰੂ ਗੋਰਖਪੁਰ ਗੁਰੂ ਪਾਰਵਤੀ ਮਾਈ, ਬਸ ਉਹੀ ਪੋਰਸ਼ਨ ਸੀ ਜਿਸ ਦੇ ਬਾਰੇ ਥੋੜੀ ਜੀ ਮਤਲਬ ਮੈਂ ਮਿਸ ਕਰ ਗਈ ਸੀ, ਬਟ ਤੁਸੀਂ ਦੁਬਾਰਾ ਤੋਂ ਐਕਸਪਲੇਨ ਕਰ ਦਿੱਤਾ ਤੇ ਥੈਂਕ ਯੂ ਜੀ। ਹਾਂਜੀ ਹਾਂਜੀ ਬਸ ਹੋਰ ਕੁਛ ਨਹੀਂ ਜੀ। ਕੋਈ ਨਹੀਂ ਜੀ, ਕੋਈ ਨਹੀਂ, ਥੈਂਕ ਯੂ ਤੁਹਾਡਾ, ਇੰਨਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਗੱਲ ਹਾਂਜੀ ਹਾਂਜੀ। ਪੁਨੀਤ ਤੁਸੀਂ ਜੰਮੂ ਚ ਹੈ ਕਿ ਸ਼੍ਰੀਨਗਰ ਚ ਹੈ? ਆਂਟੀ ਮੈਂ ਜੰਮੂ ਵਿੱਚ ਹਾਂ, ਜੰਮੂ ਸ਼੍ਰੀਨਗਰ ਤੇ ਮੇਰੇ ਕੋਲੋਂ 300 ਕਿਲੋਮੀਟਰ ਦੂਰ ਹੈ। ਹਾਂ, ਪਰ ਉਹ ਅਸੀਂ ਗੱਲ ਕਰਦੇ ਸੀ ਜੰਮੂ ਤਾਂ ਪਹਿਲਾਂ ਵੀ ਸੇਫ ਸੀ, ਅਸੀਂ ਸ਼੍ਰੀਨਗਰ ਦਾ ਪੁੱਛਦੇ ਸੀਗਾ। ਹਾਂਜੀ ਆਂਟੀ ਸ਼੍ਰੀਨਗਰ ਵੀ ਹਾਂ ਠੀਕ ਹੈ, ਜੰਮੂ ਮਚ ਸੇਫਰ ਹੈ। ਉਹ ਤੇ ਸੇਫਰ ਹਾਂ ਹਾਂ ਸੇਫ ਜ਼ੋਨ ਹੈ। ਤਾਂ ਮੈਂ ਬੇਟੇ ਸਰਪ੍ਰਾਈਜ਼ ਸੀਗੀ। ਹਾਂ ਨਹੀਂ ਮੈਂ ਕੱਲ ਵੀ ਸ਼੍ਰੀਨਗਰ ਦੀ ਹੀ ਗੱਲ ਕਰ ਰਹੀ ਸੀ ਕਿ ਕਸ਼ਮੀਰ ਵਿੱਚ ਕੁਝ ਇੱਕ ਪਾਰਟਸ ਹਨ ਜਿਹੜੇ ਡਿਸਟਰਬਡ ਹਨ, ਉਹ ਵੀ ਆਊਟਸਕਰਟਸ ਵਾਲੇ ਏਰੀਆ ਜਾਂ ਜਿਹੜਾ ਡਾਊਨਟਾਊਨ ਹੈ ਜਿੱਥੇ ਬਹੁਤ ਜ਼ਿਆਦਾ ਮਤਲਬ ਪੁਰਾਣਾ ਜਿਹੜਾ ਆਬਾਦੀ ਹੈ, ਬਟ ਅਦਰਵਾਈਜ਼ ਐਸੀ ਕੋਈ ਪ੍ਰੋਬਲਮ ਨਹੀਂ ਹੈ ਸ਼੍ਰੀਨਗਰ ਦੇ ਵਿੱਚ। ਹਾਂਜੀ ਹਾਂਜੀ ਮਤਲਬ ਹਾਲੇ ਵੀ ਕਹਿ ਰਹੀ ਹਾਂ ਬਿਕਾਜ਼ ਅਸੀਂ ਲੋਕ ਤੇ ਫ੍ਰੀਕੁਐਂਟ ਵਿਜ਼ਿਟਰਸ ਆ ਉੱਥੋਂ ਦੇ, ਤੇ ऐसा कुछ नहीं है, बस यही है इस टाइम से थोड़ा chaotic चल रही है सिचुएशन क्योंकि बाकी सब ठीक है, बाकी अदरवाइज कोई ऐसा इशू होता नहीं है। हाइप दे दो तो जिथे मर्जी ले जाओ गल नूं ते ਅਸੀਂ ਤੇ ਘੁੰਮ ਫਿਰ ਕੇ ਆ ਜਾਈਦਾ ਤੇ ਸਾਨੂੰ ਪਤਾ ਨਹੀਂ ਚੱਲਦਾ ਕਿ ਐਸਾ ਕੁਝ ਹੈ ਵੀ ਹੈ ਕਿ ਨਹੀਂ ਕਸ਼ਮੀਰ ਵਿੱਚ। ਜਿਹੜੇ ਲੋਕ ਉੱਥੇ ਰਹਿੰਦੇ ਉਹਨਾਂ ਤੋਂ ਅਸਲ ਲੱਗੇਗੀ ਜੀ। ਬਿਲਕੁਲ 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 ਅਸੀਂ ਮਤਲਬ ਬਿਕਾਜ਼ ਅਸੀਂ ਤੇ ਬਹੁਤ ਦੂਰ ਜਿਹੜੇ ਉੱਥੇ ਦੇ ਗੁਰਦੁਆਰਾ ਸਾਹਿਬ ਅਸੀਂ ਤਕਰੀਬਨ ਉੱਥੇ ਹੀ ਵਿਜ਼ਿਟ ਕਰੀਦਾ। ਹਾਂਜੀ ਹਾਂਜੀ ਕੋਈ ਐਸੀ ਗੱਲ ਨਹੀਂ। as long as ਤੁਸੀਂ ਸੇਫ ਹੈ ਜੀ, ਇੱਥੇ ਮੇਨ ਚੀਜ਼ ਤਾਂ ਇਹ ਹੈ। ਥੈਂਕ ਯੂ ਵੈਰੀ ਮਚ। ਹਾਂਜੀ ਜੰਮੂ ਚ ਤਾਂ ਬਹੁਤ ਹੈ। ਹਾਂਜੀ 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 ਅੱਛਾ ਥੈਂਕ ਯੂ ਜੀ। ਸਾਡੇ ਨਾਲ ਨਰਿੰਦਰ ਸਿੰਘ ਮੁੜ ਕੇ ਆਏ ਆ ਜੀ, ਉਹਨਾਂ ਨੇ ਕੁਝ ਸ਼ਾਇਦ ਪੁੱਛਣਾ ਹੋਵੇ ਤਾਂ 1 ਸਕਿੰਟ ਜੀ। ਇੱਕ ਮਿੰਟ। ਤੇ ਸਾਡੇ ਨਾਲ ਵਿਰਕ ਸਾਹਿਬ ਵੀ ਜੁੜੇ। ਵਿਰਕ ਸਾਹਿਬ ਜੇ ਤੁਸੀਂ ਵੀ ਕੋਈ ਗੱਲ ਕਰਨੀ ਤੁਸੀਂ ਵੀ ਅਨਮਿਊਟ ਹੋ ਜਾਇਓ। ਹਾਂਜੀ ਪਹਿਲਾਂ ਜਸਰ ਸਾਹਿਬ ਤੁਸੀਂ ਕੁਝ ਕਹਿਣਾ? ਹਾਂਜੀ ਮੈਂ ਸਿਰਫ ਇਹੀ ਕਹਿਣਾ ਸੀਗਾ ਜੀ ਕਿ ਗਿਆਨੀ ਜੀ ਨੇ ਜਿਹੜੀ ਸਾਨੂੰ ਗਿਆਨ ਦੀ ਟਾਰਚ ਦੇਤੀ ਹੈਗੀ ਹੈ, ਇਹ ਸਾਨੂੰ ਬਹੁਤ ਕੁਝ ਦਿਖਾਊਗੀ ਤੇ ਹੁਣ ਆਪਾਂ ਨੂੰ ਆਪਣੀ ਇਮੇਜਿਨੇਸ਼ਨ ਵੀ ਯੂਜ਼ ਕਰਨੀ ਚਾਹੀਦੀ ਹੈ ਨਾ ਵੀ। ਬਹੁਤ ਬਹੁਤ ਧੰਨਵਾਦ ਗਿਆਨੀ ਜੀ ਦਾ ਸਾਨੂੰ ਸਿੱਧੇ ਰਸਤੇ ਪਾਉਣ ਲਈ। ਧੰਨਵਾਦ ਜੀ। ਜਸਵਿੰਦਰ ਸਿੰਘ ਜੀ ਤੁਸੀਂ ਮੁੜ ਕੇ ਫੇਰ ਆਏ ਆ, ਤੁਸੀਂ ਗੱਲ ਕਰ ਲਓ। ਹਾਂਜੀ ਭਾਜੀ ਮੇਰਾ ਸੁਭਾਅ ਸੀ ਜਿੱਦਾਂ ਹੁਣ ਜਿਹੜਾ ਨਾਨਕ ਸ਼ਬਦ ਹੈਗਾ ਜਿੱਦਾਂ ਵੀ 3 ਪ੍ਰਕਾਰ ਹੁੰਦਾ ਜਿੱਦਾਂ ਗੁਰਬਾਣੀ ਵਿੱਚ ਇੱਕ ਨਾਨਕ ਮੁਕਤਾ ਪਿਆ, ਇੱਕ ਨੰਨੇ ਨੂੰ ਕਹਿੰਦਾ ਨੰਨਾ ਕੱਕੇ ਨੂੰ ਸਿਹਾਰੀ, ਤੇ ਇੱਕ ਪਿਆ ਨੰਨੇ ਨੂੰ ਕਹਿੰਦਾ ਨੰਨਾ ਕੱਕੇ ਨੂੰ। ਇਹ ਤਿੰਨਾਂ ਬਾਰੇ ਐਕਸਪਲੇਨ ਕਰੋਗੇ ਕਿੱਦਾਂ ਅਸੀਂ ਇਹਨਾਂ ਨੂੰ ਵਰਤ ਕੇ ਗੁਰੂ ਸਾਹਿਬ ਬਾਰੇ ਹੋਰ ਸਮਝ ਸਕਦੇ ਹਾਂ? ਹਾਂਜੀ, ਜਿੱਥੇ ਨਾਨਕ ਦਾ ਕੱਕਾ ਮੁਕਤਾ ਹੈ ਉਹ ਕਵੀ ਦੀ ਮੋਹਰ ਛਾਪ ਹੈ ਤੇ ਉਹਦਾ ਮਤਲਬ ਹੈਗਾ ਹੇ ਨਾਨਕ। ਜਿੱਥੇ ਨਾਨਕ ਦਾ ਕੱਕੇ ਥੱਲੇ ਔਂਕੜ ਹੋਏਗਾ ਉਹ ਨਾਨਕ ਜਿਹੜਾ ਕਰਤਾ ਕਾਰਕ ਇੱਕ ਵਚਨ ਪੁਲਿੰਗ ਸ਼ਬਦ ਹੋਏਗਾ, ਮੇਲ ਜੈਂਡਰ ਵੀ ਹੋਏਗਾ ਔਰ ਸਿੰਗੂਲਰ ਵੀ ਹੋਏਗਾ। ਔਰ ਜਿੱਥੇ ਨਾਨਕ ਦੇ ਕੱਕੇ ਨਾਲ ਸਿਹਾਰੀ ਹੋਏਗੀ ਉਹਦਾ ਮਤਲਬ ਹੋਏਗਾ ਨਾਨਕ ਨੇ ਜਾਂ ਨਾਨਕ ਵਿੱਚ। ਆਮ ਕਰਕੇ ਅਰਥ ਹੋਏਗਾ ਨਾਨਕ ਨੇ। ਠੀਕ ਹੈ, ਸ਼ੁਕਰੀਆ। ਧੰਨਵਾਦ ਜੀ। ਹੁਣ ਲਾਸਟ 1 ਸੈਕਿੰਡ ਗਿਆਨੀ ਜੀ, ਫਿਰ ਉੱਥੇ ਉਹ ਆ ਜਾਏਗਾ ਕਿ ਗੁਰੂ ਨਾਨਕ ਜੀ ਨੇ ਕਿਹਾ? ਹਾਂਜੀ, ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ। ਹਾਂ ਕਹਿ ਰਹੇ ਨੇ, ਅੱਛਾ ਠੀਕ ਹੈ। ਨਾਨਕ ਨੇ ਇਹ ਕੰਮ ਕੀਤਾ, ਨਾਨਕ ਨੇ ਸਿਮਰਨ ਕੀਤਾ, ਨਾਨਕ ਨੇ ਮਤਲਬ ਜਿਵੇਂ ਮੋਹਰ ਸਿੰਘ ਨੇ ਪਾਣੀ ਪੀਤਾ, ਹਾਂ ਉਵੇਂ ਨੇ ਅਧਿਕਰਨ ਕਾਰਕ ਹੋਏਗਾ। ਹਾਂਜੀ ਹਾਂ ਠੀਕ ਥੈਂਕ ਯੂ। ਠੀਕ ਹੈ ਜੀ। ਹੁਣ ਲਾਸਟ ਦੇ ਵਿੱਚ ਸਾਡੇ ਨਾਲ 1 ਸਕਿੰਟ ਜੀ। ਹਾਂਜੀ ਸਾਡੇ ਨਾਲ ਹੈਗੇ ਜੀ ਹਰਨੇਕ ਸਿੰਘ, ਤੇ ਉਹਦੇ ਬਾਅਦ ਚ ਤਾਂ ਹੈ ਨਹੀਂ ਕੋਈ ਵੀ, ਜਿਹਦਾ ਆਪਾਂ ਦੇਖ ਲੈਣੇ ਫਿਰ ਜੇ ਕੋਈ ਹੋਰ ਵੀ ਹੋਇਆ ਤਾਂ। ਹਰਨੇਕ ਸਿੰਘ ਜੀ ਤੁਸੀਂ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਫਤਿਹ ਜੀ। ਗਿਆਨੀ ਤੁਸੀਂ ਰੱਬ ਬਾਰੇ ਦੱਸਿਆ ਬਈ ਉਹਨਾਂ ਦਾ ਕੋਈ ਜਨਮ ਨਹੀਂ ਸੀਗਾ, ਕੋਈ ਹੋਇਆ ਉਹਨਾਂ ਜਾਨ ਨਹੀਂ, ਉਸ ਹਰੇਕ ਜਗ੍ਹਾ 'ਚ ਹੈਗੇ ਆ। ਹਰੇਕ ਜਗ੍ਹਾ ਤੁਹਾਡੇ ਵਿੱਚ ਆ, ਤੁਸੀਂ ਸੱਚ ਬੋਲੋ ਤੇ ਤੁਹਾਡੇ ਨਾਲ ਹੀ ਆ। ਤੇ ਫਿਰ ਅਸੀਂ ਮੱਥਾ ਤੁਸੀਂ ਕਹਿੰਦੇ ਉਹਨਾਂ ਦੀ ਫੋਟੋ ਵੀ ਨਹੀਂ ਬਣ ਸਕਦੀ, ਪਿਕਚਰ ਵੀ ਨਹੀਂ, ਕਿਉਂਕਿ ਉਹਨਾਂ ਦਾ ਜਨਮ ਨਹੀਂ ਹੋਇਆ ਜਾਂ ਦਿਸੇ ਨਹੀਂ, ਪਿਕਚਰ ਨਹੀਂ ਬਣ ਸਕਦੀ, ਤਾਂ ਮੱਥਾ ਵੀ ਟੇਕਣ ਦੀ ਕੋਈ ਲੋੜ ਨਹੀਂ ਕਿਸੇ ਫੋਟੋ ਨੂੰ। ਤੇ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈਗੀ ਉਹਨੂੰ ਕੀ ਬੁੱਕ ਕਹੋਗੇ ਜਾਂ ਕੀ ਕਹੋਗੇ?
ਨਹੀਂ ਦੇਖੋ, ਅਸੀਂ ਬੁੱਕ ਨਹੀਂ ਕਹਿ ਸਕਦੇ ਉਹਨੂੰ, ਕਿਉਂਕਿ ਜਦੋਂ ਗੁਰੂ ਦੀ ਪਦਵੀ ਗੁਰੂ ਸਾਹਿਬ ਨੇ ਦਿੱਤੀ ਹੈ ਉਹ ਚ ਗਿਆਨ ਦੀ ਤਾਂ ਮੈਂ ਸਮਝਦਾ ਕਿ ਜੋ ਉਹਦੇ ਵਿੱਚ ਲਿਖਿਆ ਉਹ ਗਿਆਨ ਹੈਗਾ, ਉਹਨੂੰ ਮੱਥਾ ਅਸੀਂ ਟੇਕਦੇ, ਪਰ ਐਜ਼ ਏ ਜਿਹਨੇ ਰਿਟਨ ਲਿਖੀ ਗਈ ਆ ਉਹ ਤਾਂ ਇੱਕ ਬੁੱਕ ਹੀ ਫਿਰ ਹੋ ਸਕਦੀ। ਨਹੀਂ, ਅਸੀਂ ਨਾ ਦੇਖੋ ਬੁੱਕ ਔਰ ਜਿਵੇਂ ਧਾਰਮਿਕ ਜਿਹੜੀ ਕੋਈ ਐਸੀ ਚੀਜ਼ ਹੋਏਗੀ ਉਹਨੂੰ ਗ੍ਰੰਥ ਕਿਹਾ ਜਾਂਦਾ ਹੈ ਨਾ। ਹਾਂਜੀ ਹਾਂਜੀ। ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਨਾਮ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ। ਜਿਹੜੀ ਬੁੱਕ ਹੈਗੀ ਉਹ ਤੇ ਆਮ ਹੁੰਦੀ ਹੈ, ਤੇ ਇਹ ਜਿਹੜੀ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਨੇ ਵਿਸ਼ੇਸ਼ਤਾ ਰੱਖਦੇ ਨੇ ਔਰ ਗੁਰਿਆਈ ਗੱਦੀ ਪ੍ਰਦਾਨ ਹੈ, ਇਸ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਪੂਰਾ ਨਾਮ ਹੈ ਉਹ ਹੀ ਲੈਣਾ ਚਾਹੀਦਾ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਕਰੋਗੇ ਨਾ ਜਾਂ ਪ੍ਰਕਾਸ਼ ਕਰਨਾ ਹੋਏ ਤਾਂ ਜਿਹੜੀ ਜਿਲਦ ਦੇ ਉੱਤੇ ਸਭ ਤੋਂ ਉੱਤੇ ਲਿਖਿਆ ਹੋਏਗਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਠੀਕ ਹੈ ਜੀ, ਤੇ ਸਾਨੂੰ ਉਹੀ ਨਾਮ ਲੈਣਾ ਚਾਹੀਦਾ ਨਾ। ਠੀਕ, ਜਿਹੜੀ ਤੁਹਾਡਾ ਬੁੱਕ ਨਹੀਂ ਕਹਿ ਸਕਦੇ। ਨਹੀਂ ਬੁੱਕ ਨਹੀਂ, ਬੁੱਕਾਂ ਨੂੰ ਕਹਿਣਾ ਜੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਗ੍ਰੰਥ ਸਾਹਿਬ ਅਸੀਂ ਕਹਿ ਸਕਦੇ ਹਾਂ। ਤੇ ਦੂਜੀ ਗੱਲ ਹੈ ਵੀ ਜਿਹੜਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਹਾਂਜੀ, ਉਹਦਾ ਮੀਨਿੰਗ ਇਹ ਹੈਗਾ ਕਿ ਅਸੀਂ ਪ੍ਰੋਮਿਸ ਕਰ ਰਹੇ ਹਾਂ ਵੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗਿਆਨ ਲਿਖਿਆ ਹੈ, ਜੋ ਵੇ ਆਫ ਲਾਈਫ ਦਿੱਤਾ ਹੈ, ਉਹਨੂੰ ਮੈਂ ਸਿਰ ਮੱਥੇ ਪ੍ਰਵਾਨ ਕਰਨਾ। ਮੈਂ ਪ੍ਰੋਮਿਸ ਕਰਨਾ ਕਿ ਮੈਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵਾਂਗਾ। ਮੱਥਾ ਟੇਕਣ ਦਾ ਮਤਲਬ ਹੈ। ਮੈਂ ਤਾਂ ਇੱਕ ਵਾਰੀ ਪੁੱਛਿਆ, ਇੱਕ ਕੁਐਸਚਨ ਤੁਹਾਨੂੰ ਪੁੱਛਿਆ ਹੈਗਾ, ਇੱਕ ਤਾਂ ਨਾ ਐਕਚੁਅਲੀ ਡਿਬੇਟ ਚੱਲ ਰਹੀ ਸੀ ਰੇਡੀਓ ਦੇ ਉੱਤੇ, ਤੇ ਇੱਕ ਸਾਈਡ ਤੇ ਸੀਗੇ ਟਕਸਾਲ ਦਾ ਮੈਂਬਰ, ਟਕਸਾਲੀ ਸੀਗਾ, ਤੇ ਦੂਜੀ ਸਾਈਡ ਜਿਹੜਾ ਪ੍ਰੈਜ਼ੈਂਟਰ ਸੀਗਾ ਉਹ ਐਕਚੁਅਲੀ ਟਕਸਾਲੀ ਕਹਿ ਰਿਹਾ ਸੀ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਆ ਇਹ ਸਾਡਾ ਰੱਬ ਹੈਗਾ, ਠੀਕ ਹੈ ਜੀ। ਪਰ ਜਿਹੜਾ ਮੂਹਰੋਂ ਪ੍ਰੈਜ਼ੈਂਟਰ ਸੀਗਾ ਉਹ ਇਹ ਕਹਿ ਰਿਹਾ ਸੀ ਦੇਖੋ ਇਹ ਰੱਬ ਨਹੀਂ, ਇਹ ਇੱਕ ਬੁੱਕ ਹੈਗੀ ਆ, ਇਹ ਜਿਹੜੀ ਕਿ ਬੁੱਕ ਤੁਸੀਂ ਕਿਤੋਂ ਵੀ ਖਰੀਦ ਸਕਦੇ, 2000 10,000 ਦੇ ਵਿੱਚ ਮਿਲ। ਤੇ ਉਹ ਕਹਿ ਰਹੇ ਸੀ ਮੂਹਰੋਂ ਵੀ ਤੁਹਾਡਾ ਰੱਬ ਦੀ ਵੈਲਿਊ 10,000 ਰੁਪਈਆ ਥੋੜ੍ਹਾ, ਪਰ ਜੋ ਉਹਦੇ ਵਿੱਚ ਲਿਖਿਆ ਹੈ ਉਹ ਸਮਝ ਨਹੀਂ ਰਿਹਾ। ਮੈਂ ਇਸ ਕਰਕੇ ਕੁਐਸਚਨ ਰੱਖਿਆ ਸੀ ਕਿ ਜੋ ਲਿਖਿਆ ਉਹਦੀ ਵੈਲਿਊ ਆ ਉਹ ਨਹੀਂ ਦੇਖੋ, ਵੈਲਿਊ ਹਰ ਥਾਂ ਦੇ ਉੱਤੇ ਉਸੇ ਚੀਜ਼ ਦੀ ਹੁੰਦੀ ਹੈ, ਤਾਂ ਉਹਦੀ ਵੈਲਿਊ ਤਾਂ ਹੀ ਹੈ ਨਾ ਕਿ ਉਹਦੇ ਵਿੱਚ ਉਹ ਚੀਜ਼ ਲਿਖੀ। ਅਸੀਂ ਦੇਖੋ ਕੋਰੇ ਕਾਗਜ਼ ਨੇ, ਉਹਨਾਂ ਨੂੰ ਤਾਂ ਨਹੀਂ ਨਾ ਅਸੀਂ ਕਰ ਸਕਦੇ। ਇਸ ਕਰਕੇ ਇਹੋ ਜਿਹੀ ਜਿਹੜੀ ਵਿਵਾਦਿਤ ਚੀਜ਼ਾਂ ਨੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ। ਅਸਲੀ ਗੱਲ ਹੈਗੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਗੱਦੀ ਦਿੱਤੀ, ਇਹਨੂੰ ਅਸੀਂ ਸਾਰੇ ਸਿੱਖ ਵੀਰ ਮੰਨਦੇ ਹਾਂ। ਇਤਿਹਾਸਕ ਸਾਡੇ ਕੋਲ ਸਬੂਤ ਨੇ, ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਹੀ ਬੋਲਣਾ ਚਾਹੀਦਾ। ਵੈਸੇ ਪੂਰਾ ਨਾਮ ਹੈਗਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਐਵੇਂ ਸਾਨੂੰ ਬੋਲਣਾ ਚਾਹੀਦਾ। ਔਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗਿਆਨ ਲਿਖਿਆ ਹੈ, ਉਸ ਗਿਆਨ ਮੁਤਾਬਕ ਸਾਨੂੰ ਜ਼ਿੰਦਗੀ ਜੀਣੀ ਚਾਹੀਦੀ ਹੈ। ਸਤਿਗੁਰ ਦੀ ਆਗਿਆ ਜਿਹੜੀ ਹੈ ਸਾਨੂੰ ਸਤ ਕਰਕੇ ਮੰਨਣੀ ਚਾਹੀਦੀ ਹੈ, ਕਿ ਨਹੀਂ? ਔਰ ਗੁਰਬਾਣੀ ਅਨੁਸਾਰ ਸਾਨੂੰ ਜ਼ਿੰਦਗੀ ਜੀਣੀ ਚਾਹੀਦੀ ਹੈ। ਮੱਥਾ ਟੇਕਣ ਦਾ ਮਤਲਬ ਇਹ ਹੈਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਗਿਆਨ ਦਿੱਤਾ ਹੈ ਗਿਆਨ ਨੂੰ ਪ੍ਰਵਾਨ ਕਰਦੇ ਹਾਂ। ਔਰ ਅੱਜ ਤਾਂ ਮਤਲਬ ਸਾਡੇ ਇੰਡੀਆ ਦੇ ਕਾਨੂੰਨ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਨੂੰ ਲਿਵਿੰਗ ਗੁਰੂ ਦੇ ਰੂਪ ਦੇ ਵਿੱਚ ਅਸੈਪਟ ਕੀਤਾ ਗਿਆ ਹੈ, ਤੇ ਇਸ ਕਰਕੇ ਸਾਨੂੰ ਇਹੋ ਜਿਹੇ ਜਿਹੜੇ ਵਿਵਾਦ ਜਿਹੜੇ ਛੇੜਦੇ ਨੇ ਉਹ ਗੁਰੇਜ਼ ਕਰਨਾ ਚਾਹੀਦਾ। ਓਕੇ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਥੈਂਕ ਯੂ ਜੀ। ਵਿਰਕ ਸਾਹਿਬ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ, ਫਤਿਹ। ਮੈਂ ਤਾਂ ਹਰਨੇਕ ਸਿੰਘ ਜੀ ਨੂੰ ਕਹਿੰਦਾ ਸੀ, ਮੈਂ ਜਿਹੜੇ ਟਕਸਾਲੀਆਂ ਦੀ ਜਾਂ ਉਹਦੇ ਨਾਲ ਵਿਵਾਦ ਹੈ ਸੁਣਨ ਦੀ ਲੋੜ ਹੀ ਨਹੀਂ ਹੁੰਦੀ, ਕਿਉਂਕਿ ਜੇ ਉਹ ਸੱਚ ਬੋਲਣਗੇ ਜਿਹੜੇ ਉਹਨਾਂ ਦੇ ਮਹਾਂਪੁਰਸ਼ ਆ ਨਾ, ਫਿਰ ਉਹਨਾਂ ਨੂੰ ਮੰਨਣਾ, ਉਹਨੂੰ ਛੱਡਣਾ ਪਵੇਗਾ। ਇਹ ਰੌਲਾ ਹੀ ਆ ਉਹਨਾਂ ਦਾ। ਉਹਨਾਂ ਬਾਰੇ ਤਾਂ ਮੈਨੂੰ ਸੁਣਿਆ ਨਹੀਂ, ਕਿਉਂਕਿ ਮੈਂ ਜ਼ਿਆਦਾ ਸੁਣਦਾ ਨਹੀਂ ਕਿਸੇ ਨੂੰ। ਮੈਂ ਸਿਰਫ ਗੁਰਬਾਣੀ ਨੂੰ ਆਪ ਪੜ੍ਹ ਕੇ ਤੇ ਆਪਣਾ ਹੀ ਮੈਂ ਕਿਸੇ ਨੂੰ ਸੁਣਦਾ ਨਹੀਂ, ਕਿਸੇ ਵੀ ਰੇਡੀਓ ਨੂੰ। ਚੱਕਰ ਹੈ ਨਾ ਬਾਬਾ ਜੀ, ਜਿੱਥੇ ਜਾਂ ਨੇਕੀ ਦੇ ਚੇਲੇ ਜਾਂ ਢੱਡਰੀਆਂ ਵਾਲੇ ਲਾ ਲਓ ਜਾਂ ਟਕਸਾਲੀ ਹੋਣਗੇ, ਉਹ ਇੱਕ ਦੂਜੇ ਦੇ ਖਿਲਾਫ ਇੰਨੀ ਕਰ ਦਿੰਦੇ ਆ, ਜਿਹੜੀ ਸਹੀ ਗੱਲ ਤੋਂ ਪਾਸੇ ਹੋ ਜਾਂਦੇ ਆ ਉਹ। ਨਹੀਂ, ਮੈਨੂੰ ਉਹਨਾਂ ਬਾਰੇ ਨੌਲੇਜ ਨਹੀਂ, ਕਿਉਂਕਿ ਮੈਂ ਕਦੀ ਸੁਣਿਆ ਹੀ ਨਹੀਂ ਹੈ ਉਹਨਾਂ ਨੂੰ, ਕਿਸੇ ਨੂੰ ਵੀ। ਤੇ ਮੈਂ ਡਾਇਰੈਕਟ ਦੇਖੋ, ਮੈਂ ਕਿਸੇ ਦਾ ਵੀ ਸਪੋਰਟਰ ਨਹੀਂ, ਕਿਸੇ ਦਾ ਵਿਰੋਧੀ ਨਹੀਂ। ਮੈਂ ਸਿੱਧਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪਣੇ ਆਪ ਨੂੰ ਜੋੜਨ ਦਾ ਟਰਾਈ ਕੀਤੀ ਹੈ, ਔਰ ਤੁਹਾਨੂੰ ਵੀ ਮੈਂ ਬੇਨਤੀ ਕਰਨਾ ਕਿ ਡਾਇਰੈਕਟ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੁਸੀਂ ਜੁੜੋ। ਜਿਹੜੀ ਗੱਲ ਸੱਚੀ ਹੈ, ਜੋ ਯੂਨੀਵਰਸਲ ਟਰੂਥ ਦੇ ਉੱਤੇ ਪੂਰੀ ਉਤਰਦੀ ਹੈ, ਉਸ ਗੱਲ ਨੂੰ ਸਾਨੂੰ ਅਪਣਾਉਣਾ ਚਾਹੀਦਾ। ਜੇ ਕਿਤੇ ਕਿਸੇ ਦੀ ਗੱਲ ਦੇ ਵਿੱਚ ਗਲਤ ਹੈ, ਤੁਹਾਨੂੰ ਛੱਡ ਦਿਓ ਔਰ ਡਾਇਰੈਕਟ ਗੁਰੂ ਸਾਹਿਬ ਦੇ ਨਾਲ ਜੁੜੋ। ਵਿੱਚ ਵਿਚੋਲਾ ਕਿਉਂ ਲੈਣਾ? ਜਿਵੇਂ ਆਪਾਂ ਪਿੱਛੇ ਗੱਲ ਕੀਤੀ ਸੀ ਨਾ ਕਿ ਪਤੀ ਪਤਨੀ ਦੇ ਵਿੱਚ ਇੱਕ ਥਰਡ ਪਰਸਨ ਆ ਜਾਂਦਾ ਤਾਂ ਉਹ ਰਿਸ਼ਤਾ ਅਪਵਿੱਤਰ ਹੋ ਜਾਂਦਾ ਹੈ। ਜੇ ਮੇਰੇ ਔਰ ਗੁਰੂ ਦੇ ਦਰਮਿਆਨ ਮੈਂ ਕਿਸੇ ਵਿੱਚ ਵਿਚੋਲਾ ਖੜਾ ਕਰ ਲੈਣਾ ਤਾਂ ਉਹ ਮੇਰਾ ਰਿਸ਼ਤਾ ਹੀ ਅਪਵਿੱਤਰ ਹੋ ਜਾਣਾ। ਇਸ ਕਰਕੇ ਮੈਂ ਡਾਇਰੈਕਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ। ਤੁਸੀਂ ਵੀ ਜੁੜੋ, ਹੋਰ ਵੀ ਜੁੜਨ, ਤੇ ਇੱਕ ਸੁਰਤਾ ਤਾਂ ਹੀ ਹੋ ਸਕਦੀ। ਨਹੀਂ, ਮੈਂ ਉਹਨਾਂ ਦੇ ਜੁੜਨ ਦੀ ਗੱਲ ਨਹੀਂ ਕਰ ਰਿਹਾ, ਮੈਂ ਡਿਬੇਟ ਦੀ ਗੱਲ ਕਰ ਰਿਹਾ। ਡਿਬੇਟ ਸੁਣੀ ਦੀ ਹੈ ਕਈ ਵਾਰੀ। ਮੈਨੂੰ ਉਸ ਬਾਰੇ ਨੌਲੇਜ ਨਹੀਂ, ਕਿਉਂਕਿ ਮੈਂ ਨਾ ਉਹ ਸੁਣਦਾ ਹੀ ਨਹੀਂ। ਉਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਵੀ ਉਹ ਕੀ ਡਿਬੇਟ ਕਰਦੇ ਨੇ, ਮੈਨੂੰ ਪਤਾ ਹੀ ਨਹੀਂ ਹੈ ਨਾ ਸੁਣਦੇ। ਇਸ ਕਰਕੇ ਮੈਂ ਉਹਦੇ ਬਾਰੇ ਨਾਮ ਵੀ ਨਹੀਂ ਹੁੰਦਾ ਬਾਜੀ, ਪਤਾ ਤੁਹਾਨੂੰ ਨਾਮ ਵੀ ਨਹੀਂ ਹੁੰਦਾ।
ਚਲੋ ਆਪ ਤੁਸੀਂ ਇਦਾਂ ਡਿਬੇਟ ਦੇ ਵਿੱਚ ਤਾਂ ਹੀ ਪਾਓ ਤਾਂ ਠੀਕ ਹੈ। ਆਪਾਂ ਜਿਹੜੀ ਇੱਥੇ ਚੱਲਦੀ ਆ ਗੱਲਬਾਤ। ਬੇਟੇ ਪਤਾ ਕੀ ਖੜਕ ਸਿੰਘ, ਮੈਂ ਤਾਂ ਕੋਈ ਕਮੈਂਟ ਕਰ ਸਕਦਾ, ਮੈਂ ਨਾ ਸੁਣਦਾ ਹੂੰ, ਮੈਂ ਸੁਣਦਾ ਹੀ ਨਹੀਂ ਹੈਗਾ। ਮੈਨੂੰ ਉਹਨਾਂ ਦੀ ਡਿਬੇਟ ਬਾਰੇ ਨੌਲੇਜ ਨਹੀਂ, ਰਿਐਲਿਟੀ ਇਹ ਕਿ ਮੈਂ ਸੁਣਦਾ ਹੀ ਨਹੀਂ, ਮੈਨੂੰ ਪਤਾ ਹੀ ਨਹੀਂ ਹੈ ਵੀ ਕਿਹਦੀ ਤੁਸੀਂ ਗੱਲ ਕਰ ਰਹੇ, ਮੈਂ ਉਹਦੇ ਬਾਰੇ ਨੌਲੇਜ ਨਹੀਂ ਹੈ ਬਿਲਕੁਲ। ਇਹ ਠੀਕ ਕਹਿ ਰਹੇ ਉਹ ਤਾਂ ਮੈਨੂੰ ਪੜ੍ਹਨ ਤੋਂ ਟਾਈਮ ਨਹੀਂ ਮਿਲਦਾ, ਮੈਂ ਕਾਫੀ ਕੁਝ ਪੜ੍ਹਨਾ ਹੁੰਦਾ, ਗੁਰਬਾਣੀ ਨੂੰ ਸਮਝਣ ਦਾ ਟਰਾਈ ਕਰ। ਸਾਡੇ ਕੋਲ ਟਾਈਮ ਹੁੰਦਾ ਨਾ ਬਾਬਾ ਜੀ। ਹਾਂ ਤੁਸੀਂ ਅੱਛਾ, ਥੈਂਕ ਯੂ ਵਿਰਕ ਸਾਹਿਬ, ਥੈਂਕ ਯੂ ਵੈਰੀ ਮਚ, ਧੰਨਵਾਦ। ਇੱਕ ਸਕਿੰਟ, ਜਸਵਿੰਦਰ ਸਾਹਿਬ ਫੇਰ ਮੁੜ ਕੇ ਆਏ ਜੀ, ਤੁਸੀਂ ਕੁਝ ਕਹਿਣਾ? ਹਾਂਜੀ ਹਾਂਜੀ ਭਾਈ ਸਾਹਿਬ, ਮੇਰਾ ਜਿਹੜਾ ਸੁਭਾਅ ਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਹੁਣ ਧੁਰ ਕੀ ਬਾਣੀ ਆਪਾਂ ਕਹਿੰਦੇ ਪਰਮਾਤਮਾ ਦੇ ਬੋਲ ਆ, ਪਰ ਆਏ ਗੁਰੂ ਨਾਨਕ ਦੇ ਥਰੂ ਆ, ਜਿੱਦਾਂ ਭਗਤਾਂ ਦੇ ਥਰੂ ਆਏ ਆ, ਪਰ ਆਪਾਂ ਇਹਨੂੰ ਇਸ ਪਰਮਾਤਮਾ ਦੇ ਬੋਲ ਕਰਕੇ ਇਹਦੇ ਵਿੱਚ ਕੋਈ ਚੇਂਜ ਕੀਤੀ ਨਹੀਂ ਜਾ ਸਕਦੀ ਜੀ, ਪਰ ਇਹਨੂੰ ਆਪਾਂ ਪਰਮਾਤਮਾ ਦੇ ਬੋਲ ਆਏ ਸਮਝਾਂਗੇ ਵੀ ਗੁਰੂ ਸਾਹਿਬ ਨੇ ਲਿਆਂਦੇ ਆਪਾਂ ਨੂੰ ਸਿੱਖਿਆ ਦੇਣ ਦੇ ਬਾਰੇ, ਆਪਣਾ ਜੀਵਨ ਸੁਧਾਰਨ ਦੇ ਵਾਸਤੇ। ਦੇਖੋ ਗੁਰੂ ਸਾਹਿਬ ਦੇ ਜਿਹੜੇ ਬੋਲ ਨੇ, ਜੈਸੀ ਮੈਂ ਆਵੇ ਕਸਮ ਕੀ ਬਾਣੀ, ਵੀ ਜੋ ਰੱਬੀ ਰਜ਼ਾ ਹੈ ਨਾ, ਜੋ ਹੁਕਮ ਹੈ, ਜੋ ਸਿਸਟਮ ਹੈ, ਉਹਦੇ ਮੁਤਾਬਕ ਗੁਰੂ ਸਾਹਿਬ ਜੀ ਬੋਲ ਰਹੇ ਨੇ। ਤੇ ਸਾਨੂੰ ਲੋੜ ਹੈਗੀ ਹੈ ਵੀ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ। ਜਦੋਂ ਅਸੀਂ ਗੁਰਬਾਣੀ ਨੂੰ ਸਮਝ ਕੇ ਜ਼ਿੰਦਗੀ ਜੀਵਾਂਗੇ ਨਾ, ਕੁਝ ਸਵਾਲ ਐਸੇ ਹੁੰਦੇ ਨੇ, ਉਹਨਾਂ ਦੇ ਉੱਤਰ ਅੱਗੇ ਜਾ ਕੇ ਮਿਲਣੇ ਹੁੰਦੇ। ਠੀਕ ਹੈ। ਜਦੋਂ ਅਸੀਂ ਜੇ ਹੁਣ ਅਸੀਂ ਕਹੀਏ ਨਾ ਵੀ ਮਿਸ਼ਰੀ ਦਾ ਸ਼ਰਬਤ ਕਿਵੇਂ ਦਾ ਲੱਗਦਾ ਹੈ, ਤੇ ਮੈਂ ਕਹਿ ਦਵਾਂਗਾ ਬੜਾ ਸਵਾਦ ਲੱਗਦਾ ਮਿੱਠਾ, ਤੇ ਤੁਸੀਂ ਫਿਰ ਕਹੋਗੇ ਮਿੱਠਾ ਕਿਵੇਂ ਦਾ, ਤਾਂ ਉਹਦਾ ਉੱਤਰ ਤੁਹਾਨੂੰ ਪੀ ਕੇ ਹੀ ਮਿਲਣਾ ਹੈ। ਇੱਕ ਨਾ ਅੰਨਾ ਬੰਦਾ ਸੀ, ਮੈਂ ਤੁਹਾਨੂੰ ਥੋੜੀ ਜਿਹੀ ਗੱਲ ਸੁਣਾਣਾ, ਤੇ ਉਹਨੂੰ ਇੱਕ ਬੰਦਾ ਕਹਿੰਦਾ ਵੀ ਲੈ ਖੀਰ ਖਾ ਲੈ। ਹੁਣ ਅੰਨੇ ਬੰਦੇ ਨੂੰ ਪਤਾ ਨਹੀਂ ਸੀ ਵੀ ਖੀਰ ਕਿਵੇਂ ਦੀ ਹੁੰਦੀ। ਆਂਦਾ ਖੀਰ ਕਾਹਦੀ ਬਣਦੀ? ਆਂਦਾ ਖੀਰ ਬਣਦੀ ਹੈ ਚੌਲਾਂ ਦੇ ਵਿੱਚ, ਦੁੱਧ ਦੇ ਵਿੱਚ ਤਾਂ ਚੌਲ ਉਬਾਲੀ ਦੇ ਨੇ। ਤੇ ਆਂਦਾ ਦੁੱਧ ਕਿਵੇਂ ਹੁੰਦਾ? ਨਾ ਦੁੱਧ ਬਿਲਕੁਲ ਚਿੱਟਾ। ਤੇ ਹੁਣ ਉਹਨੂੰ ਵਿਚਾਰੇ ਨੂੰ ਚਿੱਟੇ ਦਾ ਨਹੀਂ ਸੀ ਪਤਾ। ਆਂਦਾ ਚਿੱਟਾ ਰੰਗ ਕਿਵੇਂ ਦਾ ਹੁੰਦਾ? ਚਿੱਟਾ ਰੰਗ। ਆਂਦਾ ਬਗਲੇ ਵਰਗਾ। ਆਂਦਾ ਬਗਲਾ ਕਿਵੇਂ ਦਾ ਹੁੰਦਾ ਹੈ? ਤੇ ਉਹਨੇ ਨਾ ਬਗਲੇ ਵਰਗੀ ਇੰਜ ਕਰਕੇ ਧੌਣ ਬਣਾ ਕੇ ਵਿਖਾਈ, ਕਹਿੰਦਾ ਬਗਲਾ ਐਵੇਂ ਦਾ ਹੁੰਦਾ। ਤੇ ਉਹ ਅੰਨੇ ਬੰਦੇ ਨੇ ਨਾ ਫਿਰ ਇੰਜ ਕਰਕੇ ਹੱਥ ਫੇਰਿਆ ਬਗਲੇ ਦੇ ਸਿਰ ਦੇ ਉੱਤੇ, ਕਹਿੰਦਾ ਯਾਰ ਮੈਂ ਨਹੀਂ ਖਾਣੀ, ਇਹ ਤੇ ਟੇਢੀ ਖੀਰ ਹੈ। ਠੀਕ ਹੈ ਜੀ। ਹੁਣ ਜਦੋਂ ਅਸੀਂ ਬਾਣੀ ਨੂੰ ਪੜ੍ਹ ਕੇ ਅਮਲ ਕਰਾਂਗੇ ਨਾ, ਤੇ ਉਹਦੇ ਉੱਤਰ ਨਾ ਆਟੋਮੈਟਿਕਲੀ ਤੁਸੀਂ ਸਿਰਫ ਜਿਹੜੀ ਪੌੜੀ ਅਸੀਂ ਵਿਚਾਰਦੇ ਹਾਂ ਉਹਦੇ ਬੇਸ ਤੇ ਸਵਾਲ ਕਰੋ ਵੀ ਜੋ ਮੈਂ ਅੱਜ ਵਿਚਾਰਿਆ ਨਾ ਅਸਾਂ ਸਾਰਿਆਂ ਨੇ, ਜੇ ਉਹਨੂੰ ਤੁਸੀਂ ਬੇਸ ਬਣਾਈ ਰੱਖੋ, ਔਰ ਜਪਜੀ ਸਾਹਿਬ ਦੀ ਜਿਹੜੀ ਚੀਜ਼ ਕਹੀ ਜਾਂਦੀ ਉਹਨੂੰ ਨੋਟ ਕਰਦੇ ਜਾਓ, ਤੇ ਜਪਜੀ ਸਾਹਿਬ ਦੀ ਵਿਚਾਰ ਸਮਾਪਤ ਹੋਣ ਤੱਕ ਤੁਹਾਡੇ ਸਾਰੇ ਸਵਾਲ ਖਤਮ ਹੋ ਜਾਣਗੇ। ਹੁਣ ਦੇਖੋ ਰੱਬ ਦਾ ਸਵਾਲ ਫਿਰ ਕਿਉਂ ਬਾਰ-ਬਾਰ ਆ ਰਿਹਾ ਹੈ? ਉਹਦਾ ਰੀਜ਼ਨ ਇਹ ਹੈਗਾ ਕਿ ਤੁਸੀਂ ਉਹ ਚੀਜ਼ ਨੂੰ ਨੋਟ ਨਹੀਂ ਕੀਤਾ। ਅਸੀਂ ਜਿੱਦਣ ਇੱਕ ਓੰਕਾਰ ਦੀ ਵਿਆਖਿਆ ਕੀਤੀ ਸੀ, ਤਾਂ ਉਹਨੂੰ ਪੱਕਾ ਕਰ ਲਓ ਕਿ ਰੱਬ ਕੀ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਤਰ੍ਹਾਂ ਹੀ ਸੰਸਾਰ ਦੀ ਉਤਪਤੀ ਲੈਤਾ ਪਾਲਣਾ ਹੋ ਰਹੀ ਹੈ, ਨੋਟ ਕਰ ਲਓ, ਇਹਨੂੰ ਪੱਕਾ ਬਣਾ ਲਓ। ਦੂਜਾ ਹੁਕਮ ਕੀ ਹੈ? ਹੁਕਮ ਦਾ ਮਤਲਬ ਸਿਸਟਮ, ਇਹਨੂੰ ਪੱਕਾ ਕਰ ਲਓ। ਅੱਗੇ ਮਤਲਬ ਜੋ ਅਸੀਂ ਸੁਣਿਆ ਮੰਨਿਆ ਮਨ ਕੀਤਾ ਭਾਉ ਹੈਗਾ, ਦੁੱਖ ਖਤਮ ਹੋ ਜਾਣਗੇ। ਤੇ ਗੁਰਮੁਖ ਨਾਦੰ ਗੁਰਮੁਖ ਵੇਦੰ ਨੂੰ ਪੱਕਾ ਕਰ ਲਓ ਕਿ ਸਾਡੇ ਵਾਸਤੇ ਗੁਰੂ ਹੀ ਸਭ ਕੁਝ ਹੈ। ਇਹ ਚੀਜ਼ਾਂ ਪੱਕੀਆਂ ਹੋ ਗਈਆਂ, ਇਹਨਾਂ ਨੂੰ ਅਪਣਾ ਲਓ। ਇਹਨਾਂ ਸੰਬੰਧੀ ਸਵਾਲ ਖਤਮ ਹੋ ਗਏ। ਗੁਰੂ ਤੋਂ ਬਿਨਾਂ ਸਾਡੇ ਵਾਸਤੇ ਕੋਈ ਵੈਲਿਊ ਹੈ ਨਹੀਂ, ਪੁੱਛਣ ਦੀ ਲੋੜ ਨਹੀਂ। ਉਹਦੇ ਵਾਸਤੇ ਫਿਰ ਇੱਕ ਗੱਲ ਹੁੰਦੀ ਵੀ ਜਿਹੜੇ ਪਿੰਡ ਨਹੀਂ ਜਾਣਾ, ਰਾਹ ਕਿਉਂ ਪੁੱਛਣਾ, ਕਿਉਂ ਖੱਜਲ ਹੋਣਾ, ਆਪਣੇ ਏਮ ਵੱਲ ਵਧੀ ਜਾਓ। ਜੇ ਤੁਸੀਂ ਇਹ ਚੀਜ਼ ਨੂੰ ਫਾਰਮੂਲੇ ਨੂੰ ਅਪਣਾਓਗੇ ਨਾ, ਤਾਂ ਗਾਰੰਟੀ ਹੈ ਕਿ ਜਪਜੀ ਸਾਹਿਬ ਸਮਾਪਤ ਹੋਣ ਤੱਕ ਸਾਰੇ ਸਵਾਲ ਹੱਲ ਹੋ ਜਾਣਗੇ। ਅੱਬਲ ਤਾਂ ਆਸਾ ਦੀ ਵਾਰ ਵਿੱਚ ਹੀ ਹੋ ਜਾਣੇ ਚਾਹੀਦੇ ਸੀ, ਪਰ ਇਟ ਮੀਨਸ ਕਿ ਆਪਾਂ ਉਹਨੂੰ ਬਹੁਤੇ ਗੌਰ ਨਾਲ ਧਿਆਨ ਵਿੱਚ ਰੱਖਿਆ ਨਹੀਂ। ਨੋਟ ਬਣਾਓ, ਕਾਪੀ ਰੱਖੋ ਕੋਲ। ਮੈਂ ਤੁਹਾਨੂੰ ਕੁਝ ਵਰਡਿੰਗ ਹੋਰ ਲਿਖਾ ਦੇਵਾਂਗਾ, ਸਾਰਿਆਂ ਨੂੰ ਲਿਖਾ ਹੀ ਦੇਵਾਂਗਾ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਜਪਜੀ ਸਾਹਿਬ ਦਾ ਪਾਠ ਜਾਂ ਉਚਾਰਨ, ਤਾਂ ਤੁਸੀਂ ਸਾਰੇ ਮੈਨੂੰ ਆਪਣੇ ਨੰਬਰ ਸੈਂਡ ਕਰ ਦਿਓ WhatsApp ਦੇ। ਉਹਦੇ ਉੱਤੇ ਇਹ ਲਿਖ ਦਿਓ ਕਿ ਜ਼ੂਮ ਕਲਾਸ, ਨਾਲ ਆਪਣੇ ਨਾਮ ਦੀ ਸਪੈਲਿੰਗ, ਨਾਲ ਜ਼ੂਮ ਕਲਾਸ। ਤੇ ਮੈਂ ਗਰੁੱਪ ਬਣਾ ਕੇ ਨਾ ਉਹਦੇ ਵਿੱਚ ਜਪਜੀ ਸਾਹਿਬ ਦਾ ਉਚਾਰਨ ਵੀ ਪਾ ਦੇਣਾ ਕਿ ਉਹਦਾ ਪਾਠ ਐਵੇਂ ਕਰਨਾ, ਵਿਸ਼ਰਾਮ ਐਵੇਂ ਲਗਾਣੇ ਨੇ। ਵਿਸ਼ਰਾਮ ਔਰ ਉਚਾਰਨ ਉੱਥੋਂ ਸਿੱਖ ਲਿਓ, ਮੈਂ ਲਿਖ ਕੇ ਭੇਜਦਾ ਰਹਾਂਗਾ। ਤੇ ਵਿਚਾਰ ਆਪਾਂ ਇੱਥੇ ਕਰਦੇ ਰਹਿੰਦੇ ਹਾਂ। ਤੇ ਜਿਹੜੇ ਕੋਈ ਸਵਾਲ ਇੱਥੇ ਨੇ ਪੌੜੀ ਦੇ ਵਿੱਚ ਹੀ ਜੇ ਪੁੱਛਣ ਦਾ ਯਤਨ ਕਰੋਗੇ ਤੇ ਬਹੁਤ ਬੈਨੀਫਿਟ ਹੋਏਗਾ। ਠੀਕ ਹੈ, ਧੰਨਵਾਦ। ਧੰਨਵਾਦ, ਥੈਂਕ ਯੂ ਜੀ। ਗਿਆਨੀ ਜੀ, ਮੈਂ ਆਪ ਜੀ ਨੂੰ ਫਿਰ ਇੱਕ ਬੇਨਤੀ ਕਰਦਾ ਜੀ ਕਿ ਤੁਸੀਂ ਆਪਣਾ ਟੈਲੀਫੋਨ ਨੰਬਰ ਜਿਹੜਾ WhatsApp ਵਾਲਾ ਆ,
ਉਹ ਤੁਸੀਂ ਇੱਕ ਵਾਰੀ ਫੇਰ ਦੇ ਦਿਓ ਤਾਂ ਕਿ ਜਿਨ੍ਹਾਂ ਨੇ ਵੀ ਜੁਆਇਨ ਹੋਣਾ ਹੋਵੇ ਉਹ ਨੋਟ ਕਰ ਲੈਣ ਤੇ ਫਿਰ ਤੁਹਾਡੇ ਨਾਲ ਇਨ ਟੱਚ ਰੱਖ ਸਕਦੇ ਆ ਤੇ ਉਹ ਜਿਹੜਾ ਲਾਹਾ ਲੈਣਾ ਆ ਉਹਨਾਂ ਨੇ ਉਹ ਲੈ ਸਕਦੇ ਆ। ਉਹਦਾ ਮੇਰਾ ਨੰਬਰ ਹੈਗਾ ਜੀ +91 ਇੰਡੀਆ ਦਾ ਨੰਬਰ ਲਗਾ ਕੇ 00 ਲਾਉਣ ਦੀ ਬਜਾਏ +91 98 726 13 340 98 726 13 340 ਇਹ ਮੇਰਾ WhatsApp ਨੰਬਰ ਹੈਗਾ ਤੇ ਜਿਹੜਾ ਵੀ ਵੀਰ ਭੈਣ ਆਪਣਾ ਸ਼ਾਮਲ ਹੋਣਾ ਚਾਹੁੰਦਾ ਗਰੁੱਪ ਵਿੱਚ 5-7 ਜਿੰਨੇ ਵੀ ਤਾਂ ਆਪਣੇ ਨਾਮ ਦੀ ਸਪੈਲਿੰਗ ਔਰ ਨਾਲ ਉਹਦੇ ਵਿੱਚ ਲਿਖ ਜਾਏਗਾ ਜ਼ੂਮ ਕਲਾਸ ਮੈਨੂੰ ਪਤਾ ਲੱਗ ਜਾਏਗਾ ਵੀ ਆਪਣੇ ਵਿੱਚੋਂ ਹੀ ਕੋਈ ਨਾ ਤੇ ਉਹ ਤੁਹਾਡਾ ਮਹੀਨੇ ਦੇ ਵਿੱਚ ਤੁਹਾਡਾ ਜਿਹੜਾ ਉਚਾਰਨ ਦਾ ਵੀ ਹੋ ਜਾਏਗਾ ਨਾਲ। ਠੀਕ ਹੈ ਜੀ, ਧੰਨਵਾਦ ਜੀ। ਅਸੀਂ ਟਾਈਮ ਟੂ ਟਾਈਮ ਨੰਬਰ ਫੇਰ ਰਿਪੀਟ ਕਰਦੇ ਰਹਾਂਗੇ ਤਾਂ ਕਿ ਜਿਹੜੇ ਨਵੇਂ ਸਰੋਤੇ ਵੀ ਜੁੜਦੇ ਆ ਜੇ ਉਹਨਾਂ ਨੇ ਵੀ ਤੁਹਾਡੇ ਨਾਲ ਟੱਚ ਰੱਖਣਾ ਹੋਵੇ ਤਾਂ ਉਹ ਮਤਲਬ ਨੋਟ ਕਰ ਲੈਣਾ ਆਪਣੇ ਨੰਬਰ ਤੇ ਅੱਜ ਸਾਰਿਆਂ ਨੂੰ ਮਤਲਬ ਪਤਾ ਲੱਗ ਗਿਆ ਤੁਹਾਡੇ ਟੈਲੀਫੋਨ ਨੰਬਰ ਦਾ ਵੀ ਤੇ ਤੁਸੀਂ ਆਪਣਾ ਲਾਹਾ ਲਓ ਜੀ। ਉਹ ਬਣਾ ਦੇਣਗੇ ਤੁਹਾਨੂੰ ਇੱਕ WhatsApp ਗਰੁੱਪ ਤੇ ਉਹਦੇ ਵਿੱਚ ਤੁਸੀਂ ਸਾਰੀ ਗੱਲਬਾਤ ਵੀ ਪੁੱਛ ਸਕਦੇ ਆ ਤੇ ਉਹ ਵੀ ਤੁਹਾਨੂੰ ਮੈਸੇਜ ਭੇਜ ਸਕਦੇ ਆ। ਹਾਂਜੀ, ਸਾਰਿਆਂ ਦਾ ਧੰਨਵਾਦ, ਗਿਆਨੀ ਜੀ ਦਾ ਧੰਨਵਾਦ, ਬਾਕੀ ਸਾਰੀਆਂ ਨੈਸ਼ਨਲ ਤੇ ਇੰਟਰਨੈਸ਼ਨਲ ਜਿਹੜੀਆਂ ਸਾਡੀਆਂ ਸੰਗਤਾਂ ਆ ਉਹਨਾਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਜੀ। ਤੇ ਅੱਜ ਸ਼ਨੀਚਰਵਾਰ ਆ, ਕੱਲ ਨੂੰ ਤੁਹਾਨੂੰ ਛੁੱਟੀ ਦੇ ਦੇਣੀ ਆ, ਇੱਕ ਦਿਨ ਤੁਸੀਂ ਰਿਫਰੈਸ਼ ਹੋ ਜਾਓ, ਮੁੜ ਕੇ ਮੰਡੇ ਨੂੰ ਫੇਰ 2 ਵਜੇ ਇੱਥੇ ਸ਼ਾਮਲ ਹੋ ਜਾਏ ਜ਼ਰੂਰ ਚੇਤੇ ਨਾਲ। ਆਪਣੇ ਟਾਈਮ ਨੋਟ ਕਰ ਲਿਓ ਆਪਣੇ ਮੁਲਕਾਂ ਦੇ ਤੇ ਆਪਾਂ 2 ਵਜੇ ਮੰਡੇ ਨੂੰ ਮਿਲਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।